ਅੱਜ ਦਾ ਪ੍ਰੋਗਰਾਮ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪਾਂਸਰ ਕੀਤਾ ਗਿਆ ਹੈ। ਰਾਜਮਾਨ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਕੋਈ ਵੀ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਤੁਹਾਡਾ ਕੋਈ ਸਵਾਲ ਹੋਵੇ, ਇੰਸ਼ੋਰੈਂਸ ਦੇ ਨਾਲ ਸੰਬੰਧਿਤ ਸਵਾਲ ਹੋਵੇ, ਕੋਈ ਤੁਸੀਂ ਆਪਣੀ ਪਾਲਿਸੀ ਰਿਵਿਊ ਕਰਵਾਉਣੀ ਹੋਵੇ, ਕੋਈ ਨਵੀਂ ਤੁਸੀਂ ਪਾਲਿਸੀ ਲੈਣੀ ਹੋਵੇ, ਚੱਲ ਰਹੀ ਪਾਲਿਸੀ ਦੇ ਵਿੱਚ ਕੋਈ ਤਬਦੀਲੀ ਕਰਵਾਉਣੀ ਹੋਵੇ, ਚੱਲ ਰਹੇ ਕੋਈ ਕਲੇਮ ਦੇ ਝਗੜੇ ਦੇ ਵਿੱਚ ਤੁਸੀਂ ਮਾਨ ਸਾਹਿਬ ਦੀ ਹੈਲਪ ਲੈਣੀ ਹੋਵੇ, ਨੰਬਰ 204 694 0731 ਦੇ ਉੱਪਰ ਤੁਹਾਡਾ ਸੰਪਰਕ ਹੋਵੇਗਾ। 204 694 0731 ਦੇ ਉੱਪਰ ਤੁਸੀਂ ਰਾਜਮਾਨ ਸਾਹਿਬ ਨਾਲ ਗੱਲਬਾਤ ਕਰ ਸਕੋਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਮਾਨ ਸਾਹਿਬ। ਵੈਲਕਮ ਟੂ ਰੇਡੀਓ ਧਮਾਲ ਟੁਡੇਜ਼ ਪ੍ਰੋਗਰਾਮ। ਥੈਂਕ ਯੂ ਜੀ, ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਾਨ ਸਾਹਿਬ, ਕੀ ਹਾਲ ਨੇ? ਠੀਕ ਹੈ, ਤੁਸੀਂ ਸੁਣਾਓ? ਅੱਜ ਮੌਸਮ ਬਹੁਤ ਖਰਾਬ ਹੈ, ਹਵਾ ਬਹੁਤ ਜ਼ਿਆਦਾ ਤੇਜ਼ ਹੈ। ਹਾਂਜੀ, ਤੇ ਨਾ ਜਦੋਂ ਮੈਂ ਆ ਰਿਹਾ ਸੀ ਹਾਈਵੇ ਤੇ, ਹਾਂਜੀ, ਉਹ ਇਉਂ ਲੱਗਦਾ ਸੀ ਜਿਵੇਂ ਫਲੂਰੀ ਪੈਂਦੀ ਹੈ ਥੋੜੀ ਥੋੜੀ, ਤੇ ਸੜਕ ਦੇ ਉੱਤੇ ਨਾ ਮਤਲਬ ਵੀ ਹਵਾ ਦੇ ਨਾਲ ਉਵੇਂ ਜਿਹੀ ਉੱਡੀ ਜਾਂਦੀ ਸਨੋ ਦਿਸਦੀ ਹੈ। ਹਾਂ, ਹੁਣ ਵੀ ਜਦੋਂ ਮੈਂ ਕਾਰ ਚ ਨਿਕਲ ਕੇ ਆਇਆ, ਅੱਛਾ, ਤੇ ਥੋੜੀ ਥੋੜੀ ਨਾ ਜਦੋਂ ਸ਼ੁਰੂ ਜਿਹੀ ਪੈਂਦੀ ਹੁੰਦੀ ਹੈ। ਠੀਕ ਹੈ, ਮੇਰੇ 1972 ਅਕਤੂਬਰ ਯਾਦ ਆ ਗਿਆ ਜਦੋਂ ਮੈਂ ਆਇਆ ਸੀ। ਤੇ ਉਦੋਂ ਜਦੋਂ ਮੈਂ ਪਹਿਲੀ ਵਾਰ ਸਨੋ ਪੈਂਦੀ ਦੇਖੀ, ਕੋਈ ਇੰਡੀਆ 'ਚ ਕਿਹੜਾ ਸਨੋ ਪੈਂਦੀ ਹੈ, ਨਾ ਹੀ ਅਸੀਂ ਕਦੇ ਪਹਾੜਾਂ 'ਚ ਗਏ ਸੀ, ਉੱਥੇ ਨਾ ਹੀ ਸਨੋ ਦਾ ਕੋਈ ਤਜਰਬਾ ਸੀ, ਨਾ ਹੀ ਪਤਾ ਸੀ ਇਹ ਵੀ ਸਨੋ ਪੈਂਦੀ ਕਿਵੇਂ ਹੈ। ਸੁਣਿਆ ਜ਼ਰੂਰ ਸੀਗਾ ਵੀ ਮਤਲਬ ਰੂੰ ਦੇ ਫੰਬੇ ਵਾਂਗੂ ਪੈਂਦੀ ਹੈ। ਤੇ ਅੱਜ ਬਿਲਕੁਲ ਉਹੀ ਜਿਹਾ ਦਿਨ ਹੈ, ਐਗਜ਼ੈਕਟਲੀ ਉਵੇਂ ਜਿਹੀ ਸਨੋ ਪੈ ਰਹੀ ਹੈ, ਕਿਤੇ ਕਿਤੇ ਫੰਬਾ ਜਿਹਾ ਡਿੱਗਦਾ ਹੈ। ਮੇਰੇ ਮਾਮੇ ਦੇ ਪੁੱਤੇ ਮੈਨੂੰ ਦੱਸਿਆ, ਕਹਿੰਦਾ ਤੈਨੂੰ ਸਨੋ ਪੈਂਦੀ ਦਿਖਾਵਾਂ। ਮੈਂ ਕਿਹਾ ਮੈਨੂੰ ਤਾਂ ਦਿੰਦੀ ਨਹੀਂ। ਕਹਿੰਦਾ ਦੇਖਿਆ ਜਾਂ ਮੱਖੀਆਂ ਜਿਹੀਆਂ ਉੱਡੀਆਂ ਫਿਰਦੀਆਂ, ਆ ਰੂ ਨਿੱਕੀ ਨਿੱਕੀ ਰੂੰ ਜੀ ਉੱਡੀ ਫਿਰਦੀ ਆ ਜਦੋਂ ਜਿਵੇਂ ਅੱਜ ਬੁੜਦੀ ਆ, ਅੱਜ ਬਿਲਕੁਲ ਉਵੇਂ ਜਿਹੀ ਉੱਡਦੀ ਆ। ਮੈਂ ਕਿਹਾ ਇਹ ਆ ਸਨੋ? ਕਹਿੰਦਾ ਹਾਂ। ਤੇ ਇਹ ਕਹਿੰਦਾ ਦੇਖੀ ਚੱਲੀ ਥੋੜੇ ਚਿਰ ਨੂੰ ਢੇਰ ਲੱਗ ਜਾਣਾ। ਮੈਂ ਇਹਨੂੰ ਕਹਿੰਦਾ ਹੁੰਨਾ ਗਾ, ਇਮੈਜਿਨ ਕਰਦਾ ਹੁੰਨਾ ਕਿ ਕਿੱਕਰਾਂ ਦੇ ਫੁੱਲਾਂ ਵਰਗੀਆਂ, ਕਿੱਕਰਾਂ ਦੇ ਫੁੱਲ ਹੁੰਦੇ ਆ, ਤੁਸੀਂ ਦੇਖੇ ਹੋਣੇ ਆ, ਯੈਲੋ ਰੰਗ ਦੇ। ਖਾਦੇ ਵੀ ਆ? ਖਾਦੇ ਵੀ ਆ, ਤੁੱਕੇ ਵੀ ਖਾਦੇ ਆ। ਸਾਡੇ ਕੋਲ ਹੁੰਦੇ ਤੁੱਕੇ, ਸੋ ਤਾਂ ਕੁਝ ਹੁੰਦੇ ਨਹੀਂ ਸਾਰੇ, ਤੇ ਆਪਣੇ ਕੋਲ ਤੁੱਕੇ ਹੀ ਹੁੰਦੇ ਆ। ਹਾਂਜੀ, ਸੋ ਤੁੱਕੇ ਹੁੰਦੇ ਆ। ਤੇ ਉਹ ਕਿੱਕਰਾਂ ਦੇ ਫੁੱਲ ਬਹੁਤ ਵਾਰੀ ਉਹ ਖਾਣ ਦੇ ਵਿੱਚ ਬੜੇ ਮਿੱਠੇ ਹੁੰਦੇ ਆ। ਹਾਂ, ਡੋਡੀਆਂ ਜਿਹੀਆਂ ਹੁੰਦੀਆਂ, ਜਿਹੜੀਆਂ ਡੋਡੀਆਂ ਜਿਹੀਆਂ। ਤੇ ਉਹ ਮੈਨੂੰ ਲੱਗਦਾ ਹੁੰਦਾ ਵੀ ਇਹ ਬਰਫ਼ ਵਰਗੇ ਆ। ਹਾਂ, ਇਹਨਾਂ ਨਾਲ ਮੈਂ ਕਈ ਵਾਰੀ ਇੱਥੇ ਕਰਦਾ ਹੁੰਦਾ ਗੱਲ, ਮੌਸਮ ਦੱਸਣ ਲੱਗਿਆ ਕਿ ਉਹਨਾਂ ਵਰਗੇ ਆ ਇਹ। ਨਹੀਂ, ਫਲੈਰੀਆਂ ਜੀਆਂ ਜਦੋਂ ਫਰੀਜ਼ਿੰਗ ਰੇਨ ਪੈਂਦੀ ਆ ਨਾ, ਹਾਂਜੀ, ਜਿਹਨੂੰ ਆਪਾਂ ਫਰੀਜ਼ਿੰਗ ਰੇਨ ਕਹਿੰਦੇ ਆ, ਹਾਂਜੀ, ਉਹ ਹੁੰਦੀ ਆ ਉਹ ਜਿਹੀ ਕਿੱਕਰਾਂ ਦੀਆਂ। ਆਪਣਾ ਜਿਹੜੇ ਤੂੰ ਫੁੱਲਾਂ ਦੀ ਗੱਲ ਕਰਦੇ ਹੋ, ਉਹ ਜਿਹੜੇ ਸ਼ੀਸ਼ੇ ਤੇ ਪੈਂਦੀ ਜਦੋਂ, ਹਾਂ ਸ਼ੀਸ਼ੇ ਤੇ ਪੈਂਦੇ, ਜਾਂ ਜਿਹਨੂੰ ਉਹ ਵੀ ਫਰੀਜ਼ਿੰਗ ਰੇਨ ਪੈਂਦੀ ਆ, ਜੇ ਮਤਲਬ ਥੋੜਾ ਜਿਹਾ ਆਪਣਾ ਉਹ ਗੜੇ ਵੀ ਨਹੀਂ ਹੁੰਦੇ, ਸਨੋ ਵੀ ਨਹੀਂ ਹੁੰਦੀ, ਜਿਹਨੂੰ ਫਰੀਜ਼ਿੰਗ ਰੇਨ ਕਹਿੰਦੇ ਆ। ਉਹ ਤਾਂ ਹੀ ਫਰੀਜ਼ ਹੋ ਜਾਂਦਾ, ਉਹਦਾ ਜਿਹੜਾ ਮਤਲਬ ਵੀ ਫੰਬਾ ਜਿਹਾ ਹੁੰਦਾ। ਤੇ ਉਹ ਮਤਲਬ ਵੀ ਕਿੱਕਰ ਦੀਆਂ ਡੋਡੀਆਂ ਵਰਗੀ ਹੁੰਦੀ ਹੈ ਜੋ ਥੱਲੇ ਡਿੱਗਦੀ ਹੈ ਨਾ। ਕਦੇ ਕਦੇ ਖਾਸ ਕਰਕੇ ਬਰੀਕ ਵੀ ਹੁੰਦੀ ਹੈ, ਤੇ ਕਦੇ ਕਦੇ ਮਤਲਬ ਸਰੋਂ ਦੇ ਬਾਜਰੇ ਜਿੰਨੀ ਵੀ ਹੁੰਦੀ ਹੈ ਨਾ। ਤੇ ਫਰੀਜ਼ਿੰਗ ਰੇਨ, ਤੇ ਤਾਂ ਹੀ ਤੇ ਸਦੀਕ ਸਾਹਿਬ ਕਹਿੰਦੇ ਕਿੱਕਰਾਂ ਵੀ ਲੰਗੀ ਤੇ ਬੇਰੀਆਂ ਵੀ ਲੰਗੀ। ਹਾਂ, ਠੀਕ ਹੈ, ਜ਼ਿਆਦਾ ਕਿੱਕਰਾਂ ਉਦੋਂ। ਹਾਂ, ਕਿੱਕਰਾਂ ਲੰਘਣੋਂ ਰਹਿ ਗਏ, ਰਿੰਡ ਨਹੀਂ। ਹਾਂ ਹਾਂ, ਹਾਂਜੀ, ਹਾਂ। ਤੇ ਉਹ ਤੇਰੇ ਸਹੁਰਿਆਂ ਦਾ ਪਿੰਡ ਨਹੀਂ। ਹਾਂ, ਰਿੰਡ ਲੋਕ ਘਰਾਂ ਦੇ ਆਲੇ ਦੁਆਲੇ ਲਾਉਂਦੇ ਹੁੰਦੇ ਸੀ। ਹਾਂਜੀ, ਹੁਣ ਤਾਂ ਮੈਂ ਬਹੁਤੇ ਦੇਖੇ ਨਹੀਂ। ਹਾਂਜੀ, ਰਿੰਡ ਤੋਂ ਸਾਬਣ ਬਣਦੀ ਸੀ, ਮੈਂ ਦੇਖਿਆ ਲੇਡੀਜ਼। ਉਹ ਤਾਂ ਰੀਠੇ ਦੀ ਨਹੀਂ ਬਣਦੀ ਨਹੀਂ। ਅੱਛਾ, ਇਹਦੋਂ ਤੋਂ ਰਿੰਡਾਂ ਤੋਂ ਨਾ ਪਤਾ ਨਹੀਂ ਕਿਵੇਂ ਬਣਾਉਂਦੇ ਸੀ। ਮੈਂ ਛੋਟਾ ਹੁੰਦਾ ਸੀ, ਮੈਂ ਵੇਖਿਆ ਮਤਲਬ ਲੇਡੀਜ਼ ਬਣਾਉਂਦੀਆਂ, ਉਹ ਪਾਥੀਆਂ ਜਾਂ ਪੱਥ ਕੇ ਰੱਖੀ ਜਾਂਦੀਆਂ। ਹਾਂਜੀ, ਤੇ ਸਾਬਣ ਬਣ ਜਾਂਦੀ ਸੀ ਇਹਨਾਂ ਤੋਂ ਨਾ। ਰੀਠਿਆਂ ਨਾਲ ਨਹਾਉਂਦੇ ਹੁੰਦੇ ਸੀ ਲੋਕ, ਕੇਸੀ। ਅੱਛਾ, ਰੀਠੇ ਗੜ ਕੇ ਨਾ, ਹਾਂਜੀ, ਚੰਗੀ ਤਰ੍ਹਾਂ, ਤੇ ਮਤਲਬ ਵੀ ਉਹਨੂੰ ਉਹਦੇ ਨਾਲ। ਹੁਣ ਤਾਂ ਰੀਠਿਆਂ ਵਾਲੇ ਮੇਰੇ ਖਿਆਲ ਸ਼ੈਂਪੂ ਵੀ ਮਿਲਦੇ ਆ। ਅੱਛਾ, ਤੇ ਉਦੋਂ ਸ਼ੈਂਪੂ ਉਦੋਂ ਜਦੋਂ ਰੀਠਿਆਂ ਨਾਲ ਨਹਾਉਂਦੇ ਸੀ, ਜਾਂ ਲੱਸੀ ਨਾਲ ਨਹਾਉਂਦੇ ਸੀ, ਜਾਂ ਦਹੀਂ ਨਾਲ ਨਹਾਉਂਦੇ ਸੀ, ਹੈਨਾ। ਤੇ ਉਦੋਂ ਸਾਬਣਾਂ ਕਿੱਥੇ ਹੁੰਦੀਆਂ ਸੀ ਪਿੰਡਾਂ 'ਚ, ਜਾਂ ਕੇਸੀ ਨਹਾਉਣਾ, ਜਾਂ ਲੱਸੀ ਨਾਲ ਨਾਲੋਂ, ਜਾਂ ਖਾਸ ਕਰਕੇ ਦਹੀਂ ਨਾਲ ਨਾਲੋਂ। ਉਦੋਂ ਮਾਨ ਸਾਹਿਬ ਚਮੜੀ ਦੇ ਰੋਗ ਵੀ ਘੱਟ ਹੁੰਦੇ ਸੀ, ਬਹੁਤ ਘੱਟ ਹੁੰਦੇ ਸੀ, ਬਹੁਤ ਬਿਮਾਰੀਆਂ ਘੱਟ ਹੁੰਦੀਆਂ ਸੀ, ਨੇਚਰਲ ਸੀਗੇ ਇਹ। ਜਦੋਂ ਰੀਠਿਆਂ ਨਾਲ ਰੀਠੇ ਰਗੜ ਕੇ ਲੋਕ ਨਹਾਉਂਦੇ ਸੀ, ਤੇ ਲੋਕਾਂ ਦੇ ਮੁੱਦੇ ਕਦੇ ਸਰਚ ਕਰ ਨਹੀਂ ਸੀ ਪੈਂਦੀ, ਹੈਨਾ। ਬਹੁਤ ਘੱਟ ਮਤਲਬ ਵੀ ਖੁਸ਼ਕੀ ਹੁੰਦੀ ਸੀ, ਤੇ ਵਾਲ ਚਿੱਟੇ ਬਹੁਤ ਘੱਟ ਹੁੰਦੇ ਸੀ। ਹਾਂਜੀ, ਹੈ ਨਾ, ਬਹੁਤ ਸੀਗਾ ਮਤਲਬ, ਕਿਉਂਕਿ ਨੇਚਰ ਜੀ ਯਾਰ, ਨੇਚਰ ਜਿਹੜੇ ਹੁੰਦੇ ਨੇਚਰਲੀ ਹੁੰਦੇ ਆ। ਤੇ ਜਿਹੜੇ ਉਹਨੇ ਜਿੰਨੇ ਤਰ੍ਹਾਂ ਦੇ ਸ਼ੈਂਪੂ ਆਈ ਜਾਂਦੇ ਆ, ਜਿੰਨੇ ਵੱਧ ਤੋਂ ਵੱਧ ਕੈਮੀਕਲ ਵਾਲੇ ਪ੍ਰੋਡਕਟ ਆਈ ਜਾਂਦੇ ਆ, ਆਈ ਜਾਂਦੇ ਆ ਨਾ, ਉਹ ਸਕਿਨ ਨੂੰ ਵੀ ਖਰਾਬ ਕਰਦੀ ਆ, ਵਾਲਾਂ ਨੂੰ ਵੀ ਖਰਾਬ ਕਰਦੀ ਆ। ਬਿਲਕੁਲ, ਹੈ ਨਾ। ਤੇ ਦੇਖਿਆ ਆਪਾਂ ਬਹੁਤ ਘੱਟ ਵੇਖੇ ਸੀ ਜਿਨ੍ਹਾਂ ਦੇ ਮਤਲਬ ਵਾਲ ਝੜਦੇ ਸੀਗੇ ਇੰਡੀਆ ਦੇ ਵਿੱਚ, ਬਜ਼ੁਰਗਾਂ ਦੇ 90 ਸਾਲ ਦੇ ਹੁੰਦੇ, ਪੂਰੇ ਵਾਲ ਹੁੰਦੇ ਸੀ। ਤੇ ਮੇਰੀ ਵੀ ਨਹੀਂ ਦੇਖ ਲਾ ਹੁਣ, ਹਨਾ। ਇਹ ਸਾਰੀ ਮਿਹਰਬਾਨੀ ਮਤਲਬ ਕੈਮੀਕਲ ਦੀ ਹੋਈ ਵੀ ਆ। ਜਿਹੜੀ ਅਸੀਂ ਸ਼ੈਂਪੂ ਵਰਤਦੇ ਨੇ, ਇਹ ਵਾਲਾਂ ਨੂੰ ਵੀ ਝਾੜਦੇ ਆ, ਗੰਜ ਪਾ ਦਿੰਦੇ ਆ, ਹੈਨਾ। ਸੋ ਇਹ ਬਹੁਤ ਚੰਗੇ ਨੇ। ਤੇ ਹੋ ਸਕੇ ਜਿੰਨਾ ਵੀ ਇਹ ਵੀ ਸੁਣਿਆ ਮੈਂ ਕਿ ਜਦੋਂ ਜ਼ਿਆਦਾ ਉਮਰ ਹੋ ਜਾਏ, 90-95 ਸਾਲ ਉਮਰ ਹੋ ਜਾਏ, ਵਾਲ ਦੁਬਾਰਾ ਕਾਲੇ ਹੋਣ ਲੱਗ ਜਾਂਦੇ। ਇਹ ਗੱਲ ਹੀ ਹੈ ਐਵੇਂ ਕਿ ਸੱਚੀ ਹੋਣ ਲੱਗ ਜਾਂਦੇ? ਸੁਣਿਆ ਤਾਂ ਮੈਂ ਵੀ ਹੈ, ਹਾਂਜੀ, ਪਰ ਵੇਖਿਆ ਨਹੀਂ। ਅੱਛਾ ਜੀ। ਹਾਂ, ਮੈਂ 95 ਸਾਲ ਦੇ ਬੰਦੇ ਵੀ ਦੇਖੇ ਆ, 100 ਸਾਲ ਦੇ ਨੇੜੇ ਹੋਏ ਵੀ ਦੇਖੇ ਆ, 90 ਸਾਲ ਤੋਂ ਤਦਾਮ ਹੀ ਦੇਖੇ ਆ। ਪਰ ਇਹ ਗੱਲ ਸੁਣੀ ਹੈਗੀ ਵੀ ਜੀ ਫਲਾਣੇ ਦੇ ਦੰਦ ਆ ਗਏ ਮੁੜ ਕੇ,
ਹੈਨਾ ਨਿਕਲ ਗਏ ਸੀ ਤੇ ਉਹ 100 ਸਾਲ ਨੂੰ ਟੱਪ ਗਿਆ ਤੇ ਉਹਦੇ ਦੰਦ ਆਉਣੇ ਸ਼ੁਰੂ ਹੋ ਗਏ, ਜਾਂ ਜੀ ਜਿਹੜੇ ਉਹਦੇ ਵਾਲ ਸੀ ਮਤਲਬ ਉਹ ਸਿਰ ਦੇ ਵਾਲ ਤੇ ਮਤਲਬ ਵੀ ਉਹ ਮਤਲਬ ਵੀ ਕਾਲੇ ਹੋਣੇ ਸ਼ੁਰੂ ਹੋ ਗਏ। ਪਰ ਮੈਂ ਨਾ ਤਾਂ ਦੰਦ ਹੀ ਦੇਖਿਆ ਕਿ ਦੂਜੀ ਵਾਰ ਆਉਂਦੇ, ਕਿਸੇ ਨੇ ਦਿਖਾਇਆ ਹੋਵੇ ਵੀ ਆਹ ਮੇਰੇ ਦੰਦ ਨਿਕਲਿਆ ਇੱਕ, ਤੇ ਜਾਂ ਮਤਲਬ ਵੀ ਬੰਦਾ ਕਹੇ ਵੀ ਆਹ ਦੇਖੋ ਜੀ ਮੇਰਾ ਮਤਲਬ ਜੂੜਾ ਕੀਤਾ ਹੁੰਦਾ ਸੀ ਤੇ ਮਤਲਬ ਵੀ ਉਹ ਬਿਲਕੁਲ ਚਿੱਟਾ ਹੁੰਦਾ ਸੀ ਤੇ ਵਿੱਚੋਂ ਹੁਣ ਮਤਲਬ ਵੀ ਡੱਬ ਖੜਬਾ ਜਿਹਾ ਹੋ ਗਿਆ ਵੀ ਵਿੱਚ ਕਾਲੇ ਵਾਲ ਵੀ ਆ ਗਏ ਵਿੱਚ ਦੇ, ਹਨਾ ਵੇਖੇ ਨਹੀਂ ਸੁਣੇ ਹੈਗੇ। ਉਹ ਪਤਾ ਨਹੀਂ ਕਿਹੜੇ ਯੁੱਗ ਦੀਆਂ ਗੱਲਾਂ ਕਰਦੇ ਆ, ਉਹਦਾ ਕੋਈ ਹੋਰ ਯੁੱਗ ਹੋਵੇ ਹਨਾ। ਇਸ ਯੁੱਗ ਦੇ ਵਿੱਚ ਤਾਂ ਸਾਰਾ ਕੁਝ ਚਿੱਟਾ ਹੀ ਚਿੱਟਾ ਹੈ ਨਾ, ਸਫੈਦ ਹੀ ਹੈ, ਵਾਲ ਵੀ ਸਫੈਦ ਹੈ, ਬੰਦਿਆਂ ਦੇ ਚਿਹਰੇ ਵੀ ਸਫੈਦ ਹੈ, ਬੰਦਿਆਂ ਦੇ ਖੂਨ ਵੀ ਸਫੈਦ ਹੈ, ਰਿਸ਼ਤੇ ਵੀ ਸਫੈਦ ਹੈ, ਨਸ਼ਾ ਵੀ ਚਿੱਟਾ ਚੱਲਣ ਲੱਗ ਗਿਆ। ਹਾਂ ਬਸ ਸਾਰਾ ਕੁਝ ਚਿੱਟਾ ਹੀ ਚਿੱਟਾ, ਮੈਂ ਤਾਂ ਕਹਿਣਾ ਸਾਰਾ ਕੁਝ ਚਿੱਟਾ ਹੀ ਚਿੱਟਾ ਹੈ ਤੇ ਰੰਗਦਾਰ ਕੋਈ ਚੀਜ਼ ਰਹੀ ਨਹੀਂ। ਇਸ ਪਤਾ ਨਹੀਂ ਕਿਹੜਾ ਯੁੱਗ ਹੈ ਤੇ ਦਿਲ ਕਾਲੇ ਆ। ਹਾਂ ਮਤਲਬ ਉਹ ਫਿਰ ਦਿਲ ਦੇਖਦੇ ਨਾ ਕਿਸੇ ਨੂੰ, ਹੈ ਨਾ। ਠੀਕ ਹੈ ਜੀ। 204 235 51 ਦਾ ਸਟੂਡੀਓ ਦੇ ਫੋਨ ਨੰਬਰ ਆ ਦੋਸਤੋ, 2042355110 ਤੇ WhatsApp ਦੇ ਲਈ ਨੰਬਰ 204 463 0110 204 463 0110। ਤੇ ਮਾਨ ਸਾਹਿਬ ਅੱਜ ਕੀ ਗੱਲ ਕਰਨੀ? ਅੱਜ ਨਾ ਮੇਰੇ ਕਈ ਤਰ੍ਹਾਂ ਦੇ ਮੇਰੇ ਨਾ ਖਿਆਲ ਆ ਜਾਂਦੇ ਮਨ ਚ। ਵੀ ਜਦ ਆਪਾਂ ਗੁਰਦੁਆਰੇ ਜਾਂਦੇ ਆ ਹਨਾ, ਇੱਕ ਤੁਹਾਨੂੰ ਪਤਾ ਵੀਡੀਓ ਵਾਇਰਲ ਹੋਈ, ਇੱਕ ਸੋਸ਼ਲ ਮੀਡੀਆ ਵੀ ਖਰਾਬ ਕਰਦਾ ਹੈ, ਮੀਡੀਆ ਵਾਲੇ ਵੀ ਖਰਾਬ ਕਰਦੇ ਆ। ਨਿੱਕੀ ਜਿਹੀ ਗੱਲ ਹੁੰਦੀ ਹੈ ਉਹਦੇ ਫੰਗਾਂ ਦੀ ਡਾਰ ਬਣਾਉਂਦੇ ਆ, ਪਤੰਗੜ ਬਣਾਉਂਦੇ ਆ। ਬਿਲਕੁਲ। ਉਹ ਕੋਈ ਕੁੜੀ ਸੀਗੀ ਵਿਚਾਰੀ, ਉਹ ਕਦੇ ਮੱਥਾ ਟੇਕਣ ਗਈ, ਉਹ ਕਹਿੰਦੇ ਵੀ ਉਹਦੇ ਸਕਲਟ ਪਾਈ ਵੀ ਸੀ, ਉਹ ਸੇਵਾਦਾਰ ਨੇ ਕਹਿੰਦਾ ਵੀ ਭਾਈ ਬੀਬੀ ਤੂੰ ਪਹਿਰਾਵਾ ਠੀਕ ਕਰ। ਫਿਰ ਪਤਾ ਨਹੀਂ ਉਹ ਮੂੰਹ ਤੇ ਤਿਰੰਗਾ ਝੰਡਾ ਬਣਾ ਕੇ ਆ ਗਈ ਜਾਂ ਉਹਦੇ ਮਤਲਬ ਵੀ ਬਣਾਇਆ ਸੀ। ਚਲੋ ਉਹ ਤਾਂ ਖੈਰ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ। ਤੇ ਉਹ ਫਿਰ ਜੀ ਮਤਲਬ ਇਹਨੂੰ ਉਹਦੀ ਸੇਵਾਦਾਰ ਨੂੰ ਬਦਲ ਵੀ ਦਿੱਤਾ, ਰੌਲਾ ਬਹੁਤ ਪਿਆ। ਅੱਜ ਮੈਂ ਦੇਖੀ ਜਾਂਦਾ ਸੀ, ਅੱਜ ਉਹ ਕੁੜੀ ਤੇ ਕੁੜੀ ਦਾ ਫਾਦਰ ਉਹ ਮਾਫੀ ਵੀ ਮੰਗਦੇ, ਜਦ ਕੋਈ ਗਲਤੀ ਹੋਵੇ ਇਸ ਵਿਵਾਦ ਨੂੰ ਬੰਦ ਕਰੋ। ਪਰ ਇਹ ਵਿਵਾਦ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਮੀਡੀਆ ਉਹਨੇ ਇੰਨਾ ਉਛਾਲੀ ਜਾਂਦਾ ਕਿ ਦੇਖੋ ਜੀ ਮਤਲਬ ਉਹਨਾਂ ਦਾ ਕਹਿਣ ਦਾ, ਉਹਨਾਂ ਦਾ ਸਾਬਤ ਕਰਨ ਦਾ ਮਤਲਬ ਇਹ ਹੈ ਕਿ ਦੇਖੋ ਜੀ ਮਤਲਬ ਵੀ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਮਤਲਬ ਵੀ ਵਿਤਕਰਾ ਹੁੰਦਾ ਹੈ। ਇੱਕ ਪਾਸੇ ਕਹਿੰਦੇ ਵੀ ਚਾਰੇ ਦਰਵਾਜ਼ੇ ਖੁੱਲੇ ਆ, ਜੋ ਮਰਜੀ ਜਿਹੜੇ ਮਰਜੀ ਧਰਮ ਦਾ ਬੰਦਾ ਜਦੋਂ ਮਰਜੀ ਆ ਜਾਏ, ਜਿਹੜੀ ਮਰਜੀ ਉਮਰ ਦਾ ਆ ਜੇ। ਤੇ ਇੱਕ ਪਾਸੇ ਦੇਖੋ ਜੀ ਮਤਲਬ ਇਹਨੂੰ ਰੋਕਿਆ ਜਾ ਰਿਹਾ ਹੈ। ਨਹੀਂ, ਉਹ ਰੋਕਣ ਵਾਲੀ ਗੱਲ ਨਹੀਂ ਸੀ। ਮਤਲਬ ਅਸਲ ਦੇ ਵਿੱਚ ਉੱਥੇ ਸੇਵਾਦਾਰ ਵੀ ਠੀਕ ਸੀ, ਮਤਲਬ ਵੀ ਜਿਹਨੇ ਉਹਨੇ ਆਪਦੀ ਡਿਊਟੀ ਕਰਨੀ ਵਿਚਾਰੇ ਨੇ, ਕਿਉਂਕਿ ਪ੍ਰਬੰਧਕ ਕਮੇਟੀ ਨੇ ਤਾਂ ਮਤਲਬ ਆਪਦੀ ਡਿਊਟੀ ਕਰਨੀ ਹੈ। ਉਹਨਾਂ ਤਾਂ ਮਤਲਬ ਜਿਹੜੀ ਗੱਲ ਉਹਨਾਂ ਦੇ ਮਰਜ਼ਾਦਾ ਦੇ ਉਲਟ ਲੱਗਦੀ ਹੈ ਉਸ ਨੂੰ ਰੋਕਣਾ ਹੈ, ਟੋਕਣਾ ਹੈ, ਠੀਕ ਹੈ, ਸਮਝਾਉਣਾ ਹੈ, ਮਰਜ਼ਾਦਾ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਪਰ ਜਿਹੜਾ ਇਸ ਨੂੰ ਉਛਾਲਿਆ ਗਿਆ ਨਾ ਇਸ ਤਰੀਕੇ ਨਾਲ ਮਤਲਬ ਬਦਨਾਮ ਕਰਨ ਦੀ ਖਾਤਰ, ਮਤਲਬ ਵੀ ਸਿੱਖ ਧਰਮ ਨੂੰ ਜਾਂ ਮਤਲਬ ਵੀ ਗੁਰਦੁਆਰੇ ਨੂੰ ਜਾਂ ਗੁਰਦੁਆਰੇ ਦੀ ਮਰਜ਼ਾਦਾ ਨੂੰ, ਵੀ ਦੇਖੋ ਜੀ ਇੱਕ ਬੱਚੀ ਨੂੰ ਰੋਕਿਆ ਗਿਆ। ਉਹ ਬੱਚੀ ਨੂੰ ਰੋਕਿਆ ਨਹੀਂ ਗਿਆ, ਸਿਰਫ ਉਹਨੇ ਇਹ ਕਿਹਾ ਵੀ ਠੀਕ ਹੈ ਮਰਜ਼ਾਦਾ ਹੁੰਦੀ ਹੈ। ਮਤਲਬ ਅੱਜ ਮਤਲਬ ਇੱਕ ਹੋਰ ਹੀ ਮੈਂ ਕੋਈ ਪ੍ਰੋਗਰਾਮ ਸੁਣ ਰਿਹਾ ਸੀ, ਉਹ ਹੋਸਟ ਨੂੰ ਕਾਲਰ ਕੋਈ ਕਹਿ ਰਿਹਾ ਸੀ ਵੀ ਜੇ ਲੱਤਾਂ ਨੰਗੀਆਂ ਹੁੰਦੀਆਂ ਤੁਸੀਂ ਕਹਿੰਦੇ ਵੀ ਮਤਲਬ ਵੀ ਸਕਲਟ ਪਾਈ ਨਾਲ ਲੱਤਾਂ ਨੰਗੀਆਂ ਸੀ ਨਾ। ਉਹ ਐਡਾ ਬੇਹੁਦਾ ਬੋਲ ਰਿਹਾ ਬੰਦਾ, ਕਹਿੰਦਾ ਜਦੋਂ ਕਛਹਿਰਾ ਪਾਇਆ ਹੁੰਦਾ ਸਿੱਖਾਂ ਦਾ ਉਹ ਵੀ ਲੱਤਾਂ ਨੰਗੀਆਂ ਹੁੰਦੀਆਂ, ਮੇਰਾ ਦੁਰ ਫਿੱਟੇ ਹੋਏ। ਇਹਦੇ ਮਤਲਬ ਸਵਾਲ ਕਰਨ ਦੀ ਕਿੱਧਰ ਕਛਹਿਰੇ ਦੀ ਗੱਲ। ਕਛਹਿਰਾ ਇੱਕ ਯੂਨੀਫਾਰਮ ਹੈ, ਪੂਰੀ ਯੂਨੀਫਾਰਮ ਹੈ, ਫੁੱਲ ਯੂਨੀਫਾਰਮ ਹੈ, ਰਾਈਟ, ਜਿਹੜੀ ਕਿ ਮਤਲਬ ਮਰਦਾਂ ਦੇ ਪਾਈ ਜਾਂਦੀ ਹੈ ਹਨਾ। ਬੀਬੀਆਂ ਜਿਹੜੀਆਂ ਹੈਗੀਆਂ ਉੱਤੋਂ ਦੀ ਮਤਲਬ ਵੀ ਪਾ ਕੇ ਆਪਣਾ ਕਛਹਿਰਾ ਪਾ ਕੇ ਮਤਲਬ ਸਲਵਾਰ ਪਾ ਲੈਂਦੀਆਂ, ਠੀਕ ਹੈ ਨਾ। ਮਤਲਬ ਵੀ ਕਛਹਿਰਾ ਇੱਕ ਫੁੱਲ ਡਰੈਸ ਹੈ ਸਿੱਖੀ ਦੀ, ਜੇ ਉਹ ਕਛਹਿਰੇ ਪਾਉਂਦੇ ਗੋਡਿਆਂ ਤੱਕ। ਤੇ ਉਹ ਗੱਲ ਕਹਿ ਰਹੇ ਸੀ ਕੋਈ ਨਿੱਕਰ ਦੀ, ਵੀ ਨਿੱਕਰ ਤੇ ਕਛਹਿਰੇ 'ਚ ਕੀ ਫਰਕ ਹੈ। ਮੈਂ ਕਿਹਾ ਯਾਰ ਜਿਹੜੇ ਇਹੋ ਜਿਹੇ ਬੰਦੇ ਨਾਲ ਜਿੱਦਣ ਦੀ ਕੀ ਲੋੜ ਹੈ। ਮੈਂ ਹੋਸਟ ਨੂੰ ਕਾਲ ਕਰਨ ਲੱਗਿਆ ਸੀ, ਮੈਂ ਕਿਹਾ ਯਾਰ ਤੇਰਾ ਵੀ ਦਿਮਾਗ ਖਰਾਬ ਲੱਗਦਾ, ਤੂੰ ਇਹਦਾ ਕਿਉਂ ਜਿੱਦੀ ਜਾਂਦਾ, ਜਿਹਨੂੰ ਐ ਨਹੀਂ ਪਤਾ ਵੀ ਨਿੱਕਰ ਕੀ ਹੁੰਦੀ ਹੈ ਤੇ ਕਛਹਿਰਾ ਕੀ ਹੁੰਦਾ ਹੈ ਨਾ। ਪਹਿਲਾਂ ਇਹਨੂੰ ਕਹੇ ਭਾਈ ਕਿਤੋਂ ਮਾੜੀ ਮੋਟੀ ਨੌਲੇਜ ਲੈ ਕੇ ਆ, ਕਿਸੇ ਸਿਆਣੇ ਤੋਂ ਗੱਲ ਸਿੱਖ ਕੇ ਆ, ਪਤਾ ਕਰਕੇ ਆ ਵੀ ਨਿੱਕਰ ਦਾ ਤੇ ਮਤਲਬ ਵੀ ਆਪਣਾ ਕਛਹਿਰੇ ਦਾ ਕੀ ਫਰਕ ਹੈ। ਪੁਲਿਸ ਵਾਲਿਆਂ ਦੀ ਵੀ ਗੋਡਿਆਂ ਤੱਕ ਨਿੱਕਰ ਪਾਈ ਹੁੰਦੀ ਹੈ, ਠੀਕ ਹੈ ਨਾ। ਪੁਲਿਸ ਪਹਿਲਾਂ ਪੁਰਾਣੇ ਹੁੰਦੇ ਸੀ, ਹੁਣ ਤਾਂ ਮੈਂ ਘੱਟ ਦੇਖਿਆ, ਗਰਮੀਆਂ 'ਚ ਪਾਉਂਦੇ ਹੁੰਦੇ ਸ਼ਾਇਦ, ਗਰਮੀਆਂ 'ਚ ਪਤਾ ਕਦੇ ਗਏ ਨਹੀਂ। ਪਹਿਲਾਂ ਮੇਰੇ ਯਾਦ ਹੈ ਪਹਿਲਾਂ ਪੁਲਿਸ ਵਾਲੇ ਦੇ ਸਿਪਾਹੀਆਂ ਦੇ ਨਾ ਗੋਡਿਆਂ ਤੱਕ ਨਿੱਕਰ ਪਾਈ ਹੁੰਦੀ ਸੀ ਤੇ ਉੱਤੋਂ ਦੀ ਬੈਲਟ ਬੰਨੀ ਹੁੰਦੀ ਸੀ, ਤੇ ਉਹ ਮਤਲਬ ਉਹਨਾਂ ਦੀ ਯੂਨੀਫਾਰਮ ਸੀ। ਪਰ ਕਛਹਿਰਾ ਮਤਲਬ ਵੀ ਸਿੱਖੀ ਦੀ ਅੱਡ ਸ਼ਾਨ ਹੈ, ਵੱਖਰੀ ਗੱਲ ਹੈ ਇਹ। ਤੇ ਉਹ ਮਤਲਬ ਵੀ ਹੁਣ ਇੱਥੇ ਵੇਖਦੇ ਆ, ਮਤਲਬ ਹੁਣ ਕਹਿ ਰਹੇ ਸੀ ਵੀ ਦੇਖੋ ਜਦੋਂ ਅਸੀਂ ਗੁਰੂ ਘਰ ਜਾਣਾ ਸਾਦੇ ਲਿਬਾਸ 'ਚ ਜਾਓ, ਸਾਦੇ ਹੋ ਕੇ ਜਾਓ, ਬਹੁਤੀ ਮਤਲਬ ਵੀ ਹਾਰ ਸ਼ਿੰਗਾਰ ਕਰਨ ਦੀ ਲੋੜ ਨਹੀਂ, ਬਹੁਤੀਆਂ ਮਤਲਬ ਇਹੋ ਜਿਹਾ ਕਰਨ ਦੀ ਲੋੜ ਨਹੀਂ। ਜਿੰਨਾ ਸਾਦਾ ਹੋ ਕੇ ਜਾਓਗੇ ਉਨੀਆਂ ਤੁਸੀਂ ਜ਼ਿਆਦਾ ਖੁਸ਼ੀਆਂ ਪ੍ਰਾਪਤ ਕਰੋਗੇ। ਤੇ ਜਿਹੜਾ ਮਤਲਬ ਵੀ ਜ਼ਿਆਦਾ ਮਤਲਬ ਵੀ ਕਰਕੇ ਜਾਣਾ, ਮਤਲਬ ਵੀ ਆਪਣਾ ਭੜਕੀਲਾ ਪਹਿਰਾਵਾ ਪਾ ਕੇ ਜਾਣਾ, ਉਹ ਪਾ ਕੇ ਨਹੀਂ ਜਾਣਾ ਚਾਹੀਦਾ। ਅਸੀਂ ਸਾਰੇ ਕਹਿੰਦੇ ਆ, ਇਹ ਆਮ ਬੰਦੇ ਨੂੰ ਵੀ ਪਤਾ, ਅਣਜਾਣ ਤੋਂ ਅਣਜਾਣ ਬੰਦੇ ਨੂੰ ਵੀ ਪਤਾ ਵੀ ਮਤਲਬ ਵੀ ਕੋਈ ਵੀ ਧਾਰਮਿਕ ਸਥਾਨ ਹੈ, ਚਾਹੇ ਮੰਦਿਰ ਹੈ, ਚਾਹੇ ਮਤਲਬ ਵੀ ਉਹ ਆਪਣਾ
ਗੁਰਦੁਆਰਾ, ਉੱਥੇ ਮਤਲਬ ਵੀ ਇੰਨਾ ਭੜਕੀਲਾ ਮਤਲਬ ਵੀ ਪਹਿਰਾਵਾ ਪਾ ਕੇ ਜਾਣਾ ਤਾਂ ਤੁਸੀਂ ਸ਼ਰਧਾ ਨਾਲ ਝੁਕ ਕੇ ਨੀਵੇਂ ਹੋ ਕੇ ਸਿਰ ਝੁਕਾਉਣ ਜਾਣਾ, ਤੇ ਫਿਰ ਉੱਥੇ ਮਤਲਬ ਇਹ ਜੀ ਮਤਲਬ ਵੀ ਸ਼ੋਸ਼ੇਬਾਜ਼ੀ ਦਾ ਕੀ ਮਤਲਬ। ਸੋ ਉਹ ਨਾ ਮਤਲਬ ਬੜੇ ਹੀ ਕਈ ਦਿਨਾਂ ਦਾ ਜਦੋਂ ਦੀ ਮੈਂ ਖਬਰ ਸੁਣੀ ਹੈ ਵੀ ਜੇ ਨਿੱਕੀ ਜੀ ਗੱਲ ਸੀ ਤੇ ਇਹਨਾਂ ਨੇ ਉਸ ਤੇ ਕਿੱਡੀ ਭਾਰੀ ਸਿਆਸਤ ਕਰਨ ਦੀ ਗੱਲ ਕੀਤੀ। ਇਹਨਾਂ ਵਿੱਚ ਬੀਬੀ ਨੂੰ ਕਹਿਤਾ ਵੀ ਭਾਈ ਬੀਬੀ ਤੂੰ ਆਪਦਾ ਪਹਿਰਾਵਾ ਠੀਕ ਕਰਿਆ, ਉਦੋਂ ਜੀ ਉਹਨੇ ਠੀਕ ਕਰਿਆ ਜੀ, ਠੀਕ ਹੈ। ਉਹ ਵਿੱਚ ਜੀ ਉਹਦੇ ਤਿਰੰਗਾ ਸੀ, ਉਹ ਕਹਿੰਦੇ ਮੈਂ ਤਾਂ ਤਿਰੰਗੇ ਦੀ ਗੱਲ ਹੀ ਨਹੀਂ ਕੀਤੀ, ਮੈਂ ਤਾਂ ਕੋਈ ਇਹਦੇ ਮੂੰਹ ਤੇ ਟੈਟੂ ਜਿਹਾ ਬਣਾਇਆ ਸੀ, ਮਤਲਬ ਵੀ ਜਾਂ ਰੰਗ ਲਾਇਆ ਸੀ, ਤੇ ਨਾ ਹੀ ਉਹ ਤਿਰੰਗਾ ਲੱਗਦਾ ਨਾ ਤਿਰੰਗੇ ਦਾ ਤਾਂ ਗੱਲ ਹੋ ਸਕਦਾ। ਮਾਨ ਸਾਹਿਬ ਨੇੜੇ ਆਪਣੇ ਵਾਘਾ ਬਾਰਡਰ ਆ, ਉੱਥੇ ਲਾ ਲੈਂਦੇ ਆ, ਉੱਥੇ ਉਹ ਟੈਟੂ ਜਿਹਾ ਛਾਪ ਦਿੰਦੇ ਆ ਲੋਕਾਂ ਦੇ ਗੱਲਾਂ ਤੇ, ਤੇ ਉਹ ਹੋ ਸਕਦਾ ਉਹ ਕਈ ਵਾਰੀ ਚੀਜ਼ ਕੋਈ ਛੇਤੀ ਨਹੀਂ ਵੀ ਲੈਂਦੀ, ਪਰ ਉਹ ਇਹਨਾਂ ਮੀਡੀਆ ਦੇ ਵਿੱਚ ਨਾ ਐਡਾ ਵੱਡਾ ਇਸ਼ੂ ਬਣਾਉਣ ਦੀ ਲੋੜ ਨਹੀਂ ਸੀ ਉਸਨੂੰ, ਤੇ ਉਹ ਬਸ ਇੱਥੋਂ ਹੀ ਸਮੈਲ ਆਉਂਦੀ ਸੀ ਮਤਲਬ ਵੀ ਮੀਡੀਆ ਦੀਆਂ ਖਬਰਾਂ ਤੋਂ ਕਿ ਉਹ ਇਸ ਨੂੰ ਇੱਕ ਵਿਤਕਰਾ ਬਣਾਉਣਾ ਚਾਹੁੰਦੇ ਆ ਵੀ ਗੁਰਦੁਆਰੇ ਦੇ ਵਿੱਚ ਕਿਸੇ ਨੂੰ ਰੋਕਿਆ ਗਿਆ, ਪਰ ਇਸੇ ਗੱਲ ਨਹੀਂ ਸੀ ਰੋਕਣ ਵਾਲੀ। ਤੇ ਚਲੋ ਬਾਕੀ ਤਾਂ ਸਾਰੇ ਕਾਲਰਾਂ ਨੂੰ ਪਤਾ ਹੀ ਆ, ਆਪਣਾ ਕਾਲਰ ਹੈਗਾ, ਸਾਰੇ ਆਪਣੇ ਸਰੋਤਿਆਂ ਨੂੰ ਪਤਾ ਹੀ ਹੈ, ਜਿਨ੍ਹਾਂ ਨੇ ਮਤਲਬ ਵੀਡੀਓ ਵੀ ਦੇਖੀ ਹੈ, ਆਪਣਾ ਨਿਊਜ਼ ਵੀ ਪੜ੍ਹੀ ਹੈ ਸਾਰੀ। ਤੇ ਮਤਲਬ ਇਹ ਗੱਲ ਆ ਕਿ ਦੋਨੇ ਠੀਕ ਸੀ, ਆਪਦੀ ਥਾਂ ਦੋਨੇ ਠੀਕ ਸੀ, ਇਹ ਹੋਇਆ ਕਹਿਣ ਦਾ ਮਤਲਬ ਨਹੀਂ। ਸੇਵਾਦਾਰ ਤਾਂ ਉਹਦੀ ਥਾਂ ਤੇ ਠੀਕ ਸੀਗਾ, ਉਹਨੇ ਤਾਂ ਮਤਲਬ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ, ਉਹਨੇ ਤਾਂ ਮਤਲਬ ਇਹੀ ਕਿਹਾ ਵੀ ਪਹਿਰਾਵਾ ਠੀਕ ਕਰੋ। ਤੇ ਉਹ ਲੜਕੀ ਨੂੰ ਚੱਲ ਛੋਟੀ ਉਮਰ ਦੀ ਸੀ, ਉਹਨੂੰ ਨਹੀਂ ਸੀ ਸਮਝ। ਕਈ ਵਾਰ ਮਤਲਬ ਜਿਹੜੇ ਸ਼ਰਧਾਲੂ ਹੁੰਦੇ ਨਾ, ਉਹਨਾਂ ਨੂੰ ਕਿਸੇ ਗੁਰੂ ਸਥਾਨ ਦੀ ਮਰਿਆਦਾ ਪਤਾ ਨਹੀਂ ਹੁੰਦਾ। ਪਰ ਮੈਂ ਇੱਕ ਖਬਰ ਹੋਰ ਪੜ੍ਹ ਰਿਹਾ ਸੀ, ਉਹ ਕੁੜੀ ਨੇ ਐਸਾ ਕੰਮ ਮਸਜਿਦ ਦੇ ਵਿੱਚ ਵੀ ਕੀਤਾ ਕੁਝ, ਉੱਥੋਂ ਵੀ ਉਸਨੂੰ ਮਤਲਬ ਉਹਨਾਂ ਨੇ ਮਸਜਿਦ ਵਾਲਿਆਂ ਨੂੰ ਵੀ ਝੜਾਂ ਪਾਈਆਂ। ਇਹ ਮੈਂ ਨਿਊਜ਼ ਦੇ ਵਿੱਚ ਪੜ੍ਹ ਰਿਹਾ ਸੀ ਵੀ ਉੱਥੇ ਕਿਸੇ ਮਸਜਿਦ 'ਚ ਚਲੀ ਗਈ, ਮਸਜਿਦ ਦੇ ਵਿੱਚ ਨਾ, ਤੇ ਉੱਥੇ ਵੀ ਮਤਲਬ ਉੱਥੇ ਵੀ ਇਹ ਸਵਾਲ ਉਹਦੇ ਪਹਿਰਾਵੇ ਤੇ ਖੜਾ ਹੋਇਆ ਸੀ। ਤੇ ਪਰ ਜੇ ਫਿਰ ਇਹ ਗੱਲ ਹੈਗੀ, ਹੋ ਸਕਦਾ ਫਿਰ ਮਤਲਬ ਇੰਟੈਂਸ਼ਨਲੀ ਮਤਲਬ ਇਹ ਹੋਏਗਾ, ਮਤਲਬ ਵੀ ਇਹ ਇਸ਼ੂ ਬਣਾਉਣਾ ਹੀ ਬਣਾਉਣਾ, ਫਿਰ ਇਹ ਉਦੋਂ ਵੀ ਮਾੜੀ ਗੱਲ ਹੈ। ਜੇ ਜਾਣ ਬੁੱਝ ਕੇ ਕੋਈ ਆਪਦਾ ਪਹਿਰਾਵਾ ਮਤਲਬ ਵੀ ਐਸੇ ਗੈਰ ਕੁਦਰਤੀ ਢੰਗ ਨਾਲ ਪਾ ਕੇ ਗੁਰਸਥਾਨ ਤੇ ਜਾਂਦਾ ਹੈ, ਤੇ ਉਦੋਂ ਵੀ ਮਾੜਾ, ਉਦੋਂ ਵੀ ਬਹੁਤ ਬੁਰੀ ਗੱਲ ਹੈ। ਜੀ ਕਾਲਰ 597 ਨੰਬਰ ਪਿੱਛੇ ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਗੱਲ ਤਾਂ ਕੋਈ ਏਡੀ ਹੈ ਨਹੀਂ ਸੀ, ਬਟ ਉਹ ਜਿਹੜਾ ਨਵਾਂ ਇਸ਼ੂ ਇਹੀ ਕ੍ਰੀਏਟ ਹੋਇਆ, ਕਹਿੰਦਾ ਇਹ ਪੰਜਾਬ ਹੀ ਹੈ ਨਹੀਂ, ਸੌਰੀ ਇਹ ਇੰਡੀਆ ਹੀ ਹੈ ਨਹੀਂ, ਇਹ ਪੰਜਾਬ ਆ। ਉਹ ਕਦੇ ਕਿਹਾ ਉਹਨੇ? ਉਹ ਤਾਂ ਬੰਦਾ ਕਹਿ ਸਕਦਾ ਵੀ ਬੀਬੀ ਦੇਖੋ ਸਾਡੇ ਮਰਿਆਦਾ ਆ ਵੀ ਤੁਸੀਂ ਆਪਣਾ ਮੂੰਹ ਧੋ ਕੇ ਆਓ ਜਾਂ ਆਪਣਾ ਪਹਿਰਾਵਾ ਚੇਂਜ ਕਰਕੇ ਆਓ, ਵੀ ਸਾਨੂੰ ਮਾਫੀ ਦਿਓ ਵੀ ਸਾਡੀ ਕਮੇਟੀ ਇਹ ਅਲਾਓ ਨਹੀਂ ਕਰਦੀ, ਚਲੋ ਤੁਸੀਂ ਪੰਜਾਬ ਤੋਂ ਨਹੀਂ ਹੈਗੇ, ਵੀ ਹਮਾਰੇ ਯਹਾਂ ਐਸਾ ਚਲਤਾ ਹੈ ਜੋ ਵੀ ਹੈ ਨਾ। ਉਹ ਹੁਣ ਉਹ ਗੱਲ ਤੇ ਕੋਈ ਆ ਨਹੀਂ ਰਿਹਾ ਵੀ ਉਹਨੇ ਇਹ ਕਿਉਂ ਕਿਹਾ ਵੀ ਇਹ ਪੰਜਾਬ ਆ, ਇਹ ਇੰਡੀਆ ਹੀ ਹੈ ਨਹੀਂ। ਇਹ ਕਿਹਾ ਉਹਨੇ? ਇਹ ਕਿਹਾ। ਅੱਛਾ। ਉਹੀ ਤਾਂ ਮੈਂ ਗੱਲ, ਮੁੰਡਾ ਕੱਲ ਵੀ ਉਹੀ ਕਹੀ ਜਾਵੇ, ਉਹ ਗੱਲ ਤੇ ਤਾਂ ਕੋਈ ਇੰਡੀਆ ਪੰਜਾਬ ਵਾਲੀ ਤਾਂ ਗਲਤ ਹੀ ਨਹੀਂ ਕੋਈ ਆ ਰਿਹਾ। ਉਹ ਪਹਿਰਾਵਾ ਹੋ ਸਕਦਾ ਗਲਤ ਆ, ਬਿਲਕੁਲ ਬਿਲਕੁਲ, ਚਲੋ ਝੰਡਾ ਹੋ ਸਕਦਾ ਗਲਤ ਆ, ਵੀ ਅਗਲਾ ਕਹਿ ਸਕਦਾ ਸੇਵਾਦਾਰ ਵੀ ਦੇਖੋ ਵੀ ਬੇਟਾ ਵੀ ਆਪਣਾ ਤੁਸੀਂ ਮੂੰਹ ਧੋ ਕੇ ਆ ਜਾਓ, ਬੇਟਾ ਤੁਸੀਂ ਆਪਣਾ ਪਹਿਰਾਵਾ ਚੇਂਜ ਕਰਕੇ। ਇਹ ਗੱਲ ਦਾ ਉੱਥੇ ਵਾਕਈ ਮਾਨ ਸਾਹਿਬ ਜਿਹੜਾ ਨਾ, ਜਿਹੜੀ ਰਿਸਪੈਕਟ ਆ, ਜਿਹੜੇ ਜਿੰਨੇ ਵੀ ਸੇਵਾਦਾਰ ਆ, ਦੇਖੋ ਉੱਥੇ ਜਿਹੜੀ ਰਿਸਪੈਕਟ ਦੀ ਬਹੁਤ ਕਮੀ ਹੈ ਇੱਕ ਦੂਸਰੇ ਨੂੰ ਬੋਲਣ ਦੇ ਵਿੱਚ। ਜਿੰਨੇ ਵੀ ਸੇਵਾਦਾਰ ਉਹ ਬਹੁਤ ਕੱਬਾ ਬੋਲਦੇ ਆ, ਏਦਾਂ ਸੰਗਤ ਆਉਂਦੀ ਆ, ਨਿਮਰਤਾ ਵਾਲੀ ਗੱਲ ਨਹੀਂ ਰੱਖਦੇਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਭਾਵੇਂ ਆਪਾਂ ਜਿਵੇਂ ਮਰਜ਼ੀ ਇਸ ਗੱਲ ਨੂੰ ਕਹਿ ਲਈਏ, ਤੇ ਪਰ ਇਹ ਆਪਾਂ ਫੀਲ ਵੀ ਕਰਦੇ ਆ ਉੱਥੇ ਜਾ ਕੇ, ਜਿਹੜੇ ਸੇਵਾਦਾਰ ਆ ਉਹਨਾਂ ਦੀ ਜਿਹੜੀ ਬੋਲੀ ਆ ਉਹ ਬਹੁਤ ਰੁੱਖੀ ਆ। ਮੈਂ ਵੀ ਦੇਖਿਆ ਰੁੱਖੀ ਹੈ। ਕਈ ਡੇਰਿਆਂ 'ਚ ਵੀ, ਗੁਰਦੁਆਰਿਆਂ 'ਚ ਵੀ ਜਦੋਂ ਜਾਂਦੇ ਨਾ, ਤੇ ਲੰਗਰ ਦੇ ਵਿੱਚ ਜਦੋਂ ਲੰਗਰ ਵਰਤਾਉਂਦੇ ਆ, ਕੇਰਾਂ ਫਤਿਹ ਆਪਣਾ ਕਿਹੜਾ ਗੁਰਦੁਆਰਾ ਸੀ ਮੈਨੂੰ ਯਾਦ ਨਹੀਂ, ਉੱਥੇ ਮਤਲਬ ਉਹ ਭਾਂਡੇ ਨਾ ਚਲਾ ਕੇ ਮਾਰੇ, ਜਿਵੇਂ ਮਤਲਬ ਜੇ ਕਿਸੇ ਮਤਲਬ ਵੀ ਲੰਗਰ ਛਕਣ ਵਾਲੇ ਨੇ ਮਾੜਾ ਮੋਟਾ ਹੱਥ ਲੱਗ ਗਿਆ, ਪਤਾ ਨਹੀਂ ਭਾਂਡੇ ਨੂੰ ਕੀ ਹੋ ਜਾਊਗਾ। ਉਹ ਜੇ ਨਾ ਦੂਰੋਂ ਮਤਲਬ 2-3 ਫੁੱਟ ਤੋਂ ਚਲਾ ਕੇ ਮਾਰੇ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਥੋੜਾ ਜਿਹਾ ਨਾਲੇ ਖੜਕਾ ਕਰਦਾ, ਨਾਲੇ ਭਾਂਡੇ ਦਾ ਨੁਕਸਾਨ ਹੁੰਦਾ ਹੈ, ਨਾਲੇ ਮੈਂ ਕਿਹਾ ਵੀ ਜਿਹੜਾ ਲੰਗਰ ਛਕਣ ਵਾਲਾ ਉਹਦੇ ਮਨ ਤੇ ਸੱਟ ਵੱਜਦੀ ਹੈ ਵੀ ਤੂੰ ਐਂ ਚਲਾ ਕੇ ਮਾਰਦਾ ਹਨਾ, ਤੇ ਮਤਲਬ ਵੀ ਪਾਗਲਾਂ ਨੂੰ। ਉਹ ਔਖਾ ਜਿਹਾ ਤਾਂ ਮੇਰੇ ਕੋਲ ਨਹੀਂ ਝਾਕਿਆ ਬੋਲਣ, ਕਈ ਸਾਲਾਂ ਦੀ ਗੱਲ ਹੈ। ਤੇ ਹੁਣ ਜਿਹੜੀ ਆ ਗੱਲ ਹੈ ਵੀ ਮਤਲਬ ਇਹ ਇੰਡੀਆ ਨਹੀਂ ਪੰਜਾਬ ਹੈ, ਤੇ ਦੂਜੇ ਇੰਡੀਆ ਦੇ ਵਿੱਚ ਹੋਰ ਗੁਰਦੁਆਰੇ ਇਹ ਨਹੀਂ, ਪਟਨਾ ਸਾਹਿਬ ਹੈਗਾ ਹੈ, ਮਤਲਬ ਆਪਣੇ ਆਪਣਾ ਕਿੰਨੇ ਹੀ ਗੁਰਦੁਆਰੇ ਆ, ਥਾਂ ਦੀ ਗੁਰਦੁਆਰੇ ਮਤਲਬ ਇੰਡੀਆ ਵਿੱਚ। ਜੇ ਉਹ ਬੰਦਾ ਇਹ ਕਹਿੰਦਾ ਵੀ ਇਹ ਭਾਈ ਇੰਡੀਆ ਨਹੀਂ, ਇਹ ਪੰਜਾਬ ਹੈ, ਕੀ ਗੱਲ ਪੰਜਾਬ ਦੇ ਵਿੱਚ ਮਰਿਆਦਾ ਵੱਖਰੀ ਆ ਇੰਡੀਆ ਨਾਲੋਂ? ਵੀ ਦੂਜੇ ਇੰਡੀਆ ਦੇ ਵਿੱਚ ਜਿਹੜੇ ਗੁਰਦੁਆਰੇ ਉਹਨਾਂ ਦੀ ਮਰਿਆਦਾ ਵੱਖਰੀ ਆ, ਤੇ ਪੰਜਾਬ ਦੀ ਵੱਖਰੀ ਆ। ਜੇ ਤਾਂ ਵੱਖਰੀ ਆ ਫਿਰ ਤਾਂ ਕਹਿੰਦਾ ਚੰਗਾ ਲੱਗਦਾ। ਤੇ ਜਿਹੜੇ ਮਤਲਬ ਵੀ ਆਪਣਾ
ਆਪਣਾ ਪਟਨਾ ਸਾਹਿਬ ਜਾਣ ਵਾਲੇ ਆ, ਜਾਂ ਮਤਲਬ ਵੀ ਆਪਣਾ ਹਜੂਰ ਸਾਹਿਬ ਜਾਣ ਵਾਲੇ ਆ, ਜਾਂ ਹੋਰ ਵੀ ਮਤਲਬ ਕਿੰਨੇ ਦਿੱਲੀ ਦੇ ਵਿੱਚ ਕਿੰਨੇ ਗੁਰਦੁਆਰੇ ਆ, ਰਾਈਟ। ਉਹ ਗੁਰਦੁਆਰਿਆਂ ਦੀ ਉਹ ਤਾਂ ਇਸ਼ਾਰਾ ਕਰ ਰਿਹਾ ਸੀ ਜੀ, ਉਹ ਕਹਿੰਦਾ ਵੀ ਨਹੀਂ ਭਾਈ ਇਹ ਇੰਡੀਆ ਨਹੀਂ, ਇਹ ਪੰਜਾਬ ਹੈ। ਇਹਦਾ ਮਤਲਬ ਪੰਜਾਬ ਦੇ ਗੁਰਦੁਆਰਿਆਂ ਦੀ ਜਿਹੜੀ ਮਰਜ਼ਾਦਾ ਹੋਰ ਹੈ ਤੇ ਹਿੰਦੁਸਤਾਨ ਦੇ ਵਿੱਚ ਬਾਕੀ ਗੁਰਦੁਆਰਿਆਂ ਦੀ ਮਰਜ਼ਾਦਾ ਹੋਰ ਹੈ। ਜੇ ਮਰਜ਼ਾਦਾ ਹੋਰ ਸੀ ਤਾਂ ਉਹਦੀ ਗੱਲ ਜਾਇਜ਼ ਹੈ, ਕਹਿ ਸਕਦਾ ਉਹ, ਪਰ ਜਦੋਂ ਉਹਨੂੰ ਪਤਾ ਵੀ ਸਾਰੇ ਗੁਰਦੁਆਰਿਆਂ ਦੀ ਮਰਜ਼ਾਦਾ ਇੱਕ ਹੈ ਤੇ ਫਿਰ ਤਾਂ ਮੇਰੇ ਖਿਆਲ ਵੀ ਉਹਨੇ ਕੋਈ ਬੜੀ ਸਿਆਣੀ ਗੱਲ ਨਹੀਂ ਕੀਤੀ, ਫਿਰ ਤਾਂ ਉਹ ਵਾਕਈ ਜਿਹੜਾ ਸੇਵਾਦਾਰ ਦਾ ਵੀ ਕਾਫੀ ਆਪਣਾ ਇਹਦੇ ਚ ਹੈਗਾ ਕਸੂਰ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ ਬਾਈ ਜੀ। ਇੱਕ ਛੋਟੀ ਜਿਹੀ ਗੱਲ ਹੋਰ ਕਰਨੀ ਸੀ ਭਾਜੀ, ਤੁਸੀਂ ਬਿਜ਼ੀ ਹੋ ਗਏ ਫਿਰ ਮੈਂ ਇੰਟਰਪਟ ਨਹੀਂ ਕੀਤਾ। ਕੋਈ ਨਹੀਂ ਜੀ, ਥੈਂਕ ਯੂ। ਹਾਂਜੀ ਦੱਸੋ ਜੀ। ਤੇ ਉਹ ਜਿਵੇਂ ਹੁਣ ਉਹ ਗੱਲ ਕਹਿ ਰਿਹਾ ਵੀ ਬਕਵਾਸ ਤੋਂ ਲੜਾਈ ਸ਼ੁਰੂ ਹੋ ਗਈ ਹੈ ਨਾ, ਵੀ ਉਹ ਝੜਪ ਹੋ ਗਈ, ਮੋਬਾਈਲ ਖੋਇਆ, ਉਹਨੇ ਕੁਛ ਵੀ ਕੀਤਾ, ਤੇ ਉਹ ਹੁਣ ਕਹਿ ਰਿਹਾ ਵੀ ਇਹ ਕਿਆ ਬਾਤ ਹੈ, ਇਹ ਇੰਡੀਆ ਨਹੀਂ ਹੈ, ਜਾਂ ਉਹ ਕਹਿੰਦਾ ਨਹੀਂ ਜੀ ਇਹ ਪੰਜਾਬ ਹੈ। ਤੇ ਉਦੋਂ ਬਾਅਦ ਦੇ ਵਿੱਚ ਕੁੜੀ ਬੋਲੀ ਵੀ ਇਹ ਕਿਆ ਬਕਵਾਸ ਹੈ ਨਾ। ਉਹ ਹੁਣ ਬਕਵਾਸ ਸ਼ਬਦ ਤਾਂ ਫਾਲਤੂ ਗੱਲਾਂ ਨੂੰ ਕਹਿੰਦੇ ਆ ਨਾ, ਤੇ ਉਹ ਫਾਲਤੂ ਗੱਲ ਹੀ ਸੀਗੀ। ਉਹ ਮੀਡੀਆ ਨੇ ਗੱਲ ਸਿਰਫ ਐਡੀ ਉਛਲਦੀ ਨਹੀਂ ਸੀ, ਹੁੰਦਾ ਹੀ ਆ ਸੇਵਾਦਾਰ ਰੋਕਦੇ ਆ, ਆਪਾਂ ਰੁਕ ਜਾਂਦੇ ਆ ਹੈਨਾ, ਆਪਾਂ ਰੁਕ ਜਾਂਦੇ ਆ ਵੀ ਉਹ ਵਲੰਟੀਅਰ ਆ, ਉਹਨਾਂ ਨੂੰ ਕੀ ਮਤਲਬ ਆ ਕਿਸੇ ਨਾਲ, ਉਹਦਾ ਕਿਹੜਾ ਕੋਈ ਪਰਸਨਲ ਰੰਜਿਸ਼ ਆ। ਉਹ ਗੱਲ ਮੀਡੀਆ ਨੇ ਚੱਕੀ ਹੀ ਇਸੇ ਕਰਕੇ ਆ, ਜਿਹੜਾ ਪੰਜਾਬ ਇੰਡੀਆ ਤੇ ਆ ਪਿੱਛੇ ਜੇ ਜੋ ਵੀ ਹੋਇਆ ਉਸ ਚੱਕਰਾਂ ਦੇ ਵਿੱਚ ਨਾ, ਲੋਕ ਤਾਂ ਫਿਰ ਮੀਡੀਆ ਨੇ ਤਾਂ ਫਿਰ ਮਾੜੀ ਲਾਉਣੀ ਹੁੰਦੀ ਹੈ। ਬਿਲਕੁਲ ਦੇਖੋ, ਬੰਦਿਆਂ ਨੂੰ ਵੀ ਸੇਵਾਦਾਰਾਂ ਨੂੰ ਵੀ ਥੋੜਾ ਚਾਹੀਦਾ ਵੀ ਹੱਥ ਜੋੜ ਕੇ ਕਹਦੇ ਭਾਈ ਆਪਣਾ ਮੂੰਹ ਧੋ ਕੇ ਆਓ ਜਾਂ ਪਹਿਰਾਵਾ ਠੀਕ ਕਰਕੇ ਆਓ, ਮਾਫੀ ਦਿਓ, ਸੌਰੀ, ਗੱਲ ਖਤਮ। ਹਾਂਜੀ, ਅਸਲ ਜੇ ਉਸਨੇ ਇਹ ਗੱਲ ਕਹੀ ਹੈ ਸੇਵਾਦਾਰ ਨੇ ਕਿ ਵੀ ਨਹੀਂ ਇਹ ਇੰਡੀਆ ਨਹੀਂ ਪੰਜਾਬ ਹੈ, ਤੇ ਕੁੜੀ ਦੇ ਮੂਹਰੋਂ ਕਿਹਾ ਵੀ ਕੀ ਬਕਵਾਸ ਹੈ, ਤੇ ਕੁੜੀ ਉੱਥੇ ਸਹੀ ਸੀ, ਤੇ ਉਹਨੇ ਗੱਲ ਹੀ ਮਤਲਬ ਐਸੀ ਕੀਤੀ ਜੋ ਕੁੜੀ ਨੂੰ ਕਹਿਣਾ ਪਿਆ ਵੀ ਇਹ ਕੀ ਬਕਵਾਸ ਹੈ, ਵੀ ਇੰਡੀਆ ਦੀ ਮਰਜ਼ਾਦਾ ਦੇ ਗੁਰਦੁਆਰੇ ਦੀ ਮਰਜ਼ਾਦਾ ਹੋਰ ਹੈ ਤੇ ਪੰਜਾਬ ਦੇ ਗੁਰਦੁਆਰੇ ਦੀ ਮਰਜ਼ਾਦਾ ਹੋਰ ਹੈ। ਉੱਥੇ ਤਾਂ ਕੁੜੀ ਠੀਕ ਸੀ 100% ਜੇ ਉਹਨੇ ਕਿਹਾ ਤਾਂ। ਬਿਲਕੁਲ। ਖੈਰ 204 235 51 ਦਾ ਸਟੂਡੀਓ ਦੇ ਫੋਨ ਨੰਬਰ ਨੇ, 2042355110, ਜੇਕਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਮਾਨ ਸਾਹਿਬ ਵੱਡੇ ਵੱਡੇ ਸ਼ੈਂਡਲਰ ਦੀ ਗੱਲ ਕੀਤੀ, ਆਪਣੇ ਗੁਰੂ ਘਰ ਸਿੱਖ ਸੁਸਾਇਟੀ ਆਫ ਮੈਨੀਟੋਬਾ ਬੜੇ ਵੱਡੇ ਝੂਮਰ ਲਾਏ, ਬੜੇ ਸੋਹਣੇ ਲੱਗਦੇ ਆ। ਦੇਖੇ ਮੈਂ ਗਿਆ ਨਹੀਂ ਹਜੇ। ਅੱਛਾ। ਹਾਂ, ਮਤਲਬ ਸ਼ਾਇਦ ਐਸੇ ਐਤਵਾਰ ਨੂੰ ਜਾਵਾਂ ਜਾਂ ਫਰਾਈਡੇ ਨੂੰ ਕਦੇ ਮੱਥਾ ਟੇਕਾਈਦਾ, ਤੇ ਪਰ ਮੈਂ ਵੇਖੇ ਨਹੀਂ। ਜਦੋਂ ਮੈਂ ਗਿਆ ਸੀ ਉਦੋਂ ਹਜੇ ਡੋਰ ਬੰਦ ਸੀ, ਉਦੋਂ ਕੰਸਟਰਕਸ਼ਨ ਚੱਲ ਰਹੀ ਸੀ ਅੰਦਰ। ਅੱਛਾ ਜੀ, ਹਾਂ ਠੀਕ ਹੈ ਜੀ। ਸੋ ਬਹੁਤ ਸੋਹਣੇ ਲੱਗਦੇ ਆ। ਸੋ ਇਸ ਦੇ ਨਾਲ ਹੀ ਦੋਸਤੋ ਮੈਂ ਤੁਹਾਨੂੰ ਔਰ ਬੁੱਧਵਾਰ ਦਾ ਅੱਜ ਦਾ ਪ੍ਰੋਗਰਾਮ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪਾਂਸਰ ਕੀਤਾ ਗਿਆ ਹੈ। ਰਾਜਮਾਨ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ, ਤੇ ਮਾਨ ਸਾਹਿਬ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਅਤੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਨ ਸਾਹਿਬ। ਅੱਜ ਗੱਲਬਾਤ ਆਪਾਂ ਇੰਸ਼ੋਰੈਂਸ ਉੱਤੇ ਵੀ ਕਰਨੀ ਆ ਥੋੜੀ ਜੀ। ਹਾਂਜੀ। ਔਰ ਉਹ ਰਹਿ ਜਾਂਦੀ ਆ, ਤੇ ਮੈਨੂੰ ਹਮੇਸ਼ਾ ਲੱਗਦਾ ਰਹਿੰਦਾ ਕਿ ਤੁਸੀਂ ਦੂਸਰੀਆਂ ਗੱਲਾਂ ਤੇ ਜ਼ਰੂਰ ਕਰ ਲੈਂਦੇ ਹੋ, ਤੇ ਪਰ ਮੈਂ ਪੁੱਛ ਲਵਾਂ ਤੁਹਾਨੂੰ ਕੋਈ ਇੰਸ਼ੋਰੈਂਸ ਦੀ ਜਿਹੜੀ ਹੈਗੀ ਆ ਉਹ ਵੀ ਮੈਸੇਜ ਜ਼ਰੂਰੀ ਹੁੰਦਾ ਤੇ ਸਾਡੇ ਨਾਲ ਸਾਂਝਾ ਕਰ ਲਿਆ ਕਰੋ। ਹਾਂਜੀ ਜ਼ਰੂਰ, ਤਰੀਕਾਂ ਦੇ ਹਿਸਾਬ ਦੇ ਨਾਲ। ਹਾਂਜੀ, ਜੇਕਰ ਕੋਈ ਤੁਹਾਨੂੰ ਕੋਈ ਸਵਾਲ ਹੁੰਦੇ ਆ ਤੇ ਉਹ ਸਵਾਲ ਜੇ ਸਾਰਿਆਂ ਨਾਲ ਹੀ ਸਾਂਝੇ ਹੋ ਜਾਣ ਤੇ ਇਕੱਠਾ ਫਾਇਦਾ ਹੋ ਜਾਂਦਾ। ਬਿਲਕੁਲ, ਹੈ ਨਾ। ਹਾਂਜੀ। ਸੋ ਇਸ ਤੋਂ ਬਿਨਾਂ ਹੋਰ ਕੀ ਗੱਲ ਕਰੀਏ? ਹੋਰ ਗੱਲ, ਤੁਸੀਂ ਇੱਕ ਦੂਜੀ ਬੜੀ ਦੁਖਦਾਈ ਖਬਰ ਆ ਰਹੀ ਹੈ 2-3 ਦਿਨ ਦੀ। ਹਾਂਜੀ। ਕਿ USA ਦੇ ਵਿੱਚ 11-12 ਥਾਂ ਦੇ ਉੱਤੇ ਗੋਲੀ ਚੱਲੀ ਹੈ, ਜ਼ਿਆਦਾਤਰ ਗੁਰਦੁਆਰਿਆਂ 'ਚ। ਹਾਂਜੀ। ਉਹਦੇ ਵਿੱਚ 17 ਬੰਦੇ ਫੜੇ ਗਏ ਆ। ਹਾਂਜੀ। ਬਹੁਤੇ ਆਪਣੇ ਪੰਜਾਬੀ ਹੈ। ਹਾਂਜੀ। ਤੇ ਉਹਨਾਂ ਦੇ ਵਿੱਚੋਂ ਕਈਆਂ ਦਾ ਜਿਹੜਾ ਤਾਲੁਕ ਹੈ, ਸੰਬੰਧ ਹੈ, ਉਹ ਪੰਜਾਬ ਦੇ ਗੈਂਗਸਟਰਾਂ ਨਾਲ ਹੈ। ਹਾਂਜੀ। ਤੇ ਕੁਝ ਕੁ ਬੰਦੇ ਉੱਥੇ ਪੰਜਾਬ ਦੇ ਵਿੱਚ ਵੀ ਚਾਹੀਦੇ ਸੀ, ਉਹਨਾਂ ਨੂੰ ਮਤਲਬ ਉਹਨਾਂ ਤੇ ਮੁਕੱਦਮੇ ਦਰਜ ਹੋਏ ਆ। ਮੈਂ ਇਹ ਸੋਚ ਰਿਹਾ ਸੀ ਵੀ ਜਿਹਨਾਂ ਤੇ ਮੁਕੱਦਮੇ ਦਰਜ ਹੁੰਦੇ ਆ ਜਾਂ ਮਤਲਬ ਉੱਥੇ ਉਹ ਕ੍ਰਾਈਮ ਕਰਕੇ ਆਉਂਦੇ ਆ, ਤੇ ਇੱਥੇ ਆ ਕੇ ਵੀ ਉਹ ਸੁਧਰਦੇ ਨਹੀਂ, ਇੱਥੇ ਆ ਕੇ ਵੀ AK-47 ਤੇ ਖਤਰਨਾਕ ਹਥਿਆਰ ਲਈ ਫਿਰਦੇ ਆ। ਵੀ ਪਹਿਲੀ ਗੱਲ ਤਾਂ ਉਹਨੂੰ ਹਿੰਦੁਸਤਾਨ ਨਿਕਲਦੇ ਕਿਹੜੇ ਤਰੀਕੇ ਨਾਲ, ਉਹ ਕਿਵੇਂ ਨਿਕਲਦੇ ਕਿਵੇਂ ਉਹ, ਵੀ ਇਹਦਾ ਮਤਲਬ ਕਿ ਜਿਹੜਾ ਪ੍ਰਸ਼ਾਸਨ ਆ ਉਹ ਭ੍ਰਿਸ਼ਟ ਹੈ, ਕਿ ਉਹ ਪੈਸੇ ਦੇ ਕੇ ਨਿਕਲਦੇ ਆ, ਜਾਂ ਕਿਸ ਤਰੀਕੇ ਨਾਲ ਉਹ ਬਾਹਰ ਆਉਂਦੇ ਆ, ਤੇ ਕਿਸ ਤਰੀਕੇ ਨਾਲ ਉਹ ਇੱਥੇ ਆ ਕੇ ਅਮਰੀਕਾ ਜਾਂ ਕੈਨੇਡਾ ਵਿੱਚ ਜਾ ਕੇ ਸ਼ਰਨ ਲੈਂਦੇ ਆ। ਤੇ ਕਈ ਸਵਾਲ ਹੈ ਮਤਲਬ ਇਹ, ਜਿਨ੍ਹਾਂ ਦਾ ਮਤਲਬ ਵੀ ਆਪਾਂ ਨੂੰ ਜਿਹੜਾ ਉੱਤਰ ਲੱਭਣਾ ਪਊਗਾ। ਹਾਂਜੀ। ਫਿਰ ਇੱਥੇ ਆ ਕੇ ਦੇਖੋ ਉਹਨਾਂ ਨੇ ਮਤਲਬ ਵੀ ਕਿੰਨੇ ਬੰਦੇ ਜ਼ਖਮੀ ਕੀਤੇ ਆ, ਤੇ ਮੇਰੇ ਖਿਆਲ ਮੌਤਾਂ ਵੀ ਹੋਈਆਂ। ਖਾਸ ਕਰਕੇ ਜਿਹੜਾ ਸਟਾਕਟਨ ਵਾਲਾ ਗੁਰਦੁਆਰਾ ਉੱਥੇ ਗੋਲੀ ਚੱਲੀ ਹੈ। ਧਰਮ ਮਤਲਬ ਵੀ ਧਾਰਮਿਕ ਸਥਾਨਾਂ ਦੇ ਉੱਤੇ ਉਹ ਆਪਾਂ ਤਾਂ ਪਿੱਛੇ ਗੱਲ ਕਰਕੇ ਹਟੇ ਸੀ, ਮਰਜ਼ਾਦਾ ਦਾ ਖਿਆਲ ਰੱਖੋ ਹੈ ਵੀ ਤੁਸੀਂ ਭਾਈ ਆਪਣਾ ਪਹਿਰਾਵਾ ਉਹੋ ਜਿਹਾ ਕਰਕੇ ਲੈ ਕੇ ਜਾਓ, ਭੜਕੀਲਾ ਪਹਿਰਾਵਾ ਨਾ ਪਾਓ। ਤੇ ਆਹ ਜਿਹੜੇ ਮਤਲਬ AK-47 ਤੇ ਪਿਸਤੌਲ ਲੈ ਕੇ ਤੇ ਏਡੇ ਮਤਲਬ ਖਤਰਨਾਕ ਜਿਹਾ ਲੈ ਕੇ ਮਤਲਬ ਵੀ ਇਹ ਗੁਰਦੁਆਰਿਆਂ 'ਚ ਜਾ ਕੇ ਵੜ ਕੇ ਫਾਇਰਿੰਗ ਕਰਦੇ ਆ, ਇਹਨਾਂ ਬਾਰੇ ਕੀ ਕਹੋਗੇ? ਹੈ ਨਾ, ਇਹਨਾਂ ਬਾਰੇ ਵੀ ਆਪਣੇ ਜਿਹੜੇ ਆਪਣੇ ਸਰੋਤੇ ਆ ਇਹ ਵੀ ਆਪਣੇ ਨਾਲ ਵਿਚਾਰ ਸਾਂਝੇ ਕਰ ਸਕਦੇ ਆ ਵੀ ਇਹਨਾਂ ਬਾਰੇ ਤੁਸੀਂ ਕੀ ਕਹੋਗੇ? ਠੀਕ ਹੈ। ਇਹ ਨਾ ਇੱਕ ਅਮਰੀਕਾ ਦੀ ਸਰਕਾਰ ਦੇ ਕੰਟਰੋਲ 'ਚ ਆਉਂਦੇ ਆ,
ਤੇ ਨਾ ਕੈਨੇਡਾ ਦੇ ਤੇ ਨਾ ਇੰਡੀਆ ਦੇ ਤਾਂ ਆਉਣੇ ਕੀ ਸੀਗੇ। ਤੇ ਮਤਲਬ ਉੱਥੇ ਮਤਲਬ ਵੀ ਇਹ ਕਿੰਨੇ ਮਤਲਬ ਵੀ ਕਤਲ ਕਰਕੇ ਜਾਂ ਫਰੌਤੀਆਂ ਲੈ ਕੇ ਜਾਂ ਲੁੱਟਾਂ ਖੋਹਾਂ ਕਰਕੇ ਜਾਂ ਉੱਥੇ ਮਤਲਬ ਵੀ ਇਹੋ ਜਿਹਾ ਕ੍ਰਾਈਮ ਕਰਕੇ ਤੇ ਬਾਹਰਲੇ ਇਹ ਪਾਸਪੋਰਟ ਲੈ ਕੇ ਅਕਸਰ ਇਹ ਉਹਨਾਂ ਨੇ ਹਿੰਦੁਸਤਾਨ ਦੀ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਰਾਹੀਂ ਵੀ ਲੰਘੇ ਆ, ਜਹਾਜ਼ 'ਚ ਹੀ ਬੈਠੇ ਆ। ਜੇ ਮਤਲਬ ਕਿਸੇ ਹੋਰ ਦੇਸ਼ 'ਚ ਉਤਰਿਆ ਉਹਦੀ ਵੀ ਲਾਜ਼ਮੀ ਮਤਲਬ ਵੀ ਏਅਰਪੋਰਟ ਦੇ ਐਂਟਰੀ ਉਹਨੇ ਕੀਤੀ ਹੈ। ਫਿਰ ਤੁਸੀਂ ਅਮਰੀਕਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਲੰਘਦੇ ਹੋ, ਉਹਨਾਂ ਨੇ ਕਿਵੇਂ ਸੈਟੀਸਫਾਈ ਕਰਦੇ ਹੋ ਹਨਾ। ਤੇ ਜੇ ਤੁਸੀਂ ਵੀਜ਼ਾ ਲੈ ਕੇ ਆਉਂਦੇ ਹੋ ਤੇ ਵੀਜ਼ੇ ਵਾਲਿਆਂ ਨੂੰ ਕਿਵੇਂ ਸੈਟੀਸਫਾਈ ਕਰਦੇ ਹੋ, ਤੁਸੀਂ ਵੀਜ਼ਾ ਕਿਵੇਂ obtain ਕਰਦੇ ਹੋ। ਇਹ ਕਈ ਗੱਲਾਂ ਨੇ ਮਤਲਬ ਵੀ ਜਿਹੜੇ ਉੱਥੋਂ ਕ੍ਰਿਮੀਨਲ ਦਾ ਭੱਜ ਕੇ ਅਮਰੀਕਾ ਜਾਂ ਕੈਨੇਡਾ ਜਾਣਾ, ਇਹ ਸਵਾਲ ਖੜੇ ਕਰਦਾ ਵੀ ਕਮਜ਼ੋਰੀ ਕਿੱਥੇ ਹੈ। ਜਾਣ ਕੇ ਮਤਲਬ ਵੀ ਲੂਪ ਹੋਲ ਰੱਖੇ ਗਏ ਆ, ਜਾਂ ਇਹਦੇ ਪਿੱਛੇ ਕੋਈ ਰਿਸ਼ਵਤ ਕੰਮ ਕਰਦੀ ਹੈ, ਜਾਂ ਇਹਦੇ ਵਿੱਚ ਕੋਈ ਐਸੀ ਮਨੀ ਕੰਮ ਕਰਦੀ ਹੈ, ਜਾਂ ਇਹਦੇ ਵਿੱਚ ਕੋਈ ਐਸਾ ਮਾਫੀਆ ਕੰਮ ਕਰਦਾ। ਇਹ ਬਹੁਤ ਵੱਡੇ ਸਵਾਲ ਹੈ ਜਿਹੜੇ ਕਿਸੇ ਰਾਜਨੀਤਿਕ ਬੰਦੇ ਨੂੰ ਵੀ ਪੁੱਛ ਗਏ ਤੇ ਉਹਨੇ ਵੀ ਕਹਿ ਦੇਣਾ ਵੀ ਪਤਾ ਨਹੀਂ ਕੀ ਹੋ ਰਿਹਾ। ਇਹ ਤੇ ਪਹੁੰਚਣ ਦੇ ਨਾਲ ਤੁਸੀਂ ਦੇਖੋ, ਚਲੋ ਤੁਹਾਨੂੰ ਪਤਾ ਹੀ ਆ ਸਟਾਕਟਨ ਤੇ ਸੈਕਰਾਮੈਂਟੋ, ਉੱਥੋਂ ਦੇ ਗੁਰੂ ਘਰਾਂ ਦੇ ਵਿੱਚ ਗੋਲੀਬਾਰੀ ਹੋਈ ਆ। ਕਹਿੰਦੇ ਵੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਆ ਨਾ, ਉਹਨਾਂ ਦੇ ਕੋਲੇ AK-47 ਮਸ਼ੀਨ ਗੰਨਾਂ ਸੀਗੀਆਂ ਔਰ 42 ਹਥਿਆਰ ਬਰਾਮਦ ਕੀਤੇ ਉਹਨਾਂ ਦੇ ਕੋਲ, ਸਾਰਿਆਂ ਦੇ ਕੋਲ। ਹਾਂਜੀ, 17 ਬੰਦੇ ਫੜੇ ਉਹਨਾਂ ਨੇ, 17 ਪੰਜਾਬੀ ਤੇ 11 ਥਾਂ ਹੀ ਇਹ ਗੋਲੀਬਾਰੀ ਹੋਈ ਹੈ। 11 ਥਾਂ ਤੇ। ਹਾਂਜੀ, ਤੇ ਆਪਣੀ ਇੱਕ ਕਾਲ ਸੀਗੀ ਉਹ ਕੱਟੀ ਗਈ ਜੀ, ਤੁਸੀਂ ਦੁਬਾਰਾ ਕਾਲ ਕਰ ਲਿਓ। 425 ਨੰਬਰ ਸੀ ਪਿੱਛੇ, 204-235-51 ਦਾ ਸਟੂਡੀਓ ਦੇ ਫੋਨ ਨੰਬਰ ਆ, 2042355110। ਬਿਲਕੁਲ ਮਾਨ ਸਾਹਿਬ, ਵੀ ਇਹ ਕੀ ਹੈ, ਜਾਂ ਤਾਂ ਇਹ ਸਾਰੇ ਦੀ ਸਾਰੀ ਚੋਰੀ ਹੈ ਵੀ ਉੱਥੋਂ ਵੀ ਚੋਰੀਆਂ ਆਏ ਤੇ ਇੱਥੇ ਵੀ ਚੋਰੀ ਵੜ ਗਏ ਤੇ ਇੱਥੇ ਵੀ ਚੋਰੀ ਰਹਿ ਰਹੇ ਸੀ। ਇਹ ਵੈਸੇ ਨਾ ਇੱਕ ਇਹ ਚਿੰਤਾ ਦਾ ਵਿਸ਼ਾ ਹੈ, ਸੋਚਣ ਵਾਲੀ ਗੱਲ ਹੈ ਵੀ ਉੱਥੋਂ ਬੰਦਾ ਜਿਹੜਾ ਪੁਲਿਸ ਨੂੰ ਲੋੜੀਂਦਾ ਹੈ ਨਾ, ਜਿਹਨੇ ਕ੍ਰਾਈਮ ਕੀਤਾ ਹੈ, ਕੋਈ ਕਤਲ ਕੀਤਾ ਹੈ, ਕੋਈ ਫਰੌਤੀ ਲਈ ਹੈ, ਕੋਈ ਡਾਕਾ ਮਾਰਿਆ, ਠੀਕ ਹੈ ਨਾ, ਉੱਥੋਂ ਜਦੋਂ ਮਤਲਬ ਵੀ ਪੁਲਿਸ ਉਹਦੇ ਮਗਰ ਲੱਗੀ ਹੈ, ਉਹ ਬੰਦੇ ਦਾ ਚਲੋ ਪਾਸਪੋਰਟ ਜੇ ਪਹਿਲਾਂ ਦਾ ਬਣਾਇਆ ਜਾਂ ਮੌਕੇ ਤੇ ਬਣਾਇਆ, ਉਹਨੇ ਅਕਸਰ ਵੀਜ਼ਾ ਤਾਂ ਲਿਆ, ਵੀਜ਼ਾ ਤਾਂ ਉਹਨੇ ਅਪਲਾਈ ਕੀਤਾ ਹੈ, ਫਿਰ ਉਹਨੇ ਕਿਸੇ ਏਜੰਟ ਤੋਂ ਟਿਕਟ ਵੀ ਲਈ ਹੈ, ਫਿਰ ਉਹ ਆ ਕੇ ਉਹਨੇ ਜਹਾਜ਼ ਵੀ ਫੜਿਆ। ਜਹਾਜ਼ ਜਦੋਂ ਆਉਂਦਾ, ਇਮੀਗ੍ਰੇਸ਼ਨ ਵਾਲੇ ਇੱਥੇ ਪੁਲਿਸ ਵਾਲੇ ਆ ਦਿੱਲੀ, ਰਾਈਟ, ਉਹਦੇ ਵੀ ਦੀ ਲੰਘ ਕੇ ਆਉਂਦਾ ਕਿ ਉੱਥੇ ਉਹਨਾਂ ਦੇ ਕੋਈ ਜਾਣਕਾਰੀ ਨਹੀਂ ਸੀ ਜਾਂ ਉਹ ਜਾਲੀ ਨਾਂ ਤੇ ਆਏ ਆ ਕੀ ਮਤਲਬ ਵੀ ਇਹ ਕਾਫੀ ਮਤਲਬ ਵੀ ਇਹ ਸੋਚਣ ਲਈ ਤੁਹਾਨੂੰ ਮਜਬੂਰ ਕਰ ਦਿੰਦਾ ਵੀ ਯਾਰ ਗੱਲ ਵਿੱਚੋਂ ਪਿਛਲੀ ਗੱਲ ਕੀ ਹੈ। ਪਹਿਲਾਂ ਨਾ ਮਾਨ ਸਾਹਿਬ, ਪਹਿਲਾਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਸੀ ਕਿ ਫਿੰਗਰਪ੍ਰਿੰਟ ਹੁੰਦੇ ਸੀ। ਹੁਣ ਜਦੋਂ ਵੀ ਤੁਸੀਂ ਪਹਿਲਾ ਪਾਸਪੋਰਟ ਅਪਲਾਈ ਕਰਨਾ, ਮੰਨ ਲਓ, ਕਈ ਕੀ ਕਰਦੇ ਆ, ਇੱਕ ਪਾਸਪੋਰਟ ਬਣਾਇਆ, ਇੱਕ ਪਾਸਪੋਰਟ ਦੇ ਵਿੱਚ ਕੁਝ ਗਲਤ ਕੰਮ ਹੋ ਗਿਆ ਜਾਂ ਕੁਝ ਵੀ ਆ, ਪਾਸਪੋਰਟ ਹੀ ਨਵਾਂ ਬਣਾ ਲੈਂਦੇ ਸ਼ੁਰੂ ਤੋਂ, ਸਾਰੇ ਡਾਕੂਮੈਂਟ ਨਵੇਂ ਬਣਾ ਕੇ ਨਵਾਂ ਪਾਸਪੋਰਟ ਬਣਾ ਕੇ ਤੇ ਜਾਲੀ ਬਾਹਰ ਦਾ ਵੀਜ਼ਾ ਅਪਲਾਈ ਕਰ ਲੈਂਦੇ ਆ। ਹੁਣ ਜਦੋਂ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਆ, ਆਧਾਰ ਕਾਰਡ ਨਾਲ ਲਿੰਕ ਹੁੰਦੇ ਆ, ਤੇ ਨਾਲ ਜਿਹੜਾ ਹੈਗਾ ਤੁਸੀਂ 에ਅਰਪੋਰਟ ਦੇ ਉੱਤੋਂ ਵੀ ਜਦੋਂ ਲੰਘਣਾਗਾ ਉਦੋਂ ਫਿੰਗਰਪ੍ਰਿੰਟ ਜੇ ਸ਼ੁਰੂ ਹੋ ਜਾਣ ਤੇ ਉਹ ਫਿੰਗਰਪ੍ਰਿੰਟਸ ਤੋਂ ਜਿਹੜਾ ਹੈਗਾ ਪਤਾ ਲੱਗ ਜਾਂਦਾ। ਆਪਾਂ ਜਦੋਂ ਇੱਥੋਂ ਉਤਰਦੇ ਆ ਆਪਣੇ ਫਿੰਗਰਪ੍ਰਿੰਟਸ ਹੁੰਦੇ ਆ, ਤੇ ਜਦੋਂ ਉਧਰੋਂ ਆਉਣੇ ਆ ਉਦੋਂ ਵੀ ਹੋਣ ਤੇ ਸ਼ਾਇਦ ਜਿਹੜਾ ਹੈਗਾ ਬਹੁਤ ਜਣੇ ਉੱਥੋਂ ਫੜੇ ਜਾ ਸਕਦੇ 에ਅਰਪੋਰਟ ਤੋਂ, ਜਿਹੜੇ ਜਾਲੀ ਪਾਸਪੋਰਟ ਜਾਲੀ ਦਸਤਾਵੇਜ਼ ਬਣਾ ਕੇ ਜਾਂਦੇ ਹੋਣਗੇ, ਤੇ ਜਾਂ ਫਿਰ ਉਹਨਾਂ ਦੇ ਭਾਈ ਕੋਈ ਰਸਤੇ ਹੀ ਹੋਰ ਆ, ਜਾਂ ਉਹਨਾਂ ਦੇ ਕੋਈ ਰਸਤੇ ਹੀ ਜਿਵੇਂ ਆਪਾਂ ਕਹਿ ਲਓ ਨੇਪਾਲ ਦੇ ਵਿੱਚ ਦੀ ਜਾਂ ਕੋਈ ਹੋਰ ਆਸੇ ਪਾਸੇ ਗਵਾਂਢੀ ਮੁਲਕਾਂ ਦੇ ਵਿੱਚ ਦੀ ਹੋ ਸਕਦੀ ਹੈ। ਪਰ ਚਲੋ ਨਾਲ ਕਾਲ ਵੀ ਸੁਣਦੇ ਆ ਕੀ ਕਹਿੰਦੇ ਨੇ ਸਾਡੇ ਸਰੋਤੇ। 62 ਨੰਬਰ ਤੁਸੀਂ ਆਉਂਦੇ ਰਹੋ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਨ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਆ ਜਿਹੜੀ ਤੁਸੀਂ ਹੁਣ ਗੱਲ ਲਾਸਟ ਤੇ ਕਹੀ ਆ, ਮੈਨੂੰ ਲੱਗਦਾ ਵੀ 100% ਇਹੀ ਆ ਵੀ ਉੱਥੋਂ ਨੇਪਾਲ ਰਾਹੀਂ ਜਿੰਨੇ ਕ੍ਰਿਮੀਨਲ ਬੰਦਾ ਕੋਈ ਉੱਥੋਂ ਨਿਕਲੇ ਆ ਜਾਂ ਪਹਿਲਾਂ ਵੀ ਹੈਗੇ ਨੇ ਜਾਂ ਹੋਰ ਆ, ਹਨਾ, ਇਹ ਸੌਖਾ ਤਰੀਕਾ ਹੈ ਵੀ ਜਿਵੇਂ ਆਪਾਂ ਪੈਸੇ ਦੇ ਕੇ ਬੰਦੇ ਡੌਂਕੀ ਲਾ ਕੇ ਮੁੜ ਕੇ ਕਿਸੇ ਕੰਟਰੀ 'ਚ ਅਮਰੀਕਾ ਪਹੁੰਚਦੇ ਆ 35-40 ਲੱਖ, ਉਹ ਵੀ ਇਹੀ ਸੌਖਾ ਤਰੀਕਾ ਵੀ ਜੇ ਬਾਈ ਲੀਗਲੀ ਉਹ ਆਉਂਦੇ ਹੋਣ ਫਿਰ ਤਾਂ ਜੀ ਫੜੇ ਜਾਣ। ਉੱਥੇ ਵੀ ਦੇਖੋ ਆਪਣਾ ਸਿਸਟਮ ਆਪਣੇ ਵੀ ਕਾਫੀ ਹੁਣ ਸਟਰੋਂਗ ਆ, ਤੇ ਫੜੇ ਜਾਣ, ਫਿਰ ਜਿਹੜਾ ਗਲਤ ਬੰਦਾ ਉਹ ਫਿਰ ਗਲਤੀ ਤਰੀਕਾ ਗਾਂ ਅਪਣਾਉਂਦਾ ਕਿਸੇ ਕੰਮ ਲਈ। ਉਹ ਇੱਕ ਗਲਤੀ ਨੂੰ ਛੁਪਾਉਣ ਵਾਸਤੇ ਬੰਦਾ 10 ਗਲਤੀਆਂ ਵੀ ਕਰ ਰਹਿੰਦਾ ਤੇ ਛੇਕੜ ਕਦੇ ਨਾ ਕਦੇ ਫੜਿਆ ਜਾਂਦਾ। ਪਰ ਇਹ ਸੋਚਣ ਦਾ ਵਿਸ਼ਾ ਹੈ ਵੈਸੇ ਮਾੜਾ, ਚਾਹੇ ਤਾਂ ਕੋਈ ਗੈਂਗਸਟਰ ਆ ਚਾਹੇ ਅੱਤਵਾਦ ਵਾਲੀ ਗੱਲ ਆ, ਚਾਹੇ ਕਿਤੇ ਵੀ ਆ। ਦੇਖੋ ਹਨਾ, ਇੱਕ ਬੰਦੇ ਨੇ 7 ਬੰਦਾ ਕੋਈ ਰਹਿ ਰਿਹਾ ਆਪਦਾ ਠੀਕ ਆਪਦੇ ਜ਼ਿੰਦਗੀ ਜਿਉ ਰਿਹਾ, ਉਹਨੂੰ ਕਿਸੇ ਬੰਦੇ ਨੇ ਐਵੇਂ ਜਦ ਜੀ ਤੁਸੀਂ ਮਿਹਨਤ ਕਰੀ, ਤੁਸੀਂ 4 ਪੈਸੇ ਕਮਾਏ ਹਾਰਡ ਵਰਕ ਕਰਕੇ ਜਾਂ ਤੁਹਾਡੀ ਲੱਕ ਨੇ ਸਾਥ ਦੇਤਾ, ਦੂਜਾ ਬੰਦਾ ਉਹਨੂੰ ਕਹਿੰਦਾ ਜੀ ਮੈਨੂੰ ਤੂੰ ਦੇ ਦੇ ਵਿੱਚੋਂ ਹਿੱਸਾ 50%, ਮੈਨੂੰ ਇੰਨੇ ਪੈਸੇ ਦੇ ਦੇ ਨਹੀਂ ਤੈਨੂੰ ਮਾਰ ਦੇਣਗੇ। ਇਹ ਵੈਸੇ ਗਲਤ ਆ। ਇੱਕ ਬੰਦਾ ਹੁਣ ਸਾਰੀ ਦੁਨੀਆ ਨੂੰ ਵਕਤ ਚ ਪਾ ਕੇ ਰੱਖ ਲੈਂਦਾ ਕੋਈ ਕਿਤੇ ਵੀ ਆ, ਹਨਾ, ਤੇ ਸਾਰੀਆਂ ਸਰਕਾਰਾਂ ਨੂੰ ਇਹ ਤੇ ਵੈਸੇ ਸਟ੍ਰਿਕਟਲੀ ਹੋਣਾ ਚਾਹੀਦਾ। ਇਹੋ ਜਿਹੇ ਬੰਦੇ ਦਾ ਜਿਹੜਾ ਬਿਹੇਵ ਆ ਉਹ ਬਹੁਤ ਜ਼ਿਆਦਾ, ਉਹਦੇ ਨਾਲ ਸਖਤ ਸਮਾਜ ਨੂੰ ਤੱਕ ਕਰਦਾ ਹੀ, ਬਾਕੀ ਸਰਕਾਰਾਂ ਨੂੰ ਉਹਦੇ ਨਾਲ ਜ਼ਿਆਦਾ ਕਰਨਾ ਚਾਹੀਦਾ ਤਾਂ ਕਿ
ਵੀ ਹੋਰ ਉਹਨੂੰ ਦੇਖ ਕੇ ਨਾ, ਹਨਾ। ਤੇ ਜਿਹੜਾ ਪਹਿਲਾਂ ਤੁਸੀਂ ਵਿਸ਼ਾ ਲਿਆ ਸੀਗਾ ਦਰਬਾਰ ਸਾਹਿਬ ਵਾਲਾ, ਅਸਲ ਉੱਥੇ ਕਾਰਨ ਕੀ ਹੋ ਗਿਆ ਵੀ ਸ਼ਰਧਾ ਵਾਲੀ ਗੱਲ, ਆਪਾਂ ਹਰੇਕ ਬੰਦਾ ਜਿੱਥੇ ਵੀ ਕਿਸੇ ਧਾਰਮਿਕ ਕੀਤੇ ਤੇ ਜਾਂਦਾ ਬਹੁਤ ਸ਼ਰਧਾ ਭਾਵਨਾ ਨਾਲ ਜਾਂਦਾ, ਤੇ ਲੀੜਾ ਪਹਿਰਾਵਾ ਹਰੇਕ ਨੂੰ ਹੀ ਹੱਕ ਆ ਵੀ ਉਹ ਉਸ ਸ਼ਰਧਾ ਬਣਾ ਕੇ ਰੱਖਣ ਲਈ ਉਹੋ ਜਿਹਾ ਪਾ ਕੇ ਜਾਵੇ। ਸੈਕੰਡਲੀ ਹੋ ਗਿਆ ਵੀ ਜਿਹੜਾ ਆਪਣਾ ਅੱਜ ਕੱਲ੍ਹ ਮੀਡੀਆ ਤੱਕ ਨਾ ਪ੍ਰਾਈਵੇਟ ਚੈਨਲ ਵਾਲੇ ਆ ਗਏ, ਜਿੰਨੇ ਉਹਦੇ ਐਂਕਰ ਆ, ਕੁੜੀਆਂ ਚਾਹੇ ਮੁੰਡੇ ਆ, ਨਾ ਤਾਂ ਇਹਨਾਂ ਦੀ ਕੋਈ ਟ੍ਰੇਨਿੰਗ ਆ, ਨਾ ਕੋਈ ਹੋਰ ਆ ਵੀ ਕਿਹੜੀ ਗੱਲ ਨੂੰ ਕਿੰਨਾ ਹਾਈਲਾਈਟ ਕਰਨਾ ਹੋਰ ਆ। ਉਹ ਉੱਤੇ ਸਨਸਨੀਖੇਜ ਬਣਾ ਦੇ, ਘਟਨਾ ਵਾਪਰੀ ਉੱਥੇ ਆਹ ਹੋ ਗਿਆ, ਉਹ ਵਿੱਚੋਂ ਜਦੋਂ ਉਹਨੂੰ ਖੋਲੋ ਖੁੰਦੀ ਕੁਛ ਨਹੀਂ, ਉਵੇਂ ਹੀ ਉਹਨਾਂ ਦਾ ਰੂਟੀਨ ਹੀ ਪਤਾ ਨਹੀਂ ਉਹਨਾਂ ਨੂੰ, ਉਹਨਾਂ ਦਾ ਮੀਡੀਆ ਜਿਹੜਾ ਉਹਦਾ ਅਦਾਰਾ ਹੈ ਉਹ ਸਿਖਾਉਂਦਾ ਵੀ ਤੁਸੀਂ ਐ ਸਨਸਨੀਖੇਜ ਹਰੇਕ ਗੱਲ ਨੂੰ ਬਣਾ ਦਿਓ। ਤੇ ਇਹਦੇ ਵਾਸਤੇ ਵੀ ਕੋਈ ਸੰਸਥਾ ਹੋਣੀ ਚਾਹੀਦੀ ਆ, ਉਹ ਜਿਨ੍ਹਾਂ ਨੇ ਵੀ ਚਲਾਉਣਾ ਉਹਨਾਂ ਦੇ ਐਂਕਰ ਆ, ਵੀ ਹਰੇਕ ਗੱਲ ਨੂੰ ਹਾਈਲਾਈਟ ਨਹੀਂ ਕਰਿਆ ਜਾ ਸਕਦਾ ਹੁੰਦਾ। ਕੁਛ ਸਮਾਜ 'ਚ ਘਟਨਾਵਾਂ ਸਹਿਬ ਨਹੀਂ ਵਾਪਰਦੀਆਂ, ਉਹ ਕੋਈ ਹੁੰਦਾ ਅਚਾਨਕ ਵਾਪਰ ਜਾਂਦੀ, ਉਹਨੂੰ ਹਰੇਕ ਨੂੰ ਹਾਈਲਾਈਟ ਥੋੜ੍ਹਾ ਕਰਿਆ ਜਾ ਸਕਦਾ ਹੁੰਦਾ, ਹਨਾ। ਤੇ ਇਹਨਾਂ ਨੂੰ ਸਿੱਖਿਆ ਲਾਜ਼ਮੀ, ਇਹਨਾਂ ਦੀ ਟ੍ਰੇਨਿੰਗ ਲੱਗਣੀ ਚਾਹੀਦੀ, ਉਸ ਤੋਂ ਬਾਅਦ ਹੀ ਇਸ ਫੀਲਡ 'ਚ ਆਉਣਾ ਚਾਹੀਦਾ। ਇਹ ਬਹੁਤ ਮਹੱਤਵਪੂਰਨ। ਹੁਣ ਤੁਸੀਂ ਆ ਜੀ ਰੇਡੀਓ ਤੇ ਤੁਸੀਂ ਵੀ ਆਉਂਦੇ, ਰੋਜ਼ ਗੱਲ ਕਰਦੇ, ਹਾਂ ਤੁਹਾਡੀ ਪਤਾ ਨਹੀਂ ਹਜ਼ਾਰਾਂ ਲੋਕ ਸੁਣਦੇ ਆ। ਜੇ ਤੁਸੀਂ ਕੋਈ ਗੱਲ ਬਿਨਾਂ ਮਤਲਬ ਤੋਂ ਹਾਈਲਾਈਟ ਕਰਤੀ ਤਾਂ ਉਹਦਾ ਫੈਕਟ ਦੇਖੋ ਕਿੱਥੋਂ ਤੱਕ ਦੂਰ ਤੱਕ ਜਾਣਾ। ਤੇ ਇਹ ਹੋਣਾ ਨਹੀਂ ਚਾਹੀਦਾ। ਇਹਦੇ ਵਾਸਤੇ ਵੀ ਕੋਈ ਬਣਨਾ ਚਾਹੀਦੀ ਸੰਸਥਾ ਵੀ ਜਿਹੜੇ ਉਹ ਟ੍ਰੇਨਿੰਗ ਲਾਜ਼ਮੀ ਉਹਨਾਂ ਦੀ ਕੋਈ ਨਾ ਕੋਈ ਹੋਵੇ। ਨਹੀਂ, ਅਸਲ ਵਿੱਚ ਸਟਾਰਟ ਕਰਨ ਤੁਹਾਡੀ ਗੱਲ 'ਚ ਗੱਲ ਹੈ। ਅਸਲ ਵਿੱਚ ਜਰਨਲਿਜ਼ਮ ਇੱਕ ਸਬਜੈਕਟ ਹੈ। ਜਦੋਂ ਤੁਸੀਂ ਜਰਨਲਿਜ਼ਮ ਦੀ ਸਟੱਡੀ ਕਰਦੇ ਹੋ, ਤੁਸੀਂ ਸਟੱਡੀ ਕਰਕੇ ਉਹਦਾ ਐਗਜ਼ਾਮ ਪਾਸ ਕਰਦੇ ਹੋ, ਅਸਲ ਜਰਨਲਿਜ਼ਮ ਉਹਨੂੰ ਕਹਿੰਦੇ ਆ, ਜਰਨਲਿਸਟ ਉਹ ਬਣਦਾ। ਬਿਲਕੁਲ। ਪਰ ਇਹ ਹੁਣ 10ਵੀਂ ਪੜ੍ਹ ਕੇ ਜਾਂ 12ਵੀਂ ਕਰਕੇ, +2 ਕਰਕੇ, ਜਾਂ ਮਤਲਬ ਜਾ ਕੇ ਰੇਡੀਓ ਤੇ ਬਿਲਕੁਲ ਛੋਟੀ ਏਜ ਦੇ ਕੁੜੀਆਂ ਆਪਾਂ ਦੇਖਦੇ ਆਂ ਹੋਰ ਲੱਗੇ। ਜਿੰਨੇ ਵੀ ਕਾਲਰ ਪਿੱਛੇ ਵੇਟ ਕਰ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਪਲੀਜ਼ ਹੋਲਡ ਕਰਿਓ। ਥੈਂਕ ਯੂ ਜੀ ਸੋ ਮਚ। ਤੇ ਮੈਂ ਤੁਹਾਡਾ ਟਾਈਮ ਵੀ ਜ਼ਿਆਦਾ ਲੈਣ ਲੱਗ ਗਿਆ, ਆਪਣੀ ਗੱਲ ਹੀ ਉਸ ਤਰ੍ਹਾਂ। ਚਲੋ ਕੋਈ ਗੱਲ ਨਹੀਂ ਜੀ, ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਔਰ ਤੁਸੀਂ 425 ਨੰਬਰ ਤੁਸੀਂ ਆਉਂਦੀ ਹੋ ਜੀ। ਹੈਲੋ, ਹਾਂਜੀ ਮਾਨ ਸਾਹਿਬ, ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਮੇਰੇ ਬਾਕੀ ਆਪਦੇ ਸਭ ਦੇ ਵਿਊ, ਮੇਰੇ ਵਿਊ ਦੇ ਮੁਤਾਬਕ ਜੇ ਸਰਕਾਰ ਦੀ ਕਿਸੇ ਚੀਜ਼ 'ਚ ਸਹਿਮਤੀ ਹੈ ਨਹੀਂ ਨਾ, ਗਲਤ ਕੰਮ ਨਹੀਂ ਹੋ ਸਕਦਾ। ਹਾਂ, ਇਹ ਵੀ ਹੈਗਾ। ਠੀਕ ਹੈ ਨਾ। ਜੇ ਸਰਕਾਰ ਦੀ ਸਹਿਮਤੀ, ਫਿਰ ਜੇ ਆਪਾਂ ਕਹਿ ਦਈਏ ਵੀ ਉਹ ਨੇਪਾਲ ਰਾਹੀਂ ਭੱਜਿਆ ਏ, ਉਹ ਫਲਾਣੇ ਥਾਂ ਦੀ ਭੱਜਿਆ, ਫਿਰ ਇਹਨਾਂ ਦੇ ਜਿਹੜੀ ਇਹਨਾਂ ਦੀ ਹੈਗੀ ਆ ਤੰਤਰ ਹੈਗਾ ਸਾਰਾ, ਇਹਦਾ ਮਤਲਬ ਫੇਲ ਆ। ਉਹ ਆਪਾਂ ਨੂੰ ਫੇਲ ਹੀ ਗਿਣਾਂਗੇ, ਜਾਂ ਰਾਏ ਜਾਂ ਕੋਈ ਹੋਰ ਜਿਹੜੀ ਏਜੰਸੀਆਂ, ਉਹ ਤਾਂ ਫੇਲ ਹੈ ਇਸ ਹਿਸਾਬ ਨਾਲ ਆਪਣਾ। ਕੋਈ ਵੀ ਬੰਦਾ ਉੱਥੋਂ ਗਾਇਬ ਹੋ ਜਾਂਦਾ, ਉਧਰੋਂ ਗਾਇਬ ਹੋ ਜਾਂਦਾ, ਇੱਧਰਲੇ ਮੁਲਕ 'ਚ ਆ ਕੇ ਬਹਿ ਗਿਆ ਜੀ, ਉਹ ਫਲਾਣੇ ਮੁਲਕ 'ਚ ਬਹਿ ਗਿਆ, ਉਹ ਇਨਫੋਰਮੇਸ਼ਨ ਹੈਗੀ ਵੀ ਫਲਾਣੇ ਮੁਲਕ 'ਚ ਬਹਿ ਗਿਆ, ਉਹ ਗਿਆ ਕਦੋਂ, ਕਿਵੇਂ ਲੰਘ ਕੇ ਗਿਆ, ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ। ਸਭ ਮਿਲੀ ਭੁਗਤ ਹੁੰਦੀ ਹੈ। ਹਾਂ ਬਿਲਕੁਲ, ਸਾਰੀ ਮਿਲੀ ਭੁਗਤ ਹੈ ਜੀ। ਮੇਰੇ ਨਾਲ ਇੱਕ ਪਰਸਨਲੀ ਹੋਇਆ ਸੀ, ਜੋ ਅਸੀਂ ITI ਕਰਦੇ ਸੀ, ਉਦੋਂ ਸਾਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਚੱਲੋ, ਕਿਉਂਕਿ ਉਹਦੇ ਨੌਜਵਾਨ ਸੀ, ਉਹਨਾਂ ਨੂੰ ਹੁੰਦਾ ਸੀ ਸਾਨੂੰ ਅਸੀਂ ਪੈਸੇ ਦੇਵਾਂਗੇ 1000 ਰੁਪਇਆ, ਤੁਸੀਂ ਜਾ ਕੇ ਇੱਥੇ ਇੱਕ ਥਾਂ ਤੇ ਇਕੱਠ ਮਾਰਨਾ ਹੈ। ਅੱਛਾ, ਠੀਕ ਹੈ। ਇੱਕ ਵਾਰ ਅਸੀਂ ਜਾ ਵੜੇ ਨਾਲ ਉਹਨਾਂ ਦੇ ਵਿੱਚ, ਚੱਲ ਵੇਖਦੇ ਆ ਕੀ ਹੈ, ਕੀ ਚੀਜ਼ ਕੀ ਹੈ, ਇਕੱਠ ਕਾਹਦਾ ਕੰਮ ਮਾਰਨਾ। ਉਹ ਗਾਂਹ ਕਿਸੇ ਤੇ ਕਬਜ਼ਾ ਲਾਉਣਾ ਸੀ, ਕਿਤੇ ਉੱਥੇ ਲੈ ਕੇ ਜਾ ਕੇ ਖੜਾਤਾ। ਅਸੀਂ ਖੇਤਾਂ ਵਿੱਚ ਦੀ ਭੱਜ ਕੇ ਆਏ ਜੀ ਉੱਥੋਂ। ਅੱਛਾ, ਕੌਣ ਸੀ ਦੇ ਜਿਹੜੇ MLA ਸੀ, ਉਹ ਲੈ ਕੇ ਗਏ ਸੀ। ਨੌਜਵਾਨ ਨੂੰ, ਜਵਾਨੀ ਨੂੰ ਗੁੰਮਰਾਹ ਕਰਨਾ, ਗੁੰਮਰਾਹ ਕਰਨਾ। ਉਹਨਾਂ ਨੂੰ ਯੂਜ਼ ਕਰਦੇ ਜੀ, ਜਿੰਨੇ ਗੈਂਗਸਟਰ ਆ, ਜੋ ਕੁਛ ਵੀ ਆ, ਸਾਰੇ ਯੂਜ਼ ਕਰਦੇ। ਹਰੇਕ ਪਾਰਟੀ ਦੇ ਆਪਦੇ ਹੈਗੇ ਆ। ਠੀਕ ਹੈ। ਜਦੋਂ ਉਹਨਾਂ ਦਾ ਕੰਮ ਹੁੰਦਾ ਉਦੋਂ ਉਹਨਾਂ ਦੇ ਵਰਤ ਲੈਂਦੇ। ਜਦੋਂ ਪਤਾ ਲੱਗ ਗਿਆ ਵੀ ਹੁਣ ਆਪਾਂ ਥੋੜੇ ਨੰਬਰ ਬਣਾਉਣੇ ਆ, ਚੱਕ ਕੇ ਮਾਰ ਦਿਓ। ਕੀ ਫਰਕ ਪੈਂਦਾ ਇਹਨਾਂ ਦਾ? ਉਹ ਚੀਜ਼ ਇਹ ਸਾਰਾ ਕੁਛ ਜਿਹੜਾ ਮੀਡੀਆ, ਤੁਸੀਂ ਆ ਮੀਡੀਆ ਦਾ ਕਹਿੰਦੇ ਵੀ ਆ ਪੜ੍ਹਾਈ ਕਰਕੇ ਆਉਂਦੇ, ਸਾਰੇ ਆਉਂਦੇ ਪੜ੍ਹਾਈ ਕਰਕੇ ਹੀ ਹੈ। ਇਹ ਕੋਈ ਉਹ ਦੂਜੂ ਨਹੀਂ ਆਉਂਦਾ। ਪਰ ਰੌਲਾ ਕੀ ਹੈਗਾ? TRP। ਹਰ ਇੱਕ ਚੈਨਲ ਨੂੰ TRP ਚਾਹੀਦੀ ਹੈ। ਉਹਦੇ ਵਾਸਤੇ ਉਹ ਕਹਿੰਦੇ ਸਨਸਨੀਖੇਜ ਖਬਰ ਬਣਾਓ। ਇਹ ਆਪਾਂ ਪਹਿਲਾਂ ਫਿਲਮਾਂ 'ਚ ਵੇਖਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਜਿਹੜਾ ਹੋ ਰਿਹਾ, ਉਹ ਕਹਿੰਦੇ ਫਿਲਮ ਸਨਸਨੀਖੇਜ ਖਬਰ ਬਣਾਓ, ਜਿਵੇਂ ਮਰਜ਼ੀ ਬਣਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਨਾ। ਇਹ ਉੱਥੇ ਲਾਪਰਵਾਹੀਆਂ ਉੱਥੇ ਹੁੰਦੀਆਂ। ਗੁਰੂ ਘਰ ਆਪਾਂ ਹਰ ਇੱਕ ਚੀਜ਼ ਨੂੰ ਮਿਸਯੂਜ਼ ਕਰ ਰਹੇ ਹਾਂ। ਆਪਣੇ ਧਰਮ ਨੂੰ ਹੋ ਵੀ ਰਿਹਾ, ਆਪਾਂ ਆਪ ਵੀ ਕਰਵਾ ਰਹੇ ਹਾਂ ਮਿਸਯੂਜ਼। ਠੀਕ ਹੈ ਨਾ। ਆਪਣਾ ਧਰਮ ਨਵਾਂ, ਸਭ ਤੋਂ ਲੇਟੈਸਟ ਧਰਮ ਹੈਗਾ ਸੀ, ਪਰ ਆਪਣਾ ਬਣਾਇਆ ਕਿਸੇ ਹੋਰ ਰੀਜ਼ਨ ਵਾਸਤੇ ਸੀ ਗੁਰੂਆਂ ਨੇ।
ਆਪਾਂ ਨੂੰ ਯੂਜ਼ ਕਿਸੇ ਹੋਰ ਵਾਸਤੇ ਕਰ ਰਹੇ ਹਾਂ, ਲੋਕ ਸਰਕਾਰਾਂ ਆਪਾਂ ਨੂੰ ਹੋਰ ਤਰੀਕੇ ਨਾਲ ਯੂਜ਼ ਕਰ ਰਹੀਆਂ ਨੇ। ਬਿਲਕੁਲ, ਥੈਂਕ ਯੂ ਬਾਈ ਜੀ। ਆਪਾਂ ਨੂੰ ਜਿਉਣ ਦਾ, ਹਾਂਜੀ, ਆਪਾਂ ਨੂੰ ਜਿਉਣ ਦਾ ਤਰੀਕਾ ਦੱਸਿਆ ਸੀ, ਆਪਾਂ ਨੂੰ ਦੱਸਿਆ ਸੀਗਾ ਵੀ ਲੋਕਾਂ ਦੀ ਮਦਦ ਕਰਨੀ ਹੈ, ਸਾਰਾ ਕੁਝ ਕਰਨਾ ਹੈ, ਪਰ ਆਪਾਂ ਉਸ ਚੀਜ਼ ਤੋਂ ਭਟਕ ਕੇ ਬਹੁਤ ਪਾਸੇ ਜਾ ਰਹੇ ਹਾਂ, ਬਹੁਤ ਹੀ ਪਾਸੇ, ਥੋੜਾ ਬਹੁਤ ਨਹੀਂ। ਬਾਕੀ ਮੇਰੇ ਵਿਊ ਆ ਬਾਈ ਜੀ, ਹੋ ਸਕਦਾ ਵੀ ਕਿਸੇ ਨੂੰ ਚੰਗੇ ਨਾ ਲੱਗਣ, ਸੌਰੀ ਉਹਦੇ ਵਾਸਤੇ। ਠੀਕ ਹੈ, ਠੀਕ ਹੈ, ਤੁਸੀਂ ਕਾਲ ਕੀਤੀ, ਬਹੁਤ ਬਹੁਤ ਧੰਨਵਾਦ। ਕਾਲ ਕਰਨੀ, ਆਪਣੇ ਵਿਚਾਰ ਪੇਸ਼ ਕਰਨੀ ਵੀ ਵੱਡੀ ਗੱਲ ਹੁੰਦੀ ਆ, ਸੋ ਇਸ ਕਰਕੇ ਤੁਹਾਡਾ ਧੰਨਵਾਦ ਆ। ਬਾਕੀ ਰਹੀ ਗੱਲ ਮਾਨ ਸਾਹਿਬ, ਆਪਾਂ ਗੱਲ ਕਰਦੇ ਹਾਂ ਬਈ ਬਹੁਤ ਸਾਰੇ ਜਰਨਲਿਜ਼ਮ ਦਾ ਜਿਹੜਾ ਕੋਰਸ ਆ ਉਹ ਕਰਦੇ ਆ, ਫਿਰ ਉਹ ਕੋਰਸ ਨਿਕਲਦੇ ਆ। ਇਹੋ ਜਿਹੀਆਂ ਬਹੁਤ ਐਗਜ਼ਾਮਪਲਸ ਨੇ ਆਪਣੇ ਕੋਲੇ, ਜਿਹੜਾ ਤੁਹਾਡੇ ਕੋਲੇ ਡਿਗਰੀ ਦੇ ਵਿੱਚ ਸਿਖਾਇਆ ਜਾਂਦਾ, ਤੁਹਾਨੂੰ ਪੜ੍ਹਾਇਆ ਜਾਂਦਾ ਗਾ, ਉਹ ਆਮ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਤੁਸੀਂ ਉਹ ਤੋਂ ਕੰਮ ਲੈਂਦੇ ਹੋ। ਜਿਵੇਂ ਆਪਾਂ ਇੱਥੇ ਗੱਡੀ ਚਲਾਉਣੀ ਸਿੱਖਦੇ ਹਾਂ, ਗੱਡੀ ਦਾ ਆਪਾਂ ਟੈਸਟ ਦਿੰਦੇ ਆ, ਆਪਾਂ ਹਮੇਸ਼ਾ ਆਪਣੇ ਦੋਨੇ ਹੱਥ ਜਿਹੜੇ ਸਟੀਅਰਿੰਗ ਤੇ ਰੱਖਣੇ ਆ, ਤੇ ਉਸ ਤੋਂ ਬਾਅਦ ਆਮ ਜ਼ਿੰਦਗੀ ਦੇ ਵਿੱਚ ਜਦੋਂ ਲਾਇਸੈਂਸ ਆ ਜਾਂਦਾ, ਕੌਣ ਕੌਣ ਦੋਨੇ ਹੱਥ ਸਟੀਅਰਿੰਗ ਤੇ ਰੱਖਦਾ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਠੀਕ ਹੈ ਜੀ। ਸੋ ਇਹ ਜਿਹੜਾ ਇਹ ਕੋਰਸ ਕੀਤਾ ਕੀ ਕਰੂਗਾ, ਜੇ ਜਿਨ੍ਹਾਂ ਨੇ ਤਨਖਾਹ ਦੇਣੀ ਆ ਉਹ ਕਹਿੰਦੇ ਆ ਵੀ ਨਹੀਂ 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 ਐਂ ਖਬਰ ਦਿਓ ਫੇਰ ਗੱਲ ਬਣੂਗੀ, ਫਲਾਨੀ ਖਬਰ ਦਿਓ ਐਂ ਗੱਲ ਬਣੂਗੀ। ਜਿਹੜਾ ਜਿੱਥੋਂ ਗੱਲ ਤੇ ਸਾਰੀ ਪੈਸੇ ਦੀ ਆ ਜਾਣੀ ਹੈ ਨਾ, ਕਿ ਪੈਸਾ ਕਿਵੇਂ ਬਣਦਾ ਗਾ, TRP ਕਿਵੇਂ ਬਣਦੀ ਹੈ, ਬਾਈ ਜੀ ਨੇ ਜਿਵੇਂ ਦੱਸ ਕੇ ਗਏ ਆ ਬਈ TRP, ਜੇ ਤੁਸੀਂ ਗੱਲਾਂ ਉਹੋ ਜਿਹੀਆਂ ਕਰੋਗੇ, ਆਪਣੇ ਕੈਨੇਡਾ ਦੇ ਵਿੱਚ ਬਥੇਰੇ ਰੇਡੀਓ ਸ਼ੋਅ ਚੱਲਦੇ ਜਿਹੜੇ TRP ਦੇ ਕਰਕੇ ਚੱਲਦੇ ਆ, ਉਹਦੇ ਵਿੱਚ ਬਹੁਤ ਗੰਦ ਮੰਦ ਸਭ ਕੁਛ ਹੁੰਦਾ ਗਾ, ਤੇ ਪਰ ਤੁਹਾਡੇ ਆਪਣੇ ਐਥਿਕਸ ਆ, ਤੁਹਾਡੇ ਆਪਣੀ ਇੱਕ ਤੁਹਾਡੀ ਪਹਿਚਾਣ ਆ, ਤੁਸੀਂ ਆਪਦੇ ਆਪ ਨੂੰ ਕਿੰਨਾ ਕੁ ਥੱਲੇ ਸਿੱਟ ਸਕਦੇ ਹੋ, ਇਹ ਤੁਹਾਡੇ ਤੇ ਨਿਰਭਰ ਕਰਦਾ ਗਾ। ਸੋ ਇਹ ਹਰੇਕ ਪੱਤਰਕਾਰ ਨੂੰ ਪਤਾ ਹੋਵੇਗਾ ਕਿ ਉਹਦਾ ਇਮਾਨ ਕੀ ਕਹਿੰਦਾ ਗਾ, ਉਸਦੀ ਜ਼ਮੀਰ ਕੀ ਕਹਿੰਦੀ ਹੈ, ਕਿਹੜੀ ਚੀਜ਼ ਉਸਨੂੰ ਅਲਾਓ ਕਰਦੀ ਆ। ਸੋ ਇਹ ਉਹਨਾਂ ਤੇ ਡਿਪੈਂਡ ਕਰਦਾ ਗਾ। ਬਾਕੀ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਹੁੰਦਾ, ਦੇਖਣ ਵਾਲੇ ਦਿਮਾਗੀ ਹੋਣੇ ਚਾਹੀਦੇ ਆ, ਸੁਣਨ ਵਾਲੇ ਦਿਮਾਗੀ ਹੋਣੇ ਚਾਹੀਦੇ ਆ। ਸੋ ਉਹਨਾਂ ਨੂੰ ਆਪਦਾ ਵਿਚਾਰ ਆਪ ਬਣਾਉਣਾ ਚਾਹੀਦਾ, ਉਹਨਾਂ ਦੀ ਖਬਰ ਪੜ੍ਹ ਕੇ ਵੀ ਗੱਲ ਕਿੱਥੋਂ ਆਈ ਹੈ ਤੇ ਕਿੱਧਰ ਨੂੰ ਜਾਂਦੀ ਹੈ। ਮੈਨੂੰ ਅੱਜ ਮੈਂ ਮੰਮਾ ਨਾਲ ਗੱਲ ਕਰਦਾ ਅੱਜ ਮੰਮੀ ਨਾਲ, ਔਰ ਮੰਮੀ ਦਾ ਫੋਨ ਆਇਆ, ਕਹਿੰਦੇ ਮਨਦੀਪ ਮੈਨੂੰ, ਉਹ ਸੀ ਹਜੇ ਉੱਥੇ ਇੰਡੀਆ, ਕਹਿੰਦੇ ਮੈਂ ਤਾਂ ਅੱਜ ਖਬਰ ਦੇਖੀ ਸੀ, ਮੈਨੂੰ ਤਾਂ ਡਰ ਲੱਗੀ ਜਾਂਦਾ। ਮੈਂ ਕਿਹਾ ਵੀ ਕੀ ਗੱਲ ਹੋ ਗਈ, ਕਹਿੰਦੇ ਵੀ ਆਪਣੇ ਘਰੇ ਕੋਈ ਚੋਰ ਚੂਰ ਨਾ ਆ ਜੇ, ਤੇ ਮੈਂ ਕਿਹਾ ਵੀ ਕਿਉਂ, ਕਿਹੜੀ ਖਬਰ ਦੇਖੀ ਹੈ, ਕਹਿੰਦੇ ਵੀ ਮੈਂ ਖਬਰ ਦੇਖੀ ਹੈ ਵੀ ਨਵਜੋਤ ਸਿੱਧੂ ਦੇ ਘਰੇ ਚੋਰ ਆ ਗਿਆ। ਘਰੇ ਨਹੀਂ, ਛੱਤ ਤੇ ਸੀਗਾ, ਛੱਤ ਤੇ ਚੋਰ ਆ ਗਿਆ। ਕਹਿੰਦੇ ਜੇ ਉਹਨਾਂ ਦੇ ਆ ਸਕਦਾ ਤੇ ਫਿਰ ਆਪਣੇ ਵੀ ਆ ਸਕਦਾ। ਮੈਂ ਕਿਹਾ ਮੰਮੀ ਤੁਸੀਂ ਸਿਕਿਉਰਿਟੀ ਲੈਣੀ ਹੈ ਪੁਲਿਸ ਤੋਂ ਕੋਈ, ਵੀ ਉਹਨੇ ਤਾਂ 100 ਕੋਈ ਢੰਗ ਅਪਣਾਇਆ ਹੋਣਾ, ਵੀ ਖਬਰ ਤੋਂ ਤੁਸੀਂ ਉੱਤੇ ਕਿਵੇਂ ਸੋਚਣਾ, ਖਬਰ ਤੋਂ ਉੱਤੇ ਕਿਵੇਂ ਸੋਚਣਾ। ਆਪਣੀ ਗੱਲ ਇੱਥੋਂ ਸ਼ੁਰੂ ਹੋਈ ਆ। ਮੈਂ ਕਿਹਾ ਮੰਮੀ ਜੀ ਉਹਨਾਂ ਦੇ ਹੋਰ ਏਜੰਡੇ ਆ, ਉਹਨਾਂ ਦੇ ਹੋਰ ਕਾਰਨ ਆ, ਤੁਹਾਨੂੰ ਲੱਗਦਾ ਵੀ ਨਵਜੋਤ ਸਿੱਧੂ ਦੇ ਘਰੇ ਕੋਈ ਐ ਚੋਰ ਆ ਜਾਊਗਾ, ਉਹਨਾਂ ਦੀ ਸਿਕਿਉਰਿਟੀ ਨਹੀਂ ਹੋਣੀ, ਉਹਨਾਂ ਦੇ ਪੱਕਾ ਹੋਊਗੀ। ਉਹ ਕਹਿੰਦੇ ਸ਼ੱਕੀ ਵਿਅਕਤੀ ਦੇਖਿਆ ਗਿਆ। ਹਾਂ, ਤੇ ਮੈਂ ਕਿਹਾ ਵੀ ਹੋ ਸਕਦਾ ਉਹਦੇ ਕੋਈ ਹੋਰ ਮੋਟਿਵ ਹੋਣ, ਉਹਨੇ ਖਬਰ ਚਲਾਉਣੀ ਹੋਵੇ, ਹੋ ਸਕਦਾ ਉਹਨੇ ਸਰਕਾਰ ਤੋਂ ਸਿਕਿਉਰਿਟੀ ਵੱਧ ਲੈਣੀ ਹੋਵੇ, ਉਹਦੇ ਬਹੁਤ ਸਾਰੇ ਕਾਰਨ ਆ। ਤੇ ਹਾਂ ਫਿਰ ਤੇ ਠੀਕ ਆ, ਫਿਰ ਤਸੱਲੀ ਹੋ ਗਈ ਵੀ ਠੀਕ ਆ, ਹਾਂ ਸਹੀ ਗੱਲ ਆ। ਤੇ ਇਹ ਖਬਰ ਭੜਕਾ ਦਿੰਦੀ ਆ, ਤੇ ਪਰ ਤੁਸੀਂ ਖਬਰ ਦੇ ਉੱਤੋਂ ਦੀ ਹੋ ਕੇ ਸੋਚੋ। ਹੁਣ ਜਿਵੇਂ ਤੁਸੀਂ ਗੱਲ ਕੀਤੀ ਫਿੰਗਰਪ੍ਰਿੰਟ ਦੀ, ਅੱਜ ਕੱਲ੍ਹ ਤਾਂ ਟੈਕਨੋਲੋਜੀ ਇੱਥੋਂ ਤੱਕ ਨਾ ਫਿੰਗਰਪ੍ਰਿੰਟ ਨਹੀਂ ਲੈਣ ਦੀ ਲੋੜ। ਉਹ ਜਦ ਦੇਖਿਆ 에ਅਰਪੋਰਟ ਦੇ ਕਹਿਣਗੇ ਵੀ ਇੱਧਰ ਕੈਮਰੇ ਕਨੀ ਝਾਕੋ, ਕੈਮਰੇ ਕਿਉਂਕਿ ਹਰ ਇੱਕ ਦੀ ਉਹ ਅੱਖ ਤੋਂ ਪਹਿਚਾਣ ਕਰਦੇ ਆ। ਇਹੋ ਜਿਹੇ ਕੈਮਰੇ ਆ ਮਾਨ ਸਾਹਿਬ, ਅੱਖ ਤੋਂ, ਤੁਹਾਡੇ ਹਾਵ ਭਾਵ ਤੋਂ, ਤੁਹਾਡੀ ਤੋਰ ਤੋਂ। ਉਹ ਵੇਖੋ, ਉਹ ਜਦੋਂ ਕਹਿੰਦੇ ਨਾ ਮਤਲਬ ਵੀ ਇਮੀਗ੍ਰੇਸ਼ਨ ਵਾਲਾ ਕਹਿੰਦਾ ਵੀ ਇੱਧਰ ਤੂੰ ਮੇਰੇ ਖੱਬੇ ਪਾਸੇ ਮੇਰੇ ਕੈਮਰਾ, ਤੇ ਸਿੱਧਾ ਤੁਸੀਂ ਕੈਮਰੇ ਕਨੀ ਝਾਕੋ, ਉਹ ਸਾਰਾ ਕੁਛ ਆ ਜਾਂਦਾ। ਉਹਦੀ ਸਕਰੀਨ ਦੇ ਉੱਤੇ ਸਾਰਾ ਕੁਛ ਆ ਜਾਂਦਾ ਵੀ ਇਹ ਕੌਣ ਹੈ ਨਾ। ਜਦੋਂ ਪਾਸਪੋਰਟ ਉਹ ਕਰਦੇ ਆ, ਇਹਨੂੰ ਸਕੈਨ ਕਰਦੇ ਆ, ਉਹ ਸਾਰਾ ਕੁਛ ਉਹਦੇ ਆ ਜਾਂਦਾ ਵੀ ਬੰਦਾ ਕਿੰਨੇ ਵਾਰੀ ਪਹਿਲਾਂ ਆ ਚੁੱਕਿਆ, ਇਹਦੀ ਹਿਸਟਰੀ ਕੀ ਆ, ਕੌਣ ਹੈ, ਇੱਥੇ ਲੋੜੀਂਦਾ ਹੈ ਕਿ ਨਹੀਂ ਲੋੜੀਂਦਾ, ਇਹਨੇ ਕੀ ਕੁਛ ਕੀਤਾ, ਕੀ ਕੁਛ ਨਹੀਂ ਕੀਤਾ, ਸਾਰਾ ਕੁਛ ਉਹਦੇ ਆ ਜਾਂਦਾ। ਤੇ ਜਦੋਂ ਤੁਸੀਂ ਉਹਦੇ ਕਨੀ ਝਾਕਦੇ ਹੋ ਕੈਮਰੇ ਵੱਲ, ਤੇ ਉਹਦੇ ਵਿੱਚ ਸਾਰਾ ਕੁਝ ਤੁਹਾਡੀਆਂ ਅੱਖਾਂ ਦੱਸ ਦਿੰਦੀਆਂ ਵੀ ਹਾਂ ਜਿਹੜੀ ਤੂੰ ਸਕਰੀਨ ਦੇ ਉੱਤੇ ਜਾਣਕਾਰੀ ਪੜ੍ਹ ਰਿਹਾ ਹੈ, ਇਹ ਬਿਲਕੁਲ ਇਸੇ ਅੱਖਾਂ ਦੀ ਹੈ, ਇਸੇ ਬੰਦੇ ਦੀ ਹੈ, ਹਨਾ। ਅੱਗੇ ਤਾਂ ਫਿੰਗਰਪ੍ਰਿੰਟ ਸੀ ਨਾ, ਮਤਲਬ ਵੀ ਕਈ ਕੁਦਰਤ ਨੇ ਦੇਖੋ ਨਾ ਐਸੀ ਚੀਜ਼ ਬਣਾਈ ਹੈ, ਜਿਵੇਂ ਫਿੰਗਰਪ੍ਰਿੰਟ ਹੈ, ਫਿੰਗਰਪ੍ਰਿੰਟ ਇੱਕ ਦੂਜੇ ਨਾਲ ਮਿਲਦੇ ਨੇ। ਇਸੇ ਤਰ੍ਹਾਂ ਮਤਲਬ ਇਹਨਾਂ ਨੇ ਖੋਜ ਕੀਤੀ ਵੀ ਜਿਹੜੀ ਅੱਖ ਹੈ, ਰਾਈਟ, ਜਿਹੜਾ ਅੱਖ ਜਦੋਂ ਬੰਦਾ ਝਾਕਦਾ ਹੈ, ਤੇ ਅੱਖ ਵੀ ਮਤਲਬ ਸਾਰੀ ਦੁਨੀਆ ਦੇ ਉੱਤੇ ਕਿਸੇ ਬੰਦੇ ਦੀ ਦੂਜੇ ਬੰਦੇ ਨਾਲ ਨਹੀਂ ਮਿਲ ਸਕਦੀ, ਹੈ ਨਾ। ਦੇਖੋ ਮਤਲਬ ਕਿੱਡੀ ਕੁਦਰਤ ਨੇ ਮਤਲਬ ਇਹ ਕੀਤੀ। ਤੇ ਖੈਰ ਲੱਭਣ ਵਾਲੇ ਹੁਣ ਗੱਲਾਂ ਲੱਭ ਲਈਆਂ ਵੀ ਫਿੰਗਰਪ੍ਰਿੰਟ ਨਹੀਂ ਮਿਲਦੇ, ਬੰਦੇ ਦੀ ਅੱਖ ਨਹੀਂ ਇੱਕ ਦੂਜੇ ਦੇ ਨਾਲ ਮਿਲਦੀ। ਇਹ ਕੁਦਰਤ ਨੇ ਦੇਖ ਕਿੱਡਾ ਵੱਡਾ ਮਤਲਬ ਵੀ, ਹੈ ਨਾ, ਕਿੰਨਾ ਇਹ ਮਤਲਬ ਵੀ ਲੰਮਾ ਚੌੜਾ ਮਤਲਬ ਵੀ ਇਹ ਕੁਦਰਤ ਦੀ ਖੇਲ ਹੈ ਨਾ। ਤੇ ਮਤਲਬ ਵੀ ਇੱਕ ਹੈ ਅਨੇਕ ਹੈ ਵਾਲੀ ਗੱਲ, ਹੈ ਨਾ। ਸਮੇਂ ਦੇ ਨਾਲ ਟੈਕਨੋਲੋਜੀ ਵਧੀ ਗਈ ਮਾਨ ਸਾਹਿਬ, ਤੇ ਪਹਿਲਾਂ ਜਾਲੀ ਪਾਸਪੋਰਟ ਤੁਸੀਂ ਬਣਾ ਲੈਂਦੇ ਸੀਗੇ, ਤੇ ਪਰ ਹੁਣ ਤੁਹਾਡੇ ਜਦੋਂ ਇੱਕ ਵਾਰੀ ਫਿੰਗਰਪ੍ਰਿੰਟ ਡਾਟਾਬੇਸ ਦੇ ਵਿੱਚ ਆ ਗਏ ਆ, ਤੇ ਤੁਸੀਂ ਦੂਜੀ ਵਾਰੀ ਭਾਵੇਂ ਆਪਦੇ ਨਵੇਂ ਨਾਂ ਤੋਂ ਬਣਾ ਲਓ, ਤੇ ਪਰ ਉਹ ਬਣਨਾ ਨਹੀਂ, ਕਿਉਂਕਿ ਤੁਹਾਡੇ ਫਿੰਗਰਪ੍ਰਿੰਟ ਮੈਚ ਹੋ ਜਾਣੇ। ਬਿਲਕੁਲ। ਤੇ ਗਾਂ ਫਿਰ ਚੋਰ ਵੀ
ਵੀ ਘੱਟ ਨਹੀਂਗੇ, ਉਹਨਾਂ ਦੇ ਕੋਲੇ ਹੋਰ ਬੜੇ ਰਾਹ ਉਹ ਗਾਂ ਕੱਢ ਲੈਂਦੇ ਉਹ ਗਾਂ ਕੱਢ ਲੈਂਦੇ ਨੇ। ਸੋ ਥੋੜੇ ਜਿਹੇ ਦੋਸਤੋ ਇੱਕ ਕਮਰਸ਼ੀਅਲਾਂ ਬਾਅਦ ਆਪਾਂ ਵਾਪਸ ਜੁੜਦੇ ਹਾਂ। ਮੈਂ ਉਮੀਦ ਕਰਦਾ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰ ਰਹੇ ਹੋਵੋਗੇ। ਨੰਬਰ 204 235 5110, WhatsApp ਦੇ ਲਈ ਨੰਬਰ 204 463 0110। ਸਟੂਡੀਓ ਦੇ ਵਿੱਚ ਰਾਜਮਨ ਸਾਹਿਬ ਮੇਰੇ ਨਾਲ ਮੌਜੂਦ ਨੇ ਔਰ ਮਾਨ ਸਾਹਿਬ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ। ਥੈਂਕ ਯੂ ਜੀ। ਔਰ ਗੁਰਜੀਤ ਸਿੰਘ ਘੱਲੀ ਜੀ ਨੇ ਸਪੈਸ਼ਲ ਸਤਿ ਸ਼੍ਰੀ ਅਕਾਲ ਦਾ ਮੈਸੇਜ ਭੇਜਿਆ। ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਸਿੰਘ ਪੰਛੀ ਜੀ ਨੇ ਤੁਹਾਨੂੰ ਝੂਮਰ ਦੀ ਫੋਟੋ ਭੇਜੀ ਹੈ, ਮੈਂ ਬਾਅਦ ਦੇ ਵਿੱਚ ਦਿਖਾ ਦਿੰਦਾ ਮਾਨ ਸਾਹਿਬ। ਹਾਂਜੀ। ਔਰ ਇਸ ਤੋਂ ਬਿਨਾਂ ਜਗਦੀਪ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਇਸ ਤੋਂ ਬਿਨਾਂ ਬਲਜੀਤ ਸਿੰਘ ਸੈਣੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਦੋਸਤੋ ਮੈਂ ਦੱਸ ਦੇਵਾਂ ਤੁਹਾਨੂੰ ਔਰ ਸਟੂਡੀਓ ਦੇ ਨੰਬਰ 204 235 5110 2042355110। ਸੋ ਜੀ ਮਾਨ ਸਾਹਿਬ। ਹਾਂਜੀ। ਅੱਛਾ, ਆਪਾਂ ਗੱਲ ਕਰਦੇ ਸੀ, ਕਾਲਰਾਂ ਨੇ ਵੀ ਆਪਣੇ ਨਾਲ ਸਹਿਮਤੀ ਪ੍ਰਗਟਾਈ ਹੈ ਜੀ ਵੀ ਠੀਕ ਹੈ ਜਿਹੜਾ ਕੁਛ ਆਪਾਂ ਗੱਲ ਕਰ ਰਹੇ ਹਾਂ। ਹਾਂਜੀ। ਤੇ ਇੱਕ ਮੈਂ ਗੱਲ ਇਹ ਕਰਨੀ ਚਾਹੁੰਦਾ ਸੀਗਾ, ਆਪਾਂ ਸਾਰੇ ਪਿੰਡਾਂ ਚੋਂ ਆਏ ਹਾਂ। ਹਾਂਜੀ। ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ 3-4 ਦਿਨ ਦੀ ਗੱਲ ਚੱਲਦੀ ਸੀ। ਅੱਛਾ। ਵੀ ਯਾਰ ਬੋਤਿਆਂ ਬਾਰੇ ਗੱਲ ਕੀਤੀ ਜਾਵੇ। ਅੱਛਾ। ਬੋਤੇ ਬਾਰੇ, ਹਨਾ। ਹਾਂਜੀ। ਬੋਤੇ ਨਾਲ ਆਪਣੇ ਕਾਫੀ ਆਪਣਾ ਕਾਰੋਬਾਰ ਵੀ ਜੁੜਿਆ ਹੋਇਆ ਹੈ। ਉਹਦੇ ਨਾਲ ਆਪਣੇ ਜਿਹੜਾ ਸਫ਼ਰ ਕਰਨ ਦਾ ਪੈਂਡੇ ਤੈਅ ਕਰਨੇ, ਪੁਰਾਣੇ ਜ਼ਮਾਨੇ ਦੇ ਵਿੱਚ ਬੋਤਿਆਂ ਦੇ ਉੱਤੇ ਸਵਾਰੀ ਕੀਤੀ ਜਾਂਦੀ ਸੀ। ਹਾਂਜੀ। ਫਿਰ ਇਹਦੇ ਨਾਲ ਹਲ ਵੀ ਵਾਹਿਆ ਜਾਂਦਾ ਸੀ, ਹਨਾ। ਇਹਦੇ ਨਾਲ ਗੱਡੀਆਂ, ਹੋਰ ਪੁੱਠ ਗੱਡੀਆਂ, ਸਾਰਾ ਕੁਛ, ਮਤਲਬ ਵੀ ਇੱਕ ਸਾਡੀ ਇਕੋਨਮੀ ਦਾ ਇੱਕ ਬਲਦ ਹੋਏ ਤੇ ਆਪਣਾ ਬੋਤਾ ਹੋਇਆ, ਇਹ ਸਾਡੀ ਇਕੋਨਮੀ ਦਾ ਅੱਜ ਤੋਂ 40 ਸਾਲ ਪਹਿਲਾਂ, 50 ਸਾਲ ਪਹਿਲਾਂ ਪੂਰਾ ਹੀ ਧੁਰਾ ਸੀ, ਹੱਬ ਸੀ। ਇਹ ਤੋਂ ਬਿਨਾਂ ਸਰਦਾ ਨਹੀਂ ਸੀ। ਕਿਸੇ ਵੀ ਜ਼ਿਮੀਂਦਾਰ ਨੂੰ ਇਹ ਨਹੀਂ ਸੀ ਸਮਝਿਆ ਜਾਂਦਾ ਵੀ ਇਹ ਪਰਫੈਕਟ ਕਿਸਾਨ ਹੈਗਾ ਜਿਹਦੇ ਕੋਲੇ ਮਤਲਬ ਵੀ ਬਲਦ ਗੱਡਾ ਤੇ ਉੱਠਣੀ ਸੀ। ਉਹ ਸਮਝ ਜਾਂਦਾ ਮਤਲਬ ਵੀ ਜਿਵੇਂ ਹੁਣ ਤਾਂ ਟਰੈਕਟਰ ਹੈ, ਸਾਰੇ ਕੰਮ ਉਹ ਸਾਰੀ ਜਾਂਦਾ। ਪਰ ਜਿਹੜੀ ਸ਼ਾਨ ਉਹ ਪੰਜਾਬ ਦੇ ਵਿੱਚ ਉਹ ਸੀ ਨਾ, ਸਾਡੇ ਮਤਲਬ ਵੀ ਸੱਭਿਆਚਾਰ ਦੀ ਝਲਕ ਸੀ ਜਿਹੜੀ ਬਲਦਾਂ ਦੀ, ਗੱਡਿਆਂ ਦੀ ਤੇ ਬੋਤਿਆਂ ਦੀ। ਉਹ ਮੈਂ ਕਿਹਾ ਮੈਂ ਕਦੇ ਅਸੀਂ ਭੁੱਲ ਤਾਂ ਨਹੀਂ ਗਏ। ਮੈਂ ਕਿਹਾ ਸਰੋਤਿਆਂ ਨੂੰ ਪੁੱਛਾਂਗੇ ਵੀ ਯਾਰ ਬੋਤਾ ਜਦੋਂ ਬੈਠਦਾ ਉਹ ਕਿਸ ਤਰੀਕੇ ਨਾਲ ਬੈਠਦਾ ਤੇ ਜਦੋਂ ਉੱਠਦਾ ਹੈ, ਕਿਉਂਕਿ ਤੁਸੀਂ ਆਪ ਸੁਣਿਆ ਹੋਊਗਾ, ਸਾਡੇ ਵੀ ਬਜ਼ੁਰਗ ਕਹਿੰਦੇ ਸੀ ਮਤਲਬ ਵੀ ਪਾਖੜੇ ਨੂੰ ਸਮਾਰ ਕੇ ਹੱਥ ਪਾ ਕੇ ਬੈਠੀ, ਇਹ 2 ਵਾਰੀ ਬਹਿੰਦਾ ਤੇ 2 ਵਾਰੀ ਉੱਠਦਾ ਵੀ ਬੋਤਾ। ਵਾਕਈ ਮੈਂ ਬੈਠਾ ਸੋਚਿਆ ਜਾਂਦਾ, ਮੈਂ ਵਾਕਈ ਯਾਰ 2 ਵਾਰੀ ਉੱਠਦਾ ਤੇ 2 ਵਾਰੀ ਬਹਿੰਦਾ, ਹਨਾ। ਤੇ ਮਤਲਬ ਉਹ ਪਹਿਲੇ ਉੱਤੇ ਬੈਠੇ ਸਵਾਰ ਨੂੰ ਉਹ ਜਿਹੜਾ ਕੋਈ ਪਹਿਲੀ ਵਾਰ ਜਾਂ ਪੂਰਾ ਪੱਕਿਆ ਨਹੀਂ ਸੀ ਹੁੰਦਾ, ਹਨਾ, ਉਹਨੂੰ ਦੱਸ ਦਿੰਦੇ ਸੀ ਮੈਂ ਥੋੜਾ ਜਿਹਾ ਵੀ ਭਾਈ ਥੋੜਾ ਸਾਧ ਨਾਲ ਕੋਈ ਬੈਠੇ, ਇਹ 2 ਵਾਰੀ ਉੱਠੂਗਾ ਤੇ 2 ਵਾਰੀ ਬੈਠੂਗਾ। ਅੱਛਾ, ਮੈਂ ਅੱਜ ਮੇਰੇ ਦਿਮਾਗ 'ਚ ਚੱਲ ਸਰੋਤਿਆਂ ਨਾਲ ਗੱਲ ਸਾਂਝੀ ਕਰਾਂ ਵੀ ਕਿੰਨੇ ਕੁ ਮਤਲਬ ਵੀ ਉਹਦੇ ਬਾਰੇ ਜਾਣਦਾ ਵੀ ਜਦੋਂ ਬੋਤਾ ਬਹਿੰਦਾ ਵੀ ਉਹ ਕਿਸ ਪੋਜੀਸ਼ਨ 'ਚ ਬਹਿੰਦਾ ਤੇ ਜਦੋਂ ਉੱਠਦਾ ਖੜਾ ਹੁੰਦਾ ਤੇ ਉਹ ਕਿਸ ਪੋਜੀਸ਼ਨ 'ਚ ਖੜਾ ਹੁੰਦਾ, ਹਨਾ। ਮਤਲਬ ਵੀ ਹੈਗਾ, ਪਹਿਲਾਂ ਆਪਾਂ ਸਰੋਤਿਆਂ ਨੂੰ ਪੁੱਛ ਲੈਂਦੇ ਤੇ ਜੇ ਤੁਹਾਨੂੰ ਧਿਆਨ ਹੋਊਗਾ ਵੀ ਜਦੋਂ ਮਤਲਬ ਵੀ ਉਹ ਪਹਿਲਾਂ ਪਹਿਲਾਂ ਮਗਰ ਤੋਂ ਬਹਿੰਦਾ ਕਿ ਮੂਹਰ ਤੋਂ ਬਹਿੰਦਾ ਤੇ ਉੱਠਣ ਲੱਗਾ ਕਿਵੇਂ, ਇਹ ਤਾਂ ਤੁਸੀਂ ਦੱਸ ਬੈਠਣਾ। ਫਿਰ ਐਵੇਂ ਕਰਦੇ ਕਰਦੇ ਤੇ ਆਪਾਂ ਸਰੋਤਿਆਂ ਨੂੰ ਪੁੱਛ ਲਿਆ ਹੈਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਬੋਤਾ ਬਹਿੰਦਾ ਹੈਗਾ। ਊੜਾ ਊਠ ਔਰ ਜੇ ਸਭ ਤੋਂ ਪਹਿਲਾ ਅੱਖਰ ਹੈ ਪੰਜਾਬੀ ਦਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਵੀ ਜਵਾਕ ਊੜਾ ਊਠ ਸਿੱਖ ਜਾਣ ਤੇ ਸਿੱਖਿਆ ਕਲਾਸਿਸ ਨੂੰ ਜੁਆਇਨ ਕਰ ਲਓ। ਔਰ ਸਿੱਖਿਆ ਕਲਾਸਿਸ ਨੂੰ ਜੁਆਇਨ ਕਰਨ ਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 204 463 0110। ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਲਿਓ। ਬਹੁਤ ਸਾਰੀਆਂ ਐਡਮਿਸ਼ਨਸ ਚਾਲੂ ਨੇ, ਹੋ ਰਹੀਆਂ ਨੇ ਔਰ ਤੁਹਾਡੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾਣਗੀਆਂ, ਫੋਨ ਦੀ ਸਕਰੀਨ ਦੇ ਉੱਤੇ ਦਿੱਤੀਆਂ ਜਾਣਗੀਆਂ, ਚਾਹੇ ਫੋਨ ਹੋਵੇ, ਚਾਹੇ ਟੈਬਲੇਟ ਹੋਵੇ, ਚਾਹੇ ਲੈਪਟਾਪ ਹੋਵੇ। ਤੁਸੀਂ ਘਰੇ ਬੈਠੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਸਕੋਗੇ। ਸੋ ਸ਼ਾਮ ਦਾ ਟਾਈਮ ਪਹਿਲੀ ਕਲਾਸ 6 ਵਜੇ ਤੋਂ ਲੈ ਕੇ 7 ਵਜੇ ਤੱਕ ਚੱਲੇਗੀ ਔਰ ਦੂਜੀ ਕਲਾਸ 7 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲੇਗੀ ਤੇ ਤੀਜੀ ਕਲਾਸ 8 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲੇਗੀ ਔਰ 4 ਸੈਸ਼ਨ ਸ਼ਾਮ ਦੇ ਹੈਗੇ ਨੇ। ਸੋ ਇਹਨਾਂ ਦੀ ਵਧੇਰੇ ਜਾਣਕਾਰੀ, ਕੋਈ ਤੁਹਾਨੂੰ ਸਵਾਲ ਹੋਵੇ ਐਨੀਮੇਸ਼ਨ ਦੇ ਵਿੱਚ, ਐਨੀਮੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਤੁਹਾਡੇ ਬੱਚੇ ਨੂੰ ਪੜ੍ਹਾਇਆ ਜਾਵੇਗਾ। ਸੋ ਪੰਜਾਬੀ ਦੀ ਜਿਹੜੀ ਪਕੜ ਆ ਉਹਨਾਂ ਦੇ ਦਿਮਾਗ ਦੇ ਵਿੱਚ ਬਿਠਾਈ ਜਾਵੇਗੀ, ਚਾਹੇ ਉਹ ਸੁਣਨ ਦੀ ਪਕੜ ਹੋਵੇ, ਚਾਹੇ ਉਹ ਬੋਲਣ ਦੀ ਪਕੜ ਹੋਵੇ ਤੇ ਚਾਹੇ ਉਸ ਤੋਂ ਬਾਅਦ ਲਿਖਣ ਦੀ ਪਕੜ ਹੋਵੇ। ਲਿਖਣ ਤੋਂ ਬਾਅਦ ਜਦੋਂ ਅੱਖਰ ਲਿਖਣੇ ਆ ਗਏ, ਅੱਖਰ ਜੋੜਨੇ ਆ ਜਾਣਗੇ, ਅੱਖਰ ਜੋੜਨੇ ਆ ਗਏ ਤੇ ਅੱਖਰ ਜਿਹੜੇ ਹੈਗੇ ਆ ਵੱਡੇ ਐਸੇ ਜਿਹੜੇ ਆਪਾਂ ਲਿਖਦੇ ਆ, ਲੇਖ ਲਿਖਦੇ ਆ ਤੇ ਲੇਖ ਲਿਖਣੇ ਆ ਜਾਣਗੇ ਔਰ
ਮੁਹਾਵਰੇ ਆ ਜਾਣਗੇ, ਵਾਕ ਬਣਾਉਣੇ ਆ ਜਾਣਗੇ, ਸੋ ਬੜਾ ਕੁਝ ਆ। ਸੋ ਤੁਸੀਂ ਕਾਲ ਕਰ ਲਿਓ 204-463-0110 ਦੇ ਉੱਪਰ। ਊੜਾ ਊਠ ਦੀ ਗੱਲ ਚੱਲਦੀ ਆ ਤੇ ਊਠ ਮਾਨ ਸਾਹਿਬ ਕਹਿੰਦੇ ਆ ਵੀ ਕਿਵੇਂ ਬੈਠਦਾ ਗਾ, ਕੀ ਤਰੀਕਾ ਬੈਠਣ ਦਾ। ਆਪਾਂ ਹੋਰ ਵੀ ਪਸ਼ੂ ਦੇਖਦੇ ਆ ਉਹਨਾਂ ਦੇ ਬੈਠਣ ਦਾ ਤਰੀਕਾ, ਤੇ ਊਠ ਤੇ ਬੈਠਣ ਦਾ ਤਰੀਕਾ ਕਿਉਂ ਖਾਸ ਆ, ਕਿਸ ਤਰੀਕੇ ਨਾਲ ਊਠ ਆ ਜਿਹੜਾ ਬਹਿੰਦਾ ਗਾ ਤੇ ਉੱਠਦਾ ਕਿਵੇਂ ਆ, ਤੇ ਉੱਠਦਾ ਕਿਵੇਂ ਆ। 5000 ਨੰਬਰ ਤੁਸੀਂ ਆਉਂਦੀ ਇਹਨੂੰ ਜੀ। ਹੈਲੋ, ਅੱਛਾ ਬਟਨ ਨਹੀਂ ਨੱਪਿਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿਹੜਾ ਬੋਤਾ ਪਹਿਲਾਂ ਮਗਰਲਾ ਪਾਸੇ ਥੱਲੇ ਜਾਂਦਾ ਪੈਂਦਾ, ਪਿਛਲੀਆਂ ਲੱਤਾਂ ਮਗਰ ਨੂੰ ਝੋਕਾ ਵਧਾ ਵੀ ਦੇਖਦੇ ਮਗਰ ਨੂੰ, ਤੇ ਫਿਰ ਮੂਹਰਲਾ ਪਾਸੇ ਕਹਿੰਦਾ ਮੂਹਰ ਨੂੰ ਝੋਕਾ ਵੱਜਦੇ, ਤੇ ਫਿਰ ਉਹ ਬਹਿੰਦਾ ਪੂਰੀਆਂ ਲੱਤਾਂ ਮਗਰ ਲਾ ਕੇ, ਤੇ ਫਿਰ ਨਹੀਂ ਮੂਹਰੇ ਗੋਡੇ ਹੌਲੀ ਹੌਲੀ ਐਡੀ ਛੇਤੀ ਤਾਂ ਬੋਤਾ ਵੀ ਨਹੀਂ ਬਹਿੰਦਾ ਜਿੰਨੀ ਛੇਤੀ ਤੁਸੀਂ ਦੱਸੀ ਜਾਂਦੇ ਹੋ। ਹੌਲੀ ਹੌਲੀ ਦੱਸੋ, ਹੌਲੀ ਹੌਲੀ। ਹਾਂਜੀ ਹੌਲੀ ਹੌਲੀ ਦੱਸੋ, ਸਮਝ ਨਹੀਂ ਲੱਗੀ ਸਾਨੂੰ। ਹਾਂਜੀ, ਇਹ ਤਾਂ ਥੋੜਾ ਮੰਬਲ ਜੇ ਕਰਦੇ ਤੇਰੇ ਅੰਕਲ। ਅੱਛਾ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ ਮਨਦੀਪ। ਸਤਿ ਸ਼੍ਰੀ ਅਕਾਲ। ਤੇ ਚੱਲ ਬੋਤਾ ਤਾਂ ਰਣਜੀਤ ਨੇ ਦੱਸ ਹੀ ਦਿੱਤਾ ਵੀ ਪਹਿਲਾਂ ਮੈਂ ਵੈਸੇ ਸਵਾਰੀ ਵੀ ਕੀਤੀ ਕਾਫੀ, ਮੇਰੇ ਬ੍ਰਦਰ ਮੈਨੂੰ ਲੈ ਜਾਂਦੇ ਸੀ ਖੇਤ, ਆਖਣਾ ਖਰਬੂਜਾ ਦੇ ਦਿਆਂਗੇ, ਤੂੰ ਬਹਿ ਜਾ, ਕੋਈ ਨੀ, ਤੁਰ ਕੇ ਹੌਲੀ ਹੌਲੀ ਤੁਰੇਂਗੀ। ਤੇ ਪਹਿਲਾਂ ਪਿਛਲੀਆਂ ਲੱਤਾਂ ਇਹਨਾਂ ਨੇ ਕਿਹਾ ਵੀ ਪਿਛਲੀਆਂ ਲੱਤਾਂ, ਮੈਨੂੰ ਵੀ ਪਤਾ ਵੀ ਪਿਛਲੇ ਖੁਰੀ ਬਹਿੰਦਾ ਹੈ, 2 ਵਾਰੀ ਬਹਿੰਦਾ, ਮਤਲਬ ਬਹਿਣ ਚ ਕਾਫੀ ਟਾਈਮ ਲਾਉਂਦਾ। ਜਦੋਂ ਬੈਠਣ ਲੱਗਿਆ ਪਹਿਲਾਂ ਪਿਛਲੀਆਂ ਲੱਤਾਂ ਥੱਲੇ ਲਾਉਂਦਾ, ਗੁੱਡ ਨਹੀਂ ਲਾਉਂਦਾ ਪਿਛਲੀਆਂ ਲੱਤਾਂ। ਹਾਂਜੀ ਅਸੀਂ ਤਾਂ ਇਹ ਸਵਾਲ ਕੀਤਾ ਸੀ ਭੈਣ ਜੀ ਵੀ ਨਾ ਆਪਣਾ ਪੰਜਾਬ ਤੋਂ ਆਇਆ ਤੇ ਆਪਾਂ ਭੁੱਲ ਗਏ ਸਾਡੇ ਸੱਭਿਆਚਾਰ ਦੀਆਂ ਜਿਹੜੀਆਂ ਸਭ ਗੱਲਾਂ ਸੀ ਨਾ, ਉਹਨੂੰ ਭੁੱਲ ਗਏ। ਤੇ ਵੀ ਦੂਜੀ ਵਾਰ ਆਪਾਂ ਵੇਖੀਏ ਵੀ ਕਿੰਨੇ ਕੁ ਨੂੰ ਸਹੀ ਪਤਾ ਹੈ ਵੀ ਬੋਤਾ ਬਹਿੰਦਾ ਕਿਵੇਂ ਤੇ ਉੱਠਦਾ ਕਿਵੇਂ ਹੈ, ਇਹਨੂੰ ਕਿਉਂ ਕਹਿੰਦੇ ਵੀ ਇਹ 2 ਵਾਰੀ। ਹੋਰ ਤੁਹਾਨੂੰ ਹੋਰ ਬਹੁਤ ਆ ਜਾਣੀਆਂ ਕਾਲਾਂ ਦੱਸਦੇ ਨੇ, ਕਿਉਂਕਿ ਆਪਾਂ ਪਿੰਡਾਂ ਚੋਂ ਆਏ ਹਾਂ। ਬੋਤਾ ਸਾਡੇ ਤਾਂ ਘਰੇ ਵੈਸੇ ਸੀਗਾ, ਮੈਂ ਤਾਂ ਮਤਲਬ ਬਹੁਤ ਫੋਟੋ ਵੀ ਲਿਆ ਕੇ ਰੱਖੀਆਂ ਹੋਈਆਂ। ਹਾਂਜੀ ਤੇ ਮੈਂ ਤੁਹਾਨੂੰ ਬੋਲੀ ਸੁਣਾਉਣੀ ਇੱਕ। ਹਾਂਜੀ। ਬੋਤਾ ਬੰਨ ਲਾ ਸਰਵਣਾ ਵੀਰਾ, ਵੇ ਕਿੱਲੀਆਂ ਰੰਗੀਨ ਗੱਡੀਆਂ। ਫਿਰ ਉਹ ਵੀਰ ਕਹਿੰਦਾ ਵੀ ਬੋਤਾ ਭੈਣੇ ਫੇਰ ਬੰਨ ਲਊ, ਮੱਥਾ ਟੇਕਦਾ ਅੰਮਾਂ ਦੀ ਚਾਹੀਦੀ। ਬਹੁਤ ਵਧੀਆ ਕੀਤਾ ਜੀ, ਥੈਂਕ ਯੂ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਹੈ, ਥੈਂਕ ਯੂ ਜੀ। ਦੋਸਤੋ ਕਾਲ ਕਰਕੇ ਦੱਸਿਓ, ਫਿਰ ਉਧਰ ਤਾਂ ਨਹੀਂ ਕਾਲ ਕਰ ਰਹੇ ਤੁਸੀਂ। 204-235-51 ਦਾ ਸਟੂਡੀਓ ਦੇ ਫੋਨ ਨੰਬਰ ਆ, ਨੰਬਰ ਧਿਆਨ ਨਾਲ ਨੋਟ ਕਰ ਲਓ, ਕਈ ਵਾਰ ਉਲਝਣ ਪੈ ਜਾਂਦੀ ਆ। ਤੁਸੀਂ ਉਧਰਲੇ ਸਟੂਡੀਓ 'ਚ ਕਾਲ ਕਰੀ ਜਾਂਦੇ ਹੋਵੋ, ਤੇ ਨੰਬਰ ਆ ਹੈਗਾ 204-235-5110, 204-235-5110 ਦੇ ਉੱਪਰ ਤੁਸੀਂ ਕਾਲ ਕਰਕੇ ਦੱਸਣਾਗਾ ਬੋਤਾ ਕਿਵੇਂ ਬੈਠਦਾ ਗਾ, ਕੀ ਸਹੀ ਉੱਤਰ ਆਗਾ, ਕੀ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਕੀ ਪਿਕਚਰ ਬਣਦੀ ਹੈ, ਕੀ ਤਸਵੀਰ ਬਣਦੀ ਹੈ ਬੋਤਾ ਬੈਠਣ ਵੇਲੇ। ਵੀਡੀਓ ਚੱਲਣੀ ਚਾਹੀਦੀ ਹੈ, ਫੋਟੋ ਨਾਲ ਕਿਤੇ ਵੀਡੀਓ ਚੱਲਣੀ ਚਾਹੀਦੀ ਹੈ ਵੀ ਕਿਵੇਂ ਬੈਠਦਾ, ਸੋਚ ਕੇ ਜਰਾ ਦੱਸਿਓ। ਤੇ ਫਿਰ ਉੱਠਦਾ ਕਿਵੇਂ ਆ, ਥੋੜਾ ਜਿਹਾ ਮਨੋਰੰਜਨ ਹੋ ਜਾਊਗਾ। ਤੇ 204-235-51 ਦਾ ਸਟੂਡੀਓ ਦੇ ਫੋਨ ਨੰਬਰ ਆ। ਔਰ ਜਗਰੂਪ ਹੇਅਰ ਬਾਈ ਜੀ, ਬੜੇ ਮੂੰਹਾਂ ਬਾਅਦ ਚਿਰ ਦਿਖਾਇਆ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਮਾਨ ਸਾਹਿਬ। ਸਤਿ ਸ਼੍ਰੀ ਅਕਾਲ ਜਗਰੂ, ਸਤਿ ਸ਼੍ਰੀ ਅਕਾਲ। ਹਾਂਜੀ ਮਨਦੀਪ, ਕੀ ਹਾਲ ਹੈ? ਵਧੀਆ ਚੜ੍ਹਦੀ ਕਲਾ। ਮੈਂ ਕਿਹਾ ਬੜੇ ਚਿਰ ਬਾਅਦ ਹਾਜ਼ਰੀ ਲਵਾਈ ਆ। ਹਾਂਜੀ, ਮੈਂ ਸੁਣਦਾ ਹੁੰਦਾ ਤੁਹਾਨੂੰ, ਤੇ ਮੈਂ ਕਿਹਾ ਨਾ ਹੀ ਬੋਲਾਂ, ਫਿਰ ਅੱਜ ਤੋਂ ਰਹਿ ਨਹੀਂ ਹੋਇਆ, ਮੈਂ ਕਿਹਾ ਚੱਲ ਚੰਗਾ। ਤੇ ਅੱਛਾ, ਇਸ ਤਰ੍ਹਾਂ ਹੈਗਾ ਮਾਨ ਸਾਹਿਬ, ਮੈਂ ਨਾ ਇੱਕ ਇੱਥੇ ਆਪਣੇ ਉਹ ਦੌਦਰ ਦੇ ਹੀ ਆ ਮੁੰਡੇ, ਆਪਣੇ ਮੋਗੇ ਇਲਾਕੇ ਦੇ, ਉਹਨਾਂ ਦਾ ਆਪਦਾ YouTube ਚੈਨਲ ਹੈ। ਪੁਸ਼ਕਰ ਤੋਂ ਉਹਨਾਂ ਨੇ ਇੱਕ ਵੀਡੀਓ ਬਣਾਈ ਸੀਗੀ, ਜਦੋਂ ਉੱਥੇ ਇੱਕ ਮੰਡੀ ਬਹੁਤ ਵੱਡੀ ਲੱਗਦੀ ਆ ਊਠਾਂ ਦੀ ਤੇ ਘੋੜਿਆਂ ਦੀ, ਰਾਜਸਥਾਨ ਦੇ ਵਿੱਚ। ਤੇ ਇੰਨੀ ਬੇਕਦਰੀ ਹੋ ਗਈ ਨਾ ਜੀ ਇਸ ਜਾਨਵਰ ਦੀ, ਬਿਲਕੁਲ ਪਤਾ ਨਹੀਂ ਕੀ ਕਾਰਨ ਆ। ਕੁਛ ਤਾਂ ਜਿਹੜਾ ਵਪਾਰ ਬੰਦ ਹੋ ਗਿਆ ਨਾ ਪਾਕਿਸਤਾਨ ਦੇ ਨਾਲ, ਮੇਰਾ ਖਿਆਲ ਉੱਧਰ ਜਾਂਦੇ ਸੀਗੇ ਇਹ। ਤੇ ਉਹ ਮਤਲਬ ਕਿ ਬਹੁਤ ਵਧੀਆ ਊਠ, ਤੇ ਮਤਲਬ ਕਿ ਬੋਤੀ, ਮਗਰ ਉਹਦੇ ਵਛੇਰਾ ਬਹੁਤ ਸੋਹਣਾ, ਵਛੇਰਾ ਨਹੀਂ ਕਹਿੰਦੇ, ਬਤਾਰੂ। ਤੇ ਉਹ 25,000 ਦੀ, ਤੇ 10-15,000 ਦਾ ਬੋਤਾ, ਮਤਲਬ ਕਿ ਇੰਨੀ ਘੱਟ ਕੀਮਤ। ਤੇ ਉਹ ਲੋਕ ਜਿਨ੍ਹਾਂ ਦਾ ਰੁਜ਼ਗਾਰ ਹੀ ਸਿਰਫ ਬੋਤਿਆਂ ਤੇ ਆ ਰਾਜਸਥਾਨ ਚ, ਅੱਜ ਵੀ ਉਹ ਥਾਂ ਹੈਗੇ ਆ। ਤੇ ਮੇਰਾ ਇੱਕ ਆਈਡੀਆ ਹੈਗਾ, ਜੇ ਕਿਤੇ ਟਾਈਮ ਵਫਾ ਕੀਤਾ ਤਾਂ, ਵੀ ਖਰਾਸ ਹੁੰਦਾ ਸੀ ਜੀ ਪਿੰਡਾਂ ਦੇ ਵਿੱਚ, ਤੇ ਬੋਤਾ ਲਿਆਣ ਕੇ, ਤੇ ਉਹ ਵਿਚਾਰਾ ਕੁਛ ਵੀ ਨਹੀਂ ਖਾਂਦਾ, ਮਤਲਬ ਕਿ ਐਵੇਂ ਸੁੱਕਾ ਨੀਰਾ ਜਿਹਾ ਖਾ ਕੇ, ਤੇ ਸਾਰੀ ਦਿਹਾੜੀ ਉਹ ਤੁਹਾਡਾ ਕੰਮ ਕਰੀ ਜਾਂਦਾ। ਤੇ ਮੇਰਾ ਖਿਆਲ ਹੈ ਵੀ ਉਹ ਸਭ ਤੋਂ ਸਸਤਾ ਤੁਹਾਨੂੰ ਕੰਮ ਦੇ ਸਕਦਾ। ਤੇ ਉਹਨੂੰ ਸਾਰੀ ਦਿਹਾੜੀ ਉਹਨੇ ਕੰਮ ਕਰੀ ਜਾਣਾ, ਉਹਨੇ ਵਿਚਾਰੇ ਨੇ, ਮਗਰ ਬੰਦਾ ਵੀ ਨਹੀਂ ਚਾਹੀਦਾ, ਉਹਨੇ ਆਪ ਹੀ ਘਾਸ ਚਲਾਈ ਜਾਣਾ। ਤੇ ਮੇਰਾ ਖਿਆਲ ਵੀ 5-7 ਮਣ ਦਾਣੇ ਉਹਨੇ ਪੀ ਦੇਣੇ।
ਤੇ ਇਹ ਇਸ ਤਰ੍ਹਾਂ ਦੇ ਕੋਈ ਲੋਕਾਂ ਨੂੰ ਕਰਨਾ ਚਾਹੀਦਾ, ਨਾਲੇ ਵਧੀਆ ਆਟਾ ਬਣੇ, ਸਾਡਾ ਸਵਾਲ ਉਹਨਾਂ ਦੀ ਜਾਨਵਰਾਂ ਦੀ ਕਦਰ ਹੋਵੇ। ਨਹੀਂ, ਸਾਡਾ ਸਵਾਲ ਸੀਗਾ ਅੱਜ ਗਰੁੱਪ ਵੀ ਬੋਤਾ ਬੈਠਦਾ ਕਿਵੇਂ ਹੈ ਤੇ ਉੱਠਦਾ ਕਿਵੇਂ ਹੈ, ਇਹਨੂੰ ਕਿਉਂ ਕਿਹਾ ਜਾਂਦਾ ਵੀ 2 ਵਾਰੀ ਬਹਿੰਦਾ ਤੇ 2 ਵਾਰੀ ਉੱਠਦਾ? ਇਹ ਜੀ ਇਹਦੀਆਂ ਲੱਤਾਂ ਬਾਹਲੀਆਂ ਵੱਡੀਆਂ ਹੁੰਦੀਆਂ ਤੇ ਉਹਨੇ ਫੋਲਡ ਕਰਨੀਆਂ ਹੁੰਦੀਆਂ। ਤੇ ਮੈਂ ਇੱਕ ਮੇਰੇ ਮਾਮੇ ਦੇ ਘਰੇ ਆਉਂਦਾ ਹੁੰਦਾ ਸੀਗਾ ਬੋਤਾ ਲੈ ਕੇ, ਮੇਰੇ ਨਾਨਕੀ, ਮੈਂ ਉਦੋਂ ਛੋਟਾ ਹੁੰਦਾ ਸੀ ਤੇ ਮੈਨੂੰ ਬੜਾ ਚਾਅ ਸੀਗਾ ਝੂਟਾ ਲੈਣ ਦਾ ਬੋਤੇ ਦੇ। ਤੇ ਇੱਕ ਵਾਰ ਜਦੋਂ ਪਹਿਲੀ ਵਾਰ ਮੈਂ ਬੈਠਾ ਤੇ ਮੈਂ ਪਿੱਛੇ ਡਿੱਗ ਪਿਆ ਤੇ ਉਹਨੇ ਮੈਨੂੰ ਫੜ ਲਿਆ ਡਿੱਗਦੇ ਨੂੰ। ਫਿਰ ਉਹਨੇ ਮੈਨੂੰ ਦੱਸਿਆ ਵੀ ਜਦੋਂ ਇਹ ਮੂਹਰਾ ਅੱਗੇ ਨੂੰ ਅਗਲਾ ਪਾਸਾ ਤਾਂ ਨੂੰ ਚੱਕਦਾ ਤਾਂ ਆਪਦਾ ਭਾਰ ਗਾਂਹ ਨੂੰ ਕਰਨਾ, ਤੇ ਜਦੋਂ ਪਛਾਣ ਵਾਲਾ ਤਾਂ ਫਿਰ ਪਛਾਣ। ਫਿਰ ਉਹਨੇ ਮੈਨੂੰ ਮਤਲਬ ਕਿ ਦੱਸਿਆ ਵੀ ਕਿਸ ਤਰ੍ਹਾਂ ਇਹਦੇ ਤੇ ਸਵਾਰੀ ਕਰਨੀ ਆ। ਤੇ ਹੁਣ ਮੈਨੂੰ ਯਾਦ ਨਹੀਂ ਆ ਕਿਉਂਕਿ ਸਾਡੇ ਪਹਿਲਾਂ ਹੁੰਦੇ ਸੀ ਬੋਤੇ, ਸਾਡੇ ਦਾਦਿਆਂ ਨੇ ਤਾਂ ਬਹੁਤ ਰੱਖੇ ਆ। ਅਸੀਂ ਸਵਾਲ ਹੀ ਮੈਂ ਤੇ ਮਨਦੀਪ ਨੇ ਇਸੇ ਕਰਕੇ ਪਾਇਆ ਵੀ ਬੋਤਾ ਕਿਹੜੀ ਪੋਜੀਸ਼ਨ 'ਚ ਬੈਠਦਾ ਤੇ ਕਿਹੜੀ ਪੋਜੀਸ਼ਨ ਵਿੱਚ ਉੱਠਦਾ, ਵੀ ਥੋੜਾ ਜਿਹਾ ਯਾਦ ਕਰਾ ਦਈਏ ਸੋਤੇ ਨੂੰ। ਹਾਂਜੀ, ਇਹ ਇੱਕ ਜ਼ਰੂਰ ਹੈ ਜੀ, ਜੇ ਕਿਸੇ ਨੂੰ ਬੋਤੇ ਤੇ ਚੜ੍ਹਨ ਦਾ ਮੌਕਾ ਮਿਲੇ ਤਾਂ ਇਹ ਵੇਖ ਲਿਓ ਵੀ ਜਦੋਂ ਉਹ ਮੂਹਰਲਾ ਪਾਸਾ ਨੀਵਾਂ ਕਰਦਾ ਤਾਂ ਭਾਰ ਗਾਂਹ ਨੂੰ ਸਿੱਟੋ, ਤੇ ਜਦੋਂ ਪਿਛਲਾ ਪਾਸਾ ਦੂਜਾ ਤਾਂ ਨੂੰ ਚੱਕਦਾ ਤਾਂ ਉਹਦੇ ਨਾਲ ਮੈਚ ਕਰਨਾ ਪੈਂਦਾ, ਤੇ ਨਹੀਂ ਰੁੜ ਜਾਂਦੇ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 204 235 51 ਦਾ ਸਟੂਡੀਓ ਦੇ ਫੋਨ ਨੰਬਰ ਹੈ, 204 235 235 511 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਤੇ ਇਹ ਮਾਨ ਸਾਹਿਬ ਮੈਨੂੰ ਲੱਗਦਾ ਸਵਾਲ ਇਹ ਹੋਣਾ ਚਾਹੀਦਾ ਵੀ ਬੋਤੇ ਦੇ ਬੱਚੇ ਨੂੰ ਕੀ ਕਹਿੰਦੇ ਆ, ਉਹ ਮੈਨੂੰ ਨਹੀਂ ਪਤਾ ਸੀ ਜਿਹੜਾ ਤੁਸੀਂ ਦੱਸਿਆ ਸੀ ਹੁਣੇ। ਨਹੀਂ, ਇੱਕ ਵਾਰ ਆਪਾਂ ਪ੍ਰੋਗਰਾਮ ਤਾਂ ਕੀਤਾ ਸੀ। ਹਾਂਜੀ, ਵੀ ਬਤਾਰੂ ਕਹਿੰਦੇ ਆ, ਮੇਮਣਾ ਕਹਿੰਦੇ ਆ, ਕਟਰੂ ਕਹਿੰਦੇ ਆ, ਬਸ਼ੇਰਾ ਕਹਿੰਦੇ ਆ, ਤੇ ਆਪਾਂ ਸਵਾਲ ਪਾਇਆ ਸੀ ਮਤਲਬ ਗਧੇ ਦੇ ਬੱਚੇ ਨੂੰ ਕੀ ਕਹਿੰਦੇ ਆ। ਫਿਰ ਮੇਰਾ ਕਲਾਸ 'ਚ ਧਿਆਨ ਹੀ ਨਹੀਂ ਸੀ, ਬਾਹਰ ਧਿਆਨ, ਤੇ ਉਹ ਦੱਸਿਆ ਨਹੀਂ ਸੀ ਗਿਆ, ਫਿਰ ਆਪਾਂ ਨੂੰ ਦੱਸਣਾ ਪਿਆ ਸੀ ਵੀ ਖੋਤੇ ਦੇ ਬੱਚੇ ਨੂੰ ਕੀ ਕਹਿੰਦੇ ਆ। ਤੇ ਇਸ ਕਰਕੇ ਨਾ ਮਤਲਬ ਵੀ ਆਪਾਂ ਹੁਣ ਇਹ ਵੀ ਬੜਾ ਇੰਟਰਸਟਿੰਗ ਗੱਲ ਮੇਰੇ ਦਿਮਾਗ 'ਚ ਆ ਗਈ। ਮੈਂ ਕਿਹਾ ਵੀ ਬੋਤੇ ਬਾਰੇ ਪਤਾ ਕਰਕੇ ਵੀ ਕਿੰਨੇ ਕੁ ਨੂੰ ਪਤਾ ਵੀ ਬੋਤਾ ਕਿਹੜੀ ਪੋਜੀਸ਼ਨ 'ਚ ਬੈਠਦਾ ਹੈ ਨਾ, ਤੇ ਕਿਹੜੀ ਪੋਜੀਸ਼ਨ 'ਚ ਉੱਠਦਾ ਇਹ। ਤੇ ਬਾਕੀ ਜਦੋਂ ਇਹਦਾ ਇੱਕ ਇਹਦੀ ਕਾਠੀ ਹੁੰਦੀ ਆ, ਇੱਕ ਇਹਦਾ ਜ਼ਿਆਦਾ ਜਿਹੜਾ ਇਹਦੇ ਪਾਇਆ ਜਾਂਦਾ ਪਾਖੜਾ ਹੁੰਦਾ, ਜ਼ਿਆਦਾ ਪਾਇਆ ਜਾਂਦਾ ਹਨਾ, ਤੇ ਮੁਹਾਰ ਹੁੰਦੀ ਆ, ਤੇ ਲਾਠੀ ਹੁੰਦੇ ਦੋਨੇ ਪਾਸੇ ਨੱਕਾ। ਜੇ ਕਈਆਂ ਬੋਤਾਂ ਦੇ ਦੇਖੋ ਨੱਕ ਟੁੱਟ ਜਾਂਦਾ, ਫਿਰ ਉਹ ਸਿਆਲ ਦੇ ਮਹੀਨੇ ਮਸਤ ਉੱਠਦਾ ਇਹ ਹਨਾ, ਬਹੁਤ ਜ਼ਿਆਦਾ ਮਸਤੀ ਹੁੰਦੀ ਹੈ ਇਹਨੂੰ ਦਸੰਬਰ ਜਨਵਰੀ ਮਹੀਨੇ ਠੰਡ ਦੇ ਵਿੱਚ। ਤੇ ਫਿਰ ਨਾ ਮਤਲਬ ਇਹ ਜੀਭ ਜੀ ਕੱਢ ਲੈਂਦਾ, ਤਾਂ ਤੋਂ ਇਹ ਫਲਾ ਲੈਂਦਾ, ਝੱਗ ਵੀ ਸਿੱਟਦਾ, ਬਹੁਤ ਮਦਦ ਕਰਦਾ ਹਨਾ। ਤੇ ਫਿਰ ਪਿੱਛੋਂ ਇਹਦੀ ਪੂਛ ਬੰਨ ਦਈਦੇ ਆ, ਉਹਨੂੰ ਮੱਕੜਾ ਕਹਿੰਦੇ ਆ, ਵੀ ਮੱਕੜਾ ਬੰਨਤਾ ਜੀ ਮਤਲਬ ਕਰਕੇ ਹਨਾ, ਯਾਨੀ ਕਿ ਉਹ 2 ਮਹੀਨੇ ਉਹਨੂੰ ਚਿਕਲਾ ਚੜਾ ਕੇ ਰੱਖਣਾ ਪੈਂਦਾ ਜਦੋਂ ਬੋਤਾ ਮਸਤੀ ਉੱਠਦਾ ਹਨਾ। ਤੇ ਫਿਰ ਜਦੋਂ ਬਹੁਤਾ ਬੋਤਾ ਖਰਾਬ ਕਰਨ ਲੱਗ ਜੇ ਤੇ ਫਿਰ ਉਸਦੇ ਮਤਲਬ ਨਾ ਉਹਨੂੰ ਸੇਬਾ ਕਹਿੰਦੇ ਵੀ ਸੇਬਾ ਮਾਰਤਾ। ਉਹ ਫਿਰ ਮਤਲਬ ਵੀ ਤਾਹਾਂ ਵਾਲੇ ਮਤਲਬ ਵੀ ਨੱਕ ਦੇ ਨਾਲ ਤੇ ਬੁੱਲ ਦੇ ਸੰਨ ਦੀ ਮੁਹਾਰ ਦੇ ਥੱਲੇ ਜਿੱਥੇ ਜ਼ਿਆਦਾ ਪੇਨ ਮੰਨਦਾ ਇਹ ਨੱਕ ਤੋਂ, ਉੱਥੇ ਫਿਰ ਉਹ ਰੱਸੀ ਕਿਹੜਾ ਆਪਣੇ ਸੂਏ ਨਾਲ ਮੁਰੀ ਕਰਕੇ ਉਹ ਜੇ ਫਿਰ ਮਤਲਬ ਰੱਸੀ ਪਾ ਕੇ ਤੇ ਉਹਦੇ ਨਾਲ ਇੱਕ ਹੋਰ ਮੁਹਾਰ ਤਿਆਰ ਕਰ ਲੈਂਦੇ ਤਾਂ ਕਿ ਮਤਲਬ ਵੀ ਇਹਨੂੰ ਕੰਟਰੋਲ ਕੀਤਾ ਜਾ ਸਕੇ। ਤੇ ਆਪਾਂ ਚਲੋ ਵੇਖਦੇ ਹਾਂ ਅਗਲੇ ਕੱਲ ਨੂੰ ਵੀ ਜਿਹੜਾ ਬੋਤਾ ਇਹਦੀ ਬੈਠਣ ਦੀ ਤੇ ਉੱਠਣ ਦੀ ਪੋਜੀਸ਼ਨ ਕੀ ਹੁੰਦੀ ਆ। ਠੀਕ ਹੈ ਜੀ। 806 ਨੰਬਰ ਤੁਸੀਂ ਆਉਂਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬੋਤੇ ਦੀ ਕਹਾਣੀ ਚੱਲਦੀ ਹੈ। ਹਾਂਜੀ ਹਾਂਜੀ। ਬੋਤਾ ਪਹਿਲਾਂ ਤਾਂ ਮੂਹਰਲੀਆਂ ਕੋਟਲੀਆਂ ਸਿੱਟ ਕੇ ਬਹਿੰਦਾ। ਹਾਂਜੀ। ਅੱਛਾ। ਫਿਰ ਮੈਂ ਪਿਛਲੀਆਂ ਲਾ ਕੇ ਬਹਿੰਦਾ। ਅੱਛਾ। ਹਾਂਜੀ। ਜਦੋਂ ਉੱਠਣ ਵੇਲੇ ਪਿੱਛਾ ਪਹਿਲਾਂ ਚੱਕਦਾ, ਫਿਰ ਧੌਣ ਚੱਕਦਾ, ਫਿਰ ਅੱਗਾ ਚੱਕਦਾ। ਹਾਂ ਠੀਕ ਹੈ। 3 ਵਾਰੀ ਉੱਠਦਾ, ਬਹਿੰਦਾ 2 ਵਾਰੀ। ਠੀਕ ਹੈ। ਉੱਠਣ ਵੇਲੇ 3 ਵਾਰੀ ਉੱਠਦਾ। ਹਾਂ ਤੁਹਾਡਾ ਮਤਲਬ ਠੀਕ ਹੈ, ਸਹੀ ਜਵਾਬ ਹੈ। ਬੋਤਾ ਹਮੇਸ਼ਾ ਜਦੋਂ ਮੁਹਾਰ ਫੜ ਕੇ ਕਰਨਾ ਇਸ਼ 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 ਵੇਖਿਆ ਯਾਦ ਹੈ ਹਨਾ, ਜਦੋਂ ਬੋਤੇ ਨੂੰ ਬਿਠਾਉਣਾ ਹੁੰਦਾ ਤੇ ਬੋਤੇ ਦੀ ਮੁਹਾਰ ਫੜ ਕੇ ਤੇ ਥੋੜਾ ਜਿਹਾ ਉਹਦੇ ਗੋਡਿਆਂ ਨੂੰ ਵੀ ਟੇਡਾ ਜਿਹਾ ਮਾਰੀਦਾ ਜਾਂ ਪੈਰ ਨੂੰ ਮਾਰੀਦਾ ਨਾਲ ਕਹਿੰਦਾ ਇਸ਼ 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 ਹੈ ਜੀ, ਇਸ਼ ਇਸ਼ ਕਰਕੇ ਉਹ ਫਿਰ ਦੋਨੇ ਗੋਡੇ ਪਹਿਲਾਂ ਦੋਨੇ ਗੋਡੇ ਟਿਕਾਉਂਦਾ ਹੈ ਧਰਤੀ ਤੇ, ਫਿਰ ਉਹ ਦੋਨੇ ਗੋਡੇ ਟਿਕਾ ਕੇ ਫਿਰ ਮਗਰਲੇ ਪਾਸੇ ਪਹਿਲਾਂ ਮੂਹਰੋਂ ਪੈਂਦਾ ਫਿਰ ਮਗਰਲੇ। ਉੱਠਣ ਵੇਲੇ ਉਲਟਾ ਹੈ, ਉਹ ਮਗਰੋਂ ਉੱਠਦਾ ਹੈ ਤੇ ਫਿਰ ਮਤਲਬ ਉਹ ਤੋਂ ਹਾਂਜੀ। ਥੈਂਕ ਯੂ ਜੀ। ਥੈਂਕ ਯੂ। ਧੌਣ ਹਿਲਾ ਕੇ ਉੱਠਣਾ, ਮਗਰ ਪਿੱਛਾ ਚੱਕਣਾ। ਹਾਂ। ਫਿਰ ਧੌਣ ਹਿਲਾ ਕੇ ਅੱਗਾ ਚੱਕਣਾ। ਹਾਂ। ਇਸੇ ਕਰਕੇ ਜਿਹੜੇ ਅਣਜਾਣ ਬੰਦੇ ਪਹਿਲੀ ਵਾਰ ਬਹਿੰਦੇ ਜਾਂ ਕੋਈ ਕਰਦੇ ਤੇ ਜਦੋਂ ਉਹ ਉੱਠਨੇ ਜੇ ਖੜੇ ਉੱਠ ਤੋਂ ਬੈਠਣ ਵੇਲੇ ਉਹ ਡਿੱਗ ਪੈਂਦੇ ਮੂਹਰ ਨੂੰ। ਤੇ ਕਈ ਵਾਰ ਮਤਲਬ ਜਦੋਂ ਬੈਠੇ ਉੱਠਣੇ ਖੜਾ ਹੋਣਾ ਫਿਰ ਵੀ ਉਹ ਮੂਹਰ ਨੂੰ ਡਿੱਗ ਪੈਂਦੇ, ਮਤਲਬ ਵੀ ਉਹ ਪਿੱਛੋਂ ਚੱਕਿਆ ਜਾਣਾ ਤੇ ਮੂਹਰਲਾ ਪਾਸਾ ਨੀਵਾਂ ਕਾਫੀ ਹੋ ਜਾਣਾ।
ਪੁੱਠਾ ਇਹ ਨਾ ਇੱਕ ਰੋਟੀ ਨਹੀਂ ਪਕਾਉਂਦਾ, ਜਿਹੜਾ ਮਰਜ਼ੀ ਕੰਮ ਕਰਾਓ ਸਾਰਾ ਕਰਦਾ। ਹਾਂਜੀ ਰੋਟੀ ਨਹੀਂ, ਪੁਰਾਣੇ ਬੰਦੇ ਹਲਟ ਵੀ ਠੀਕ ਠੀਕ, ਆਟਾ ਵੀ ਪਿਆ ਲੈਂਦਾ, ਖਰਾਸ ਤੇ ਜੋੜ ਲਿਆ, ਹਲ ਵੀ ਜੋੜ ਲਿਆ, ਸੁਹਾਗੇ ਵੀ ਜੋੜ ਲਿਆ, ਕਿਤੇ ਜੋੜ ਲਓ। ਠੀਕ ਹੈ। ਸਵਾਰੀ ਕਰਨ ਦੇ ਵੀ ਆਉਂਦਾ ਹੈ, ਤੁਸੀਂ ਇਹਦੇ ਕੱਖ ਪੱਠਾ ਲਿਆਉਣਾ ਹੈ ਖੇਤੋਂ, ਉਹ ਵੀ ਹੁੰਦਾ ਹੈ, ਪੀਣ ਪਿਉਣ ਜਾਣਾ ਉਹ ਵੀ ਹੁੰਦਾ ਹੈ। ਹਾਂਜੀ, ਥੈਂਕ ਯੂ ਜੀ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਔਰ ਅੱਜ ਬੁੱਧਵਾਰ ਦਾ ਪ੍ਰੋਗਰਾਮ ਚੱਲ ਰਿਹਾ ਹੈਗਾ, ਸੋ ਤੁਹਾਡੇ WhatsApp ਦੇ ਉੱਪਰ ਵੀ ਮੈਸੇਜ ਆ ਰਹੇ ਆ, ਉਹ ਵੀ ਰੀਡ ਕਰਦੇ ਆ। ਉਸ ਦੇ ਨਾਲ ਥੋੜੇ ਜਿਹੇ ਕਮਰਸ਼ੀਅਲ। ਸੋ ਬੁੱਧਵਾਰ ਦਾ ਪ੍ਰੋਗਰਾਮ ਆ, ਰਾਜਮਾਨ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਮਾਨ ਸਾਹਿਬ, ਤੁਹਾਡਾ ਵੀ ਇੱਕ ਵਾਰ ਫਿਰ ਸਵਾਗਤ ਹੈ। ਥੈਂਕ ਯੂ ਜੀ। ਔਰ ਬਹੁਤ ਸਾਰੇ ਮੈਨੂੰ ਮੈਸੇਜ ਵੀ ਆ ਰਹੇ ਸੀ, ਉਹ ਵੀ ਰੀਡ ਕਰ ਦਈਏ। ਔਰ ਸੁਖਜੀਤ ਸਿੰਘ ਮਠਾੜੂ ਜੀ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਦਾ, ਔਰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਇਸ ਤੋਂ ਬਿਨਾਂ ਕਹਿੰਦੇ ਜੀ ਸੁਸ਼ੀਲ ਸੋਨੀ ਭਾਜੀ, ਵੈਰੀ ਗੁੱਡ ਭਾਜੀ, ਪ੍ਰੋਗਰਾਮ ਸੁਣ ਰਹੇ ਆ, ਕਹਿੰਦੇ ਗ੍ਰੇਟ ਇੰਟਰਟੇਨਮੈਂਟ ਪ੍ਰੋਗਰਾਮ ਆ, ਕਹਿੰਦੇ ਖੋਤੇ ਦਾ ਬੱਚਾ ਵੀ ਤਾਂ ਫਿਰ ਖੋਤਾ ਹੀ ਹੋਣਾ ਚਾਹੀਦਾ। ਔਰ ਜਸਪਾਲ ਰਮਾਣਾ ਜੀ ਕਹਿੰਦੇ ਕੀ ਪੁੱਛੀਏ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਬਰਕੱਤਾ ਕੀ ਹੁੰਦਾ ਇਹ ਪੁੱਛਿਓ। ਕਹਿੰਦੇ ਸਵਾਲ ਤੇ ਸਵਾਲ ਆਈ ਜਾਂਦੇ ਮਾਨ ਸਾਹਿਬ। ਗੁਰਜੀਤ ਸਿੰਘ ਕੱਲੀ ਜੀ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ, ਕੋਸ਼ਿਸ਼ ਕਰਾਂਗੇ ਜਾਣ ਤੋਂ ਪਹਿਲਾਂ ਇਹ ਗੀਤ ਜੇ ਪਲੇ ਕਰ ਸਕੀਏ। ਇਸ ਤੋਂ ਬਿਨਾਂ ਮੂਸੇ ਵਾਲਾ ਸਿੱਧੂ ਸਾਹਿਬ ਦਾ ਗੀਤ ਦੀ ਵੀ ਫਰਮਾਇਸ਼ ਆਈ ਵੀ ਹੈ, ਜੇਲਾਂ, ਉਹ ਵੀ ਕੋਸ਼ਿਸ਼ ਕਰਾਂਗੇ ਪਲੇ ਕਰ ਦਾਂਗੇ। ਔਰ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਬਰੈਂਪਟਨ ਦੇ ਵਿੱਚ ਇੱਕ ਸਟਰੀਟ ਬਣਨੀ ਹੈ, ਕਹਿੰਦੇ ਇੱਕ ਸਟਰੀਟ ਦਾ ਨਾਮ ਆ, ਉਹ ਸਿੱਧੂ ਮੂਸੇ ਵਾਲੇ ਦੇ ਨਾਮ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਰੱਖੀ ਜਾ ਸਕਦੀ ਹੈ। ਸੋ ਉਹਦੀਆਂ ਮੀਟਿੰਗਸ ਚੱਲ ਰਹੀਆਂ ਨੇ ਬਰੈਂਪਟਨ ਸਿਟੀ ਦੇ ਕਾਉਂਸਲਰਾਂ ਵੱਲੋਂ। ਔਰ ਸੋ ਬਾਕੀ ਅੱਗੇ ਚੱਲ ਕੇ ਜਿਹੜੀ ਖਬਰ ਆ ਤੁਹਾਨੂੰ ਅਪਡੇਟ ਕਰ ਦਾਂਗੇ। ਸੋ ਸਵਾਲ ਦੋ ਆ ਜੀ, ਇੱਕ ਤਾਂ ਕਹਿੰਦੇ ਸਬਰਕੱਤਾ। ਹਾਂਜੀ, ਸਬਰਕੱਤਾ ਕੀ ਹੁੰਦਾ? ਸਬਰਕੱਤਾ ਕੀ ਹੁੰਦਾ? ਸਬਰਕੱਤਾ ਹੁੰਦਾ ਹੈ ਮਤਲਬ ਵੀ ਜਿਹਦੇ ਨਾਲ ਗੱਡੇ ਚੋਂ ਪੁਰਾਣੇ ਸਮੇਂ 'ਚ ਗੱਡੇ ਦੇ ਵਿੱਚੋਂ ਕਣਕ ਜਾਂ ਛੋਲੇ ਲਾਹੇ ਜਾਂਦੇ ਸੀ ਨਾ, ਉਹ ਫੌੜੇ ਦੇ ਵਰਗਾ ਹੁੰਦਾ ਹੈ। ਅੱਛਾ, ਫੌੜੇ ਨਾਲ ਤਾਂ ਗੋਹਾ ਹਟਾਇਆ ਜਾਂਦਾ ਜਾਂ ਹੋਰ ਪਸ਼ੂ ਦਾ ਗੰਦ ਬੰਦ, ਉਹ ਹੁੰਦਾ ਫੌੜੇ ਵਰਗਾ ਹੀ ਹੈ ਤਕਰੀਬਨ, ਆਲਮੋਸਟ। ਹਾਂਜੀ, ਤਕਰੀਬਨ ਬਣਤਰ ਫੌੜੇ ਵਰਗੀ ਹੁੰਦੀ ਹੈ, ਪਰ ਉਹਦੇ ਨਾਲ ਮਤਲਬ ਸਿਰਫ ਤੇ ਸਿਰਫ ਅੰਨ ਦਾਣੇ ਹੀ ਮਤਲਬ ਵੀ ਗੱਡੇ ਚੋਂ ਲਾਹੇ ਜਾਂਦੇ ਆ ਥੱਲੇ, ਹਨਾ। ਜਦੋਂ ਮਤਲਬ ਵੀ ਬੋਰੀਆਂ ਭਰਦੇ ਆ ਜਾਂ ਗੱਡੇ ਦੇ ਵਿੱਚ ਮਤਲਬ ਵੀ ਗੱਡੇ ਨੂੰ ਵਿਹਲਾ ਕਰਨਾ। ਨਾਲੇ ਉਹ ਵੀ ਜਿਵੇਂ ਜਿਹੜਾ ਫੌੜਾ ਹੁੰਦਾ, ਉਹ ਜਿਹੜੀ ਚੀਜ਼ ਖਿੱਚਣ ਵਾਲੀ ਹੁੰਦੀ ਹੈ, ਜਿਹੜੀ ਚੀਜ਼ ਉਹ ਥੋੜੀ ਚੌੜੀ ਹੁੰਦੀ ਹੈ, ਇਹਦੀ ਥੋੜੀ ਜਿਹੀ ਘੱਟ ਹੁੰਦੀ ਹੈ। ਹਾਂ ਮਤਲਬ ਬਣਤਰ ਉਹੀ ਹੁੰਦੀ ਹੈ ਫੌੜੇ ਵਰਗੀ। ਤੇ ਜਿਹਨੂੰ ਜ਼ਿਆਦਾ ਖਿਆਲ ਨਾਲ ਦੇਖਿਆ ਜਾਵੇ ਤਾਂ ਤਕਰੀਬਨ ਬਣਤਰ ਉਹੀ ਜਿਹੀ ਹੁੰਦੀ ਇਹਦੀ। ਤੇ ਇਹਨੂੰ ਉਹ ਸਬਰਕੱਤਾ ਕਹਿ ਦਿੰਦੇ ਆ। ਸਬਰਕੱਤਾ ਸਬਰ, ਹਾਂਜੀ, ਮਤਲਬ ਵੀ ਸਾਰੀ ਗੱਡੇ ਚੋਂ ਭੰਨ ਲਾ ਦਿੰਦਾ ਹੈ, ਆਪ ਨਹੀਂ ਇੱਕ ਵੀ ਦਾਣਾ ਖਾਂਦਾ। ਸਬਰ ਕੱਤਾ, ਹਾਂਜੀ, ਸਬਰ, ਹਾਂਜੀ, ਸਬਰ ਕੱਤਾ, ਤਾਂ ਇਸੇ ਕਰਕੇ ਇਹਦਾ ਨਾਂ ਉਹ ਫੌੜਾ ਹੈ। ਹਾਂਜੀ, ਤੇ ਇਹਨੂੰ ਸਬਰ ਕੱਤਾ, ਸਬਰ ਨੇ ਬੰਦੇ ਦਾ ਸੰਤੋਖ, ਸਬਰ, ਇਹ ਮਤਲਬ ਵੀ ਇੱਕ ਸਬਰ ਵਾਲੀ ਚੀਜ਼ ਨੂੰ ਮੰਨਿਆ ਜਾਂਦਾ ਕਿ ਮਤਲਬ ਵੀ ਪਤਾ ਨਹੀਂ ਕਿੰਨੇ ਗੱਡੇ ਅਨਾਜ ਦੇ ਲਾ ਦਿੰਦਾ ਇਹ, ਤੇ ਰਹਿੰਦਾ ਉਹੀ ਜਿਹਾ ਦਾ ਉਹੀ ਜਿਹਾ ਹੀ ਹੈ, ਹਨਾ। ਸਬਰ ਕੱਤਾ। ਤੇ ਦੂਜਾ ਕੀ ਸਵਾਲ ਸੀ? ਦੂਜਾ ਤੇ ਸਵਾਲ ਨਹੀਂ ਸੀ, ਹਾਸਾ ਮਖੌਲੀ ਸੀਗਾ। ਸੁਸ਼ੀਲ ਭਾਜੀ ਨੇ ਕਿਹਾ ਸੀ, ਕਹਿੰਦੇ ਖੋਤੇ ਦਾ। ਹਾਂਜੀ, ਨਹੀਂ ਉਹ ਆਪਾਂ ਪਿਛਲੇ ਵਾਰ ਵੀ ਬੁੱਝਿਆ ਨਹੀਂ ਸੀਗਾ ਕਿਸ ਤੋਂ। ਹਾਂਜੀ, ਤੇ ਜਿਹੜੇ ਖੋਤੇ ਦੇ ਬੱਚੇ ਨੂੰ ਕਹਿੰਦੇ ਖਤਾਰੂ। ਅੱਛਾ, ਬੋਤੇ ਦੇ ਨੂੰ ਬਤਾਰੂ। ਅੱਛਾ, ਹਨਾ। ਬੱਕਰੀ ਦੇ ਨੂੰ ਮੇਮਣਾ। ਹਾਂਜੀ, ਭੇਡ ਦੇ ਨੂੰ ਲੇਲਾ, ਹਨਾ। ਅੱਛਾ, ਬਛੇਰਾ। ਹਾਂਜੀ, ਘੋੜੇ ਦੇ ਨੂੰ, ਹਾਂਜੀ, ਬੱਛਾ, ਕੱਟਾ, ਹਾਂਜੀ, ਹਨਾ, ਪਸ਼ੂਆਂ ਦੇ। ਤੇ ਮੈਂ ਆਪਾਂ ਪੁੱਛਿਆ ਸੀ, ਕੋਈ ਪੁਰਾਣੀ ਗੱਲ ਆ, ਉਹ ਪੁੱਛਿਆ ਵੀ ਖੋਤੇ ਦੇ ਨੂੰ ਕੀ ਕਹਿੰਦੇ ਆ, ਤੇ ਉਹ ਦੱਸਿਆ ਸੀਗਾ, ਹਨਾ, ਕੋਈ ਖਚਰਾ ਕਹੇ, ਕੋਈ ਕੁਛ ਕਹੇ ਨਾ, ਪਰ ਇਹ ਜਿਹੜਾ ਖੋਤੇ ਦਾ ਬੱਚਾ ਹੁੰਦਾ ਇਹਨੂੰ ਕਹਿੰਦੇ ਖਤਾਰੂ। ਖਤਾਰੂ, ਹਾਂ, ਖਤਾਰੂ। ਕਦੋਂ ਨਾਂ ਰੱਖਿਆ? ਇਹ ਸੌਖਾ ਨਹੀਂ ਰੱਖਿਆ? ਨਹੀਂ, ਸੌਖਾ ਹੀ ਹੈ। ਹੁਣ ਮਤਲਬ ਵੀ ਬਸ਼ਾਰ ਆਪਣਾ ਬੱਚਾ ਹੋ ਗਿਆ, ਕੱਟਾ ਹੋ ਗਿਆ, ਮੇਮਣਾ ਹੋ ਗਿਆ, ਲੇੜਾ ਹੋ ਗਿਆ, ਠੀਕ ਹੈ ਨਾ। ਰਲਦੇ ਮਿਲਦੇ ਨਹੀਂ। ਬਸ਼ੇਰਾ ਹੋ ਗਿਆ, ਉਲਟਾ ਬਤਾਰੂ ਹੋ ਗਿਆ। ਤੇ ਉਹ ਫਿਰ ਹੈ ਤਾਂ ਮਤਲਬ ਜਿਹੜੇ ਪਿੰਡਾਂ ਦੀ ਬੋਲੀ ਹੈ, ਫਿਰ ਇੱਥੇ ਆ ਕੇ ਆਪਾਂ ਭੁੱਲ ਜਾਂਦੇ ਆ। ਉਹ ਤਾਂ ਫਿਰ ਕਦੇ ਕਦੇ ਮਤਲਬ ਵੀ ਖਿਆਲ ਆ ਜਾਂਦਾ ਵੀ ਜਾਂ ਜਿਵੇਂ ਆਪਾਂ ਅੱਜ ਉੱਠਦੇ ਬੈਠਣ ਵਾਲੀ ਗੱਲ ਸੀਗੀ ਵੀ ਇਹ ਕਿਹੜੀ ਪੋਜੀਸ਼ਨ 'ਚ ਬੈਠਦਾ, ਵੀ ਚਲੋ ਥੋੜਾ ਜਿਹਾ ਯਾਦ ਕਰਾ ਦਈਏ। ਬਿਲਕੁਲ ਜੀ। ਔਰ ਕਨੌਰਾ ਤੋਂ ਮੈਸੇਜ ਆਇਆ ਜੈਜੀ ਫਿਜ਼ਲ ਹੋਰਾਂ ਦਾ, ਔਰ ਇਹਨਾਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ। ਗ੍ਰੇਟ ਪ੍ਰੋਗਰਾਮ, ਪਸੰਦ ਕਰ ਰਹੇ ਨੇ ਪ੍ਰੋਗਰਾਮ ਨੂੰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਸਟੂਡੀਓ ਦੇ ਫੋਨ ਨੰਬਰ 204 235 5110 ਆ, 2042355110 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਆ। ਤੇ ਮਾਨ ਸਾਹਿਬ, ਅੱਜ ਤੁਹਾਨੂੰ ਪਤਾ ਹੋਣਾਗਾ ਫੈਡਰਲ EMPLOYE ਆ, ਔਰ ਸਰਕਾਰ ਦੇ ਕਈ ਜਿਹੜੇ ਫੈਡਰਲ ਵਰਕਰ ਨੇ, 1,55,000 ਵਰਕਰ ਅੱਜ ਸਟ੍ਰਾਈਕ ਤੇ ਚਲਾ ਗਿਆ। ਅੱਛਾ, ਹਾਂ, ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ
ਟੈਕਸ ਡਿਪਾਰਟਮੈਂਟ ਦੇ ਵਿੱਚ ਵੀ ਨੇ ਕਈ ਕੰਮ ਕਰਦੇ, ਕਈ ਪਾਸਪੋਰਟ ਆਫਿਸਾਂ ਦੇ ਵਿੱਚ ਕੰਮ ਕਰਦੇ ਆ, ਤੇ ਇਹਨਾਂ ਦੇ ਉੱਤੇ ਜਿਹੜਾ ਹੈਗਾ ਇੰਪੈਕਟ ਪਏਗਾ ਤੇ ਇਮੀਗ੍ਰੇਸ਼ਨ ਦੇ ਉੱਤੇ ਵੀ ਇੰਪੈਕਟ ਪਵੇਗਾ। ਇਮੀਗ੍ਰੇਸ਼ਨ ਦੇ EMPLOYEE ਹੈਗੇ ਆ। ਸੋ ਫੈਡਰਲ ਗਵਰਨਮੈਂਟ ਦੇ 1,55,000 EMPLOYEE ਅੱਜ ਧਰਨੇ ਤੇ ਚਲੇ ਗਏ, ਸਟ੍ਰਾਈਕ ਤੇ ਚਲੇ ਗਏ, ਔਰ ਇਹਨਾਂ ਦੀ ਜੇ ਹੜਤਾਲ ਤੇ ਚਲੇ ਗਏ, ਹੜਤਾਲ ਤੇ ਚਲੇ ਗਏ, ਤੇ ਨਾਲ ਇਹਨਾਂ ਦੀ ਮੰਗ ਆ ਵੀ ਭਾਈ ਸਾਡੇ ਵੀ ਜਿਹੜੇ ਕੰਟਰੈਕਟ ਆ ਹੁਣ ਨਵੇਂ ਤੁਸੀਂ ਬਣਾਓ। ਸੋ ਉਹਨਾਂ ਦੇ ਵਿੱਚ ਕੀ ਮੰਗਾਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਪਡੇਟ ਆਈ ਤੇ ਉਹ ਤੁਹਾਨੂੰ ਦਿੰਦੇ ਰਵਾਂਗੇ। ਸੋ ਸਾਹਮਣੇ ਟੀਵੀ ਲੱਗਣ ਦਾ ਇਹੀ ਫਾਇਦਾ ਮਾਨ ਸਾਹਿਬ। ਅੱਛਾ, ਨਾਲ ਆਈ ਜਾਂਦਾ ਵੀ ਆਹ ਬ੍ਰੇਕਿੰਗ ਨਿਊਜ਼ ਆ। ਅੱਛਾ, ਨਾਲ ਤੁਹਾਡੇ ਸਾਹਮਣੇ ਲੱਗੇ ਨਾ, ਮੇਰੇ ਨਹੀਂ, ਕਿਉਂਕਿ ਨਿਊਜ਼ ਦੇਣੀ ਮੈਂ ਨਾ। ਸੋ ਤੁਸੀਂ ਤੇ ਘਰੇ ਦੇਖ ਕੇ ਆਉਣੇ ਹੋ। ਖੈਰ, ਸੋ ਦੇਖੋ ਭਾਈ, ਕਈਆਂ ਦੇ ਟੈਕਸ ਰਿਟਰਨ ਹੋਣੇ ਸੀਗੇ, ਜੇ ਨਾ ਰਿਟਰਨ ਹੋਏ ਤੇ ਉਹਦੇ ਚ ਦੇਖ ਲਿਓ ਭਾਈ, ਜੇ ਕਦੇ ਦੇਰੀ 20 ਦਿਨਾਂ ਚ ਆਉਣੇ ਸੀ, ਹੋ ਸਕਦਾ 1.5 ਮਹੀਨੇ ਜਦੋਂ ਹੜਤਾਲ ਮੁੱਕੂਗੀ। ਅੱਜ ਇੱਕ ਹੋਰ ਨਿਊਜ਼ ਚੱਲ ਰਹੀ ਸੀ ਵੀ ਹਿੰਦੁਸਤਾਨ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਾਰੇ ਵਰਲਡ ਤੋਂ ਪਹਿਲੇ ਨੰਬਰ ਤੇ ਆ ਗਈ। ਇੱਕ ਅਰਬ ਤੇ 43 ਕਰੋੜ। ਅੱਜ ਨਹੀਂ ਆਈ, ਜਦੋਂ ਮੈਂ ਇੰਡੀਆ ਸੀ ਉਦੋਂ ਹੀ ਆ ਗਈ ਸੀ, ਪਰ ਮੈਂ ਅੱਜ ਵੇਖਿਆ ਉਹ ਅੱਜ ਚੱਲ ਰਹੀ। ਤੇ ਚਾਈਨਾ ਇਹਦੇ ਨਾਲੋਂ 3 ਮਿਲੀਅਨ ਪਿੱਛੇ ਰਹਿ ਗਿਆ। ਹਾਂਜੀ, ਹੈ ਨਾ। ਤੁਸੀਂ ਦੇਖੋ ਵੀ ਕਿੰਨੀ ਫਾਸਟ ਗਰੋ ਹੋਈ ਆ। ਇਹਦੀ ਫਾਸਟ ਵੀ ਨਹੀਂ ਕਰਦੇ, 50 ਸਾਲਾਂ ਚ ਹੋਈ ਆ। ਜਦੋਂ ਮੈਂ ਕੈਨੇਡਾ ਆਇਆ 72 ਚ, ਉਦੋਂ ਇੰਡੀਆ ਦੀ ਆਬਾਦੀ ਮੇਰਾ ਖਿਆਲ ਸਾਰੀ ਕੋਈ 52 ਕਰੋੜ ਸੀ, ਤੇ 3 ਗੁਣਾ ਹੋ ਗਈ 50 ਸਾਲਾਂ ਚ। ਜਦੋਂ ਆਪਾਂ ਪਿੰਡ ਜਾ ਕੇ ਵੀ ਦੇਖ ਗਏ ਤੇ ਪਿੰਡ ਵੀ ਸਾਰੇ 3 ਗੁਣਾ ਹੋਏ ਪਏ ਆ, ਹਨਾ, ਵਧੇ ਪਏ ਆ। ਹਾਂਜੀ, ਬਿਲਕੁਲ। ਪਿੰਡਾਂ ਦੀ ਆਬਾਦੀ ਵੀ ਵਧੀ ਆ, ਪਿੰਡਾਂ ਦੀ ਆਬਾਦੀ ਵੀ, ਪਿੰਡ ਵੀ ਵੱਡੇ ਹੋ ਗਏ ਆ। ਤੇ ਨਾਲ ਬਲਤੇਜ ਸਿੱਧੂ ਜੀ ਕਹਿੰਦੇ ਕੈਮਲ ਕੈਨ ਸਟੇ ਵਿਦਆਊਟ ਵਾਟਰ ਫॉर ਲੌਂਗ ਟਾਈਮ। ਬਿਲਕੁਲ ਸਹੀ ਹੈ। ਇਹ ਤੇ ਤਾਂ ਹੀ ਤੇ ਇਹਨੂੰ ਰਾਜਸਥਾਨ ਦਾ ਜਹਾਜ਼ ਕਹਿੰਦੇ ਆ। ਰਾਜਸਥਾਨ ਦਾ ਇਹਨੂੰ ਜਹਾਜ਼ ਵੀ ਕਹਿੰਦੇ ਆ, ਕਿਉਂਕਿ ਰਾਜਸਥਾਨ ਦੇ ਵਿੱਚ ਰੇਤਲਾ ਇਲਾਕਾ ਹੋਣ ਕਰਕੇ ਤੇ ਜਿਹੜਾ ਹੈਗਾ ਊਠ ਦੀ ਸਵਾਰੀ ਜ਼ਿਆਦਾ ਕੀਤੀ ਜਾਂਦੀ ਸੀ। ਚਾਹੇ ਉਹ ਆਪਣਾ ਟਰਾਂਸਪੋਰਟ ਦੇ ਵਿੱਚ, ਜਿਵੇਂ ਜਵਾਈ ਜਗਰੂਪ ਗੱਲ ਕਰਦੇ, ਟਰਾਂਸਪੋਰਟ ਦੇ ਵਿੱਚ ਵੀ ਬਹੁਤ ਕੰਮ ਆਉਂਦਾ ਸੀ। ਊਠ ਲੱਦੇ ਹੁੰਦੇ ਸੀਗੇ, ਕਹਿੰਦੇ ਹਾਥੀ ਤੇ ਊਠ ਲੱਦੇ ਜਾਂਦੇ ਹੁੰਦੇ ਸੀਗੇ। ਪਹਿਲਾਂ ਗੱਲਾਂ ਸੁਣੀਆਂ, ਮੈਨੂੰ ਨਹੀਂ ਪਤਾ ਸੱਚ ਹੈ। ਇਹ ਜਿਹੜਾ ਸਿਲਕ ਰੂਟ ਹੁੰਦਾ ਸੀਗਾ, ਅਫਗਾਨਿਸਤਾਨ ਤੱਕ ਜਾਂਦਾ ਸੀਗਾ, ਸੋ ਉਹਦੇ ਤੇ ਵੀ ਜਿਹੜੇ ਹੈਗੇ ਊਠ ਜਾਂਦੇ ਸੀਗੇ। ਸੋ ਇਹ ਤੁਹਾਨੂੰ ਊਠ ਨੂੰ ਕਾਫੀ ਵਰਤਿਆ ਜਾਂਦਾ ਸੀ ਟਰਾਂਸਪੋਰਟੇਸ਼ਨ ਦੇ ਵਿੱਚ, ਬਹੁਤ ਜ਼ਿਆਦਾ। ਰਾਜਸਥਾਨ ਚ ਇਹ ਵਰਤਿਆ ਜਾਂਦਾ, ਪਰ ਇਹ ਜਦੋਂ ਕਿਸੇ ਮੈਂ ਬੋਤਿਆਂ ਦੇ ਉੱਤੇ ਜਾਣੀ ਜਾਂਦੀ ਦੇਖੀ ਆ। ਮੈਂ ਛੋਟਾ ਜਿਹਾ ਹੁੰਦਾ ਸੀ, ਪਰ ਘੋੜਿਆਂ ਤੇ ਤਾਂ ਮਤਲਬ ਵੀ ਘੱਟ ਜਾਂਦੇ ਸੀ, ਪਰ ਬੋਤਿਆਂ ਦੇ ਉੱਤੇ ਜਿਹੜੇ ਨੇੜੇ ਜਾਂਦੇ, ਬੋਤਿਆਂ ਦੇ ਉੱਤੇ ਮੈਂ ਜਨ ਚੜ੍ਹਦੀ ਦੇਖੀ। ਦੋ ਜਣੇ ਬਹਿੰਦੇ ਸੀ ਫਿਰ? ਤਿੰਨ ਹੀ ਬਹਿ ਜਾਂਦੇ ਸੀ, ਕੱਲਾ ਵੀ ਹੁੰਦਾ ਸੀ, ਦੋ ਹੀ ਬਹਿ ਜਾਂਦੇ ਸੀ। ਤੇ ਬੜੇ ਸੋਹਣੇ ਮਤਲਬ ਵੀ ਇਹਨਾਂ ਦੇ ਆਪਣਾ ਕਾਠੀਆਂ ਪਾਖੜੇ ਪਾਏ ਹੁੰਦੇ, ਪਾਖੜੇ ਦੇ ਥੱਲੇ ਬੜੇ ਬੜੇ ਸੋਹਣੇ ਰੰਗ ਦੀਆਂ ਮਤਲਬ ਚਾਦਰਾਂ ਪਾਈਆਂ ਹੁੰਦਾ, ਪਾਖੜੇ ਦੇ ਉੱਤੋਂ ਦੀ ਬੜਾ ਸੋਹਣਾ ਗਦੈਲਾ ਸੁੱਟ ਕੇ ਬਹੁਤ ਸੋਹਣੇ ਉੱਤੋਂ ਦੀ ਚਾਦਰ ਪਾਈ ਹੁੰਦੀ। ਤੇ ਮੈਂ ਮਤਲਬ ਵੀ ਟੁਰਲੇ ਛੱਡੇ ਵੇ ਮਤਲਬ ਵੀ ਜਾਨੀਆਂ ਦੇ, ਤੇ ਰੰਗ ਬਰੰਗੀਆਂ ਪੱਗਾਂ ਤੇ ਰੰਗ ਬਰੰਗੇ ਮਤਲਬ ਵੀ ਮੈਂ ਛੋਟੇ ਹੁੰਦੇ ਹਜੇ ਯਾਦ ਹੈ। ਮਤਲਬ ਵੀ ਆਪਣਾ ਸਾਡੇ ਪਿੰਡਾਂ ਤੋਂ ਮਤਲਬ ਵੀ ਬੋਤਿਆਂ ਦੇ ਉੱਤੇ ਬਰਾਤ ਜਾਂਦੀ, ਤੇ ਬੋਤਿਆਂ ਦੀ ਗਾਹਾਂ ਝਾਂਜਰਾਂ ਪਾਈਆਂ ਹੁੰਦੀਆਂ, ਬੜੇ ਸ਼ਿੰਗਾਰੇ ਹੁੰਦੇ, ਮੁਹਾਰਾਂ ਮੂਹਰਾਂ ਸ਼ਿੰਗਾਰੀਆਂ ਹੁੰਦੀਆਂ, ਝਾਂਜਰਾਂ ਪੈਂਦੀਆਂ, ਛਣਕ ਕਰਦੀਆਂ ਜਾਂਦੀਆਂ। ਤੇ ਬੜੀ ਵਧੀਆ ਇੱਕ ਵਿਸਵਾਰੀ ਸੀ। ਬੋਤੇ ਦੀ ਨਾ ਸਕਿਨ ਦੇ ਉੱਤੇ ਵੀ ਬੜੇ ਡਿਜ਼ਾਈਨ ਬਣਾਏ ਹੁੰਦੇ ਆ, ਮਤਲਬ ਵਾਲਾਂ ਦੀ ਕਟਿੰਗ ਕਟਿੰਗ ਕਰਦੇ, ਜਦੋਂ ਕਟਿੰਗ ਕਰਦੇ ਉਹਨੂੰ ਕਹਿੰਦੇ ਕਟਾਵਾਂ ਪਾਈਆਂ ਵੀਆਂ, ਤੇ ਉਹ ਵੀ ਮਤਲਬ ਵੀ ਉਹਦੇ ਪੱਟਾਂ ਤੇ ਮੂਹਰੇ ਤੇ ਢਿੱਡ ਦੇ ਉੱਤੇ ਤਾਂ ਉਹਦੇ ਵੀ ਕਾਫੀ ਸੋਹਣਾ ਡਿਜ਼ਾਈਨ ਕੀਤਾ ਹੁੰਦਾ ਕਟਾਵਾਂ ਜਿਹੀਆਂ ਪਾ ਕੇ। ਹਾਂ, ਸਿਆਲ ਦੇ ਮਹੀਨੇ ਉਹ ਜਿਹੜੇ ਮਤਲਬ ਹੁੰਦੇ ਉਹ ਲੈ ਕੇ ਉਹਦੇ ਨਾਲ ਕਟਾਵਾਂ ਮੈਂ ਪਾਉਂਦੇ ਦੇਖੇ ਆ। ਮਤਲਬ ਵੀ ਸਾਡੇ ਬੋਤੇ ਸੀਗੇ, ਮਤਲਬ ਉਹ ਜਦੋਂ ਸਿਆਲ ਦੇ ਮਹੀਨੇ ਉਹਦੇ ਲਾਉਂਦੇ ਜੱਤ, ਤੇ ਉਹ ਫਿਰ ਘਰੇ ਆਉਂਦਾ ਆਪਣਾ ਬਾੜੇ ਚ ਜਿਹੜਾ ਨਾਈ ਹੁੰਦਾ, ਤੇ ਉਹਦੇ ਕੋਲੇ ਹੁੰਦੀ ਸੀ ਮਸ਼ੀਨ ਜੀ, ਤੇ ਹੱਥ ਨਾਲ ਹੀ ਚੱਲਦੀ ਸੀ ਨਾ, ਇਲੈਕਟਰ ਤਕੜੀ ਹੁੰਦੀ ਸੀ ਉਹਦੇ ਨਾਲ। ਫਿਰ ਉਹਨੇ ਸਾਰੀ ਉਹਨੂੰ ਲਾਉਣੀ, ਤੇ ਨਾਲ ਉਹਦੇ ਫਿਰ ਕਟਾਵਾਂ ਜਿਹੀਆਂ ਪਾਉਂਦੀਆਂ, ਫਿਰ ਬੜੀਆਂ ਸੋਹਣੀਆਂ ਲੱਗਣੀਆਂ, ਮਤਲਬ ਬੜਾ ਸ਼ਿੰਗਾਰਿਆ ਜਾਂਦਾ ਸੀ। ਬਿਲਕੁਲ। ਤੇ ਮਾਨ ਸਾਹਿਬ, ਆਪਣੇ ਕੋਲੇ ਅਖੀਰਲੇ 20 ਮਿੰਟ ਹੈਗੇ ਆ। ਕੋਈ ਹੋਰ ਤੁਸੀਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ, ਜੋ ਤੁਸੀਂ ਦੱਸਦੇ ਸੀ ਕਿ ਤੁਹਾਨੂੰ ਆਫ ਦੀ ਏਅਰ ਤੁਸੀਂ ਮੇਰੇ ਨਾਲ ਗੱਲ ਕਰਦੇ ਸੀ ਕਿ ਕੁਝ ਸਵਾਲ ਤੁਹਾਨੂੰ ਸਰੋਤੇ ਪੁੱਛਦੇ ਨੇ, ਉਹ ਕੀ ਨੇ, ਸਾਡੇ ਨਾਲ ਡਿਸਕਸ ਕਰ ਸਕਦੇ ਹੋ? ਉਹ ਮਨਦੀਪ, ਅਸਲ ਦੇ ਵਿੱਚ ਨਾ ਜਿਹੜੇ ਬਹੁਤ ਵੱਡਾ ਭੁਲੇਖਾ ਪਾਇਆ ਜਾਂਦਾ ਵੀ ਮੌਰਗੇਜ ਇੰਸ਼ੋਰੈਂਸ ਕੀ ਹੈ। ਅੱਛਾ, ਵੀ ਬੈਂਕ ਨੇ ਸਾਡੇ ਮੌਰਗੇਜ, ਉਹ ਕਹਿੰਦੇ ਮੌਰਗੇਜ ਕਰਾਓ, ਸਾਤੋਂ ਕਰਾਓ। ਕਈ ਆਉਂਦੇ ਆ, ਉਹ ਕਹਿੰਦੇ ਵੀ ਅਸੀਂ ਕਿਹਾ ਵੀ ਚਲੋ ਪਹਿਲਾਂ ਅਸੀਂ ਆਪਦੇ ਐਡਵਾਈਜ਼ਰ ਨਾਲ ਗੱਲ ਕਰ ਲਈਏ, ਫਿਰ ਪੁੱਛਦੇ ਵੀ ਬੈਂਕ ਵਾਲੇ। ਮੈਂ ਕਿਹਾ ਵੀ ਬੈਂਕ ਵਾਲੇ ਕਰਦੇ ਆ, ਤੇ ਬੈਂਕ ਤੋਂ ਨਹੀਂ ਕਰਾਉਣੀ ਚਾਹੀਦੀ, ਠੀਕ ਹੈ। ਮਤਲਬ ਵੀ ਇਧਰੋਂ ਤੁਸੀਂ ਉਹਨੂੰ ਇੱਧਰ ਮਤਲਬ ਇੰਸ਼ੋਰੈਂਸ ਕਰਨ ਦੇ ਵਿੱਚ ਟੈਂਪਰੇਰੀ ਇੰਸ਼ੋਰੈਂਸ ਵੀ ਕਹਿ ਦਿੰਦੇ ਆ, ਟਰਮ ਇੰਸ਼ੋਰੈਂਸ ਵੀ ਕਹਿੰਦੇ ਆ, ਤੇ ਬੈਂਕ ਵਾਲੇ ਇਸ ਨੂੰ ਮੌਰਗੇਜ ਇੰਸ਼ੋਰੈਂਸ ਕਹਿੰਦੇ ਆ। ਠੀਕ ਹੈ। ਮੌਰਗੇਜ ਇੰਸ਼ੋਰੈਂਸ ਬੈਂਕ ਵਾਲੇ ਕਿਉਂ ਕਹਿੰਦੇ? ਇਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਹੈ
ਕਿ ਬੈਂਕ ਸਿੱਧੀ ਆਪਣੀ ਇੰਸ਼ੋਰੈਂਸ ਨਹੀਂ ਸੀ ਕਰ ਸਕਦਾ, ਇੰਸ਼ੋਰੈਂਸ ਕੰਪਨੀਆਂ ਕਰ ਸਕਦੇ ਨੇ। ਉਹਨਾਂ ਨੇ ਫਿਰ ਮਤਲਬ ਵੀ ਇਹ ਕਲਿਊ ਲੈ ਲਿਆ ਕਿ ਅਸੀਂ ਤਾਂ ਜੀ ਮੌਰਗੇਜ ਇੰਸ਼ੋਰੈਂਸ ਕਰਦੇ ਹਾਂ, ਵੀ ਜਿੰਨੀ ਸਾਡੀ ਮੌਰਗੇਜ ਹੈਗੀ ਲੱਖ ਜਾਂ 2 ਜਾਂ 4 ਲੱਖ ਦੀ, ਅਸੀਂ ਨਾ ਉਹਨੂੰ ਪ੍ਰੋਟੈਕਟ ਕਰਨ ਦੀ ਖਾਤਰ ਜੇ ਖੁਦਾ ਦਾ ਖਾਸਤਾ ਬੰਦੇ ਦੀ ਡੈਥ ਹੋ ਗਈ ਤਾਂ ਫਿਰ ਮਤਲਬ ਵੀ ਸਾਡੇ ਪੈਸੇ ਕੌਣ ਮੁੜੂਗਾ, ਵੀ ਅਸੀਂ ਮਤਲਬ ਇੰਸ਼ੋਰੈਂਸ ਕੰਪਨੀ ਤੋਂ ਉਹ ਪੈਸੇ ਕਲੈਕਟ ਕਰ ਲਾਂਗੇ, ਉਹ 'ਚ ਬੈਂਕ ਬੈਨੀਫਿਸ਼ਰੀ ਹੁੰਦਾ। ਤੇ ਉਹ ਜਿਉਂ ਮਤਲਬ ਜਦ ਉਹਦੇ 'ਚ ਨੁਕਸਾਨ ਮਤਲਬ ਬੈਂਕ ਮੌਰਗੇਜ ਇੰਸ਼ੋਰੈਂਸ ਜਿਹੜੀ ਬੈਂਕ ਤੋਂ ਲੈਂਦੇ ਆ ਉਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਵੀ ਜਦੋਂ ਤੁਸੀਂ ਘਰ ਵੇਚਤਾ ਉਹ ਕੈਂਸਲ ਹੋ ਜਾਂਦੀ ਹੈ, ਜਦੋਂ ਤੁਸੀਂ ਬੈਂਕ ਬਦਲ ਲਿਆ ਉਹ ਕੈਂਸਲ ਹੋ ਜਾਂਦੀ ਹੈ। ਅੱਛਾ, ਫਿਰ ਜਦੋਂ ਤੁਸੀਂ ਦੂਜੇ ਘਰ ਦੇ ਉੱਤੇ ਮੌਰਗੇਜ ਲੈਣੀ ਆ ਜਾਂ ਦੂਜੇ ਬੈਂਕ ਤੋਂ ਲੈਣੀ ਆ, ਤੁਸੀਂ ਮਤਲਬ ਵੀ ਇੰਸ਼ੋਰੈਂਸ ਕਰਾਉਣ ਦੀ ਕੋਸ਼ਿਸ਼ ਕਰਦੇ ਹੋ, ਉਦੋਂ ਨੂੰ ਹੋ ਸਕਦਾ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਹੋ ਜਾਏ, ਮਤਲਬ ਤੁਸੀਂ ਮਤਲਬ ਵੀ ਇੰਸ਼ੋਰੇਬਲ ਨਾ ਰਹੋ, ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਮਤਲਬ ਵੀ ਉਹਦੇ 'ਚ ਬੈਂਕ ਬੈਨੀਫਿਸ਼ਰੀ ਹੈ, ਉਹਨਾਂ ਨੇ ਉਨਾ ਹੀ ਪੇ ਕਰਨਾ ਜਿੰਨੀ ਤੁਹਾਡੀ ਮੌਰਗੇਜ ਦਾ ਬੈਲੈਂਸ ਰਹਿ ਗਿਆ। ਫਰਜ਼ ਕਰੋ ਜੇ ਤੁਸੀਂ $1,00,000 ਮਤਲਬ ਇੰਸ਼ੋਰੈਂਸ ਮੌਰਗੇਜ ਪੇ ਕਰਤੀ 4 ਲੱਖ ਚੋਂ, ਠੀਕ ਹੈ, ਤੇ ਕਿਸ਼ਤਾਂ ਬੈਂਕ ਨੂੰ ਤੁਸੀਂ ਦੇਈ ਜਾਂਦੇ ਉਹੀ 4 ਲੱਖ ਦੀਆਂ ਜਿਹੜੀ ਉਹਨਾਂ ਨੇ ਬੰਨ੍ਹਤੀ, ਤੇ ਜਿਹੜਾ ਮਤਲਬ ਵੀ ਥੋੜਾ ਬੈਨੀਫਿਟ ਆ ਉਹ $1,00,000 ਘਟ ਗਿਆ, ਠੀਕ ਹੈ ਨਾ। ਜਦੋਂ ਮਤਲਬ ਵੀ ਕਿਸੇ ਦੀ ਡੈਥ ਹੋ ਗਈ, ਉਹ ਹੁੰਦੀ ਵੀ ਫਸਟ ਉਡਾਈ ਹੈ, ਜੇ ਇੱਕ ਜਾਣੇ ਦੀ ਹੋ ਗਈ ਤੇ ਉਹਨੇ ਕਹਿਣਾ ਜਾਓ ਜੀ ਤੁਹਾਡਾ ਘਰ ਫ੍ਰੀ ਹੋ ਗਿਆ, ਠੀਕ ਹੈ ਨਾ। ਇਹਦੇ ਵਿੱਚ ਹੈਗਾ ਕਿ ਜੇ ਤੁਸੀਂ ਆਪਣੀ ਅੱਡ ਮਤਲਬ ਵੀ ਟਰਮ ਇੰਸ਼ੋਰੈਂਸ ਕਰਾਈ ਆ 20 ਸਾਲ ਦੀ 25 ਸਾਲ ਦੀ, ਤੇ ਉੱਥੋਂ ਤੱਕ ਮਤਲਬ ਤੁਸੀਂ ਭਾਵੇਂ 20 ਵਾਰੀ ਘਰ ਬਦਲ ਲਓ ਤੇ 20 ਵਾਰੀ ਘਰ ਨੂੰ ਪੇ ਆਫ ਕਰ ਲਓ, ਤੇ ਜੋ ਵੀ ਹੈ ਕਿ ਉਹੀ ਮਤਲਬ ਤੁਹਾਡਾ ਰੇਟ ਆ ਛੋਟੀ ਜੰਗ ਉਮਰ ਤੇ ਜਿਹੜਾ ਲੱਗਿਆ ਹੁੰਦਾ ਉਹਦੇ ਤੁਹਾਨੂੰ ਵੱਧ ਤੋਂ ਵੱਧ ਬੈਨੀਫਿਟ ਮਿਲ ਜਾਂਦੇ ਆ, ਕਿਉਂਕਿ ਉਹਦਾ ਰੇਟ ਨਹੀਂ ਵੱਧਦਾ ਉੱਥੋਂ ਦੀ ਟਰਮ ਤੱਕ। ਜੋ 20 ਸਾਲ ਦੀ ਟਰਮ ਉਹਦਾ 20 ਸਾਲ ਰੇਟ ਨਹੀਂ ਵਧਣਾ, ਜੇ 30 ਸਾਲ ਦੀ ਟਰਮ ਦਾ 30 ਸਾਲ ਜਾਂ 25 ਸਾਲ ਜਿੰਨੀ ਵੀ ਹੈ 40 ਸਾਲ 35 ਸਾਲ ਉਹਦਾ ਮਤਲਬ ਵੀ ਉਹ ਰੇਟ ਨਹੀਂ ਵਧਦਾ ਤੇ ਉਸ ਨੂੰ ਸਸਤੀ ਪੈਂਦੀ ਹੈ, ਚੀਪ ਪੈਂਦੀ ਹੈ ਜਿਹੜੀ ਅੱਡ ਤੁਸੀਂ ਮੌਰਗੇਜ ਦੀ ਇੰਸ਼ੋਰੈਂਸ ਕਰਾਉਂਦੇ ਹੋ। ਉਹ ਫਿਰ ਹੁੰਦੀ ਫਿਰ ਸਾਨੂੰ ਵੀ ਨਾਲ ਹੀ ਮੌਰਗੇਜ ਇੰਸ਼ੋਰੈਂਸ ਕਰਾਉਣਾ ਪੈ ਜਾਂਦਾ ਕਿ ਮਤਲਬ ਭਾਈ ਜੀ ਤੁਸੀਂ ਇੱਕ ਆਦੀ ਖਤ ਕਰਾਏ ਹੋ 4.5 ਲੱਖ ਦੀ 5 ਲੱਖ ਦੀ ਇੰਸ਼ੋਰੈਂਸ ਦੀ ਅਸੀਂ ਮੌਰਗੇਜ ਲੈ ਲਈ, ਘਰ ਨਵਾਂ ਲੈ ਲਿਆ। ਅੱਛਾ ਠੀਕ ਹੈ ਵੀ 20 ਸਾਲ ਦੀ ਜਾਂ 25 ਸਾਲ ਦੀ ਜਾਂ ਜਿੰਨੀ ਵੀ ਤੁਹਾਡੀ ਸਹੀ ਹੈਗੀ ਉਹਦੀ ਕਰ ਦਈਦੀ ਹੈ। ਤੇ ਬੈਂਕ ਦੇ ਵਿੱਚ ਸਭ ਤੋਂ ਨੁਕਸਾਨ ਇਹੀ ਹੁੰਦਾ ਕਿ ਮਤਲਬ ਵੀ ਜਦੋਂ ਵੀ ਤੁਸੀਂ ਬੈਂਕ ਬਦਲਿਆ ਜਾਂ ਮੌਰਗੇਜ ਕਿਤੋਂ ਆਪਣਾ ਪੇ ਆਫ ਕਰਤੀ ਉਹਨੇ ਕੈਂਸਲ ਹੋ ਜਾਣਾ, ਜਾਂ ਤੁਸੀਂ ਘਰ ਵੇਚਤਾ ਉਦੋਂ ਇੰਸ਼ੋਰੈਂਸ ਕੈਂਸਲ ਹੋ ਜਾਂਦੇ, ਫਿਰ ਤੁਹਾਨੂੰ ਨਵੀਂ ਬਾਏ ਕਰਨੀ ਪੈਂਦੀ ਹੈ। ਸੋ ਇਸ ਕਰਕੇ ਮਤਲਬ ਵੀ ਅਸੀਂ ਆਮ ਹੀ ਸੁਜੈਸਟ ਕਰਦੇ ਹਾਂ ਕਿ ਤੁਸੀਂ ਬੈਂਕ ਵਾਲਿਆਂ ਦੀ ਗੱਲ ਵੀ ਸੁਣ ਲਓ, ਉਹਨਾਂ ਨੇ ਪੁੱਛ ਲਓ ਭਾਈ ਤੁਸੀਂ ਕਿੰਨੇ ਪੈਸੇ ਲੈਂਦੇ ਹੋ, ਫਿਰ ਤੁਸੀਂ ਆਪਣੇ ਐਡਵਾਈਜ਼ਰ ਨਾਲ ਗੱਲ ਕਰ ਲਓ ਵੀ ਭਾਈ ਮਤਲਬ ਵੀ ਸਾਡੇ ਇੰਨੀ ਕੁ ਉਮਰ ਹੈਗੀ ਤੇ ਇੰਨੀ ਉਮਰ ਦੇ ਉੱਤੇ ਬੈਂਕ ਸਾਨੂੰ ਇੰਨੇ ਡਾਲਰ ਮੰਗਦਾ ਤੇ ਤੁਸੀਂ ਸਾਡੀ ਕੀ ਮਦਦ ਕਰ ਸਕਦੇ ਹੋ। ਤੇ ਉਹਦੇ ਵਿੱਚ ਇੱਕ ਕਲਾਇੰਟ ਦੀ ਮਤਲਬ ਵੀ ਚੰਗੀ ਤਰ੍ਹਾਂ ਸਮਝਾ ਕੇ ਉਹਦੀਆਂ ਸਾਰੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਜੋ ਹੁੰਦੀਆਂ ਪਾਲਿਸੀ ਦੀਆਂ ਉਹ ਸਮਝਾ ਕੇ ਚੰਗੀ ਤਰ੍ਹਾਂ ਉਹਦੇ ਮਤਲਬ ਵੀ ਚੰਗੇ ਮਾੜੇ ਪੱਖ ਦੱਸ ਕੇ ਉਹ ਕਰ ਦਈਦੀ ਆ। ਹਾਂਜੀ, ਇਹ ਆਮ ਹੀ ਸਵਾਲ ਅੱਜ ਕੱਲ੍ਹ ਪੁੱਛਿਆ ਜਾਂਦਾ ਕਿ ਜਿਹੜੇ ਨਵੇਂ ਘਰ ਲੈਂਦੇ ਆ ਬੰਦੇ ਜਾਂ ਨਵੇਂ ਆਏ ਆ ਜਿਨ੍ਹਾਂ ਦਾ ਬਹੁਤਾ ਵਾਹ ਮਤਲਬ ਇਸ ਖੇਤਰ 'ਚ ਹੈ ਨਹੀਂਗਾ, ਮਤਲਬ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਬਹੁਤਾ ਸੰਬੰਧ ਨਹੀਂ, ਉਹ ਫਿਰ ਬੰਦਾ ਦੀ ਗੱਲ ਹੀ ਪਤਾ ਨਹੀਂ ਸਾਨੂੰ ਜੀ ਬੈਂਕਾਂ ਨੇ ਆਹ ਕਿਹਾ ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਆ ਤੇ ਵੀ ਕੀ ਹੈ, ਫਿਰ ਉਹ ਸਮਝਾਈਦਾ ਵੀ ਆਹ ਗੱਲ ਹੈ। ਤੇ ਬੈਂਕ ਵਾਲੇ ਕਿੰਨੇ ਕਹਿੰਦੇ ਸੀ ਵੀ ਬੈਂਕ ਵਾਲੇ ਤੁਹਾਨੂੰ ਕਹਿੰਦੇ ਸੀ ਤੁਹਾਡੇ $85 ਲੱਗਣਗੇ, ਮੈਂ ਕਿਹਾ ਨਹੀਂ ਤੁਹਾਡੇ ਤਾਂ $40 ਲੱਗਦੇ ਆ, ਫਰਕ ਪੈ ਗਿਆ ਹਨਾ, ਕਿਉਂਕਿ ਮਤਲਬ ਵੀ ਉਹ ਡਿਕਰੀਜ਼ਿੰਗ ਟਰਮ ਹੁੰਦੀ ਹੈ, ਇਹ ਲੈਵਲ ਟਰਮ ਹੁੰਦੀ ਹੈ, ਰਾਈਟ। ਬਾਕੀ ਦਾ ਮਤਲਬ ਵੀ ਉਹਨਾਂ ਨੇ ਮਹਿੰਗੀ ਕਰਨੀ ਹੁੰਦੀ ਹੈ, ਉਹ ਨਾਲ ਵਿੱਚ ਕੋਈ ਹੋਰ ਵੀ ਨਾਲ ਲਾ ਦਿੰਦੇ ਆ, ਕ੍ਰੀਏਟਿਵ ਇਲਨੈਸ ਤੁਹਾਡੇ ਕਰ ਦਿੰਦੇ ਜੀ, ਤੁਹਾਡੇ ਆਹ ਕਰਦੇ ਆ ਕਰਨੇ, ਉਹ ਸਾਰਾ ਕੁਝ ਭਾਲਦੇ ਆ। ਅੱਛਾ ਜੀ, ਤੇ ਉਹ ਇਸ ਕਰਕੇ ਮਤਲਬ ਵੀ ਮੇਰੇ ਦਿਮਾਗ ਸੀਗਾ ਵੀ ਇੱਕੋ ਵਾਰੀ ਮੈਂ ਜਾ ਕੇ ਨਾ ਰੇਡੀਓ ਦੇ ਉੱਤੇ ਮਤਲਬ ਵੀ ਸਾਰੇ ਲਿਸਨਰ ਨੂੰ ਸਰੋਤਿਆਂ ਨੂੰ ਇੱਕ ਵਾਰੀ ਦੱਸ ਦਿਆਂ ਕਿ ਮਤਲਬ ਜਿਹੜੀ ਅੱਛਾ ਬਾਕੀ ਦਾ ਉਹ ਕਹਿੰਦੇ ਫਿਰ ਜੀ ਲਾਈਫ ਇੰਸ਼ੋਰੈਂਸ ਦਾ ਤੇ ਫਿਰ ਰਿਟਾਇਰਮੈਂਟ ਇੰਸ਼ੋਰੈਂਸ ਦਾ ਤੇ ਮੌਰਗੇਜ ਇੰਸ਼ੋਰੈਂਸ ਦਾ ਕੀ ਫਰਕ ਹੈ? ਫਰਕ ਤਾਂ ਕੋਈ ਨਹੀਂ, ਇਹ ਆਉਂਦੀ ਤਾਂ ਇਨ ਕੇਸ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਉਦੋਂ ਹੀ ਕੰਮ ਆਉਂਦੀ ਹੈ। ਉਹ ਜਿਹੜੀ ਲਾਈਫ ਇੰਸ਼ੋਰੈਂਸ ਨੂੰ ਲਾਈਫ ਇੰਸ਼ੋਰੈਂਸ ਕਹਿ ਦਿੰਦੇ ਆ ਕਿਉਂਕਿ ਉਹ ਪਰਮਾਨੈਂਟ ਹੁੰਦੀ ਹੈ, ਇਸ ਤਰ੍ਹਾਂ ਬੰਦੇ ਦੀ 100 ਸਾਲ ਤੱਕ ਜਾਂਦੀ ਹੈ। ਜਿਹੜੀ ਅਸੀਂ ਇਹਨੂੰ ਹੈ ਇੰਸ਼ੋਰੈਂਸ ਉਹ ਵੀ ਇਨ ਕੇਸ ਡੈਥ ਪੇ ਕਰਦੀ ਹੈ। ਜਿਹੜੀ ਟਰਮ ਇੰਸ਼ੋਰੈਂਸ ਹੈ ਇਹਨੂੰ ਟੈਂਪਰੇਰੀ ਇੰਸ਼ੋਰੈਂਸ ਵੀ ਕਹਿ ਦਿੰਦੇ ਆ, ਰਾਈਟ। ਇਹ ਮਤਲਬ ਵੀ ਉਦੋਂ ਤੱਕ ਹੀ ਮਤਲਬ ਵੀ ਗੁੱਡ ਹੁੰਦੀ ਹੈ ਜਿਸ ਤੱਕ ਇਹਦੀ ਟਰਮ ਹੈ, ਜੇ ਮਤਲਬ ਕੋਈ 25 ਸਾਲ ਦੀ ਹੈ ਜਾਂ 30 ਸਾਲ ਦੀ ਜਾਂ 20 ਸਾਲ ਦੀ ਹੈ, ਇਹਨੂੰ ਇਸ ਕਰਕੇ ਟਰਮ ਕਹਿੰਦੇ ਕਿ ਕਿਸੇ ਟਰਮ ਤੇ ਜਾ ਕੇ ਉਹਦੀ ਮਤਲਬ ਵੀ ਜਿਹੜੀ ਪੇਮੈਂਟ ਵਧਣੀ ਹੁੰਦੀ ਹੈ ਜਾਂ ਕਿਸੇ ਟਰਮ ਤੇ ਜਾ ਕੇ ਉਹਨੂੰ ਐਕਸਪਾਇਰ ਹੋਣਾ ਹੁੰਦਾ ਹੈ। ਮੈਂ ਕਈ ਮਤਲਬ ਮੌਰਗੇਜ ਹੈ, ਕਈ ਮਤਲਬ ਟਰਮ ਇੰਸ਼ੋਰੈਂਸ ਹੈਗੀਆਂ ਜਿਹੜੀ 80 ਸਾਲ ਤੇ ਕਈ ਕੰਪਨੀਆਂ ਦੀ ਐਕਸਪਾਇਰ ਹੋ ਜਾਂਦੀ ਹੈ। ਤੁਸੀਂ ਗੁੱਡ ਹੈਲਥ ਚੋਂ ਉਹ ਪੈਸੇ ਵੀ ਨਹੀਂ ਲੈਂਦੇ ਜੇ ਤੁਸੀਂ ਮਤਲਬ ਉਹਨੂੰ ਕਨਵਰਟਰ ਨਹੀਂ ਕੀਤਾ ਪਰਮਾਨੈਂਟ ਦੇ ਵਿੱਚ, ਤੁਸੀਂ ਟਰਮ ਹੀ ਰੱਖੀ ਹੈ 80 ਸਾਲ ਤੇ ਜਾ ਕੇ ਉਹਨਾਂ ਤੋਂ ਪੈਸੇ ਵੀ ਨਹੀਂ ਲੈਣੇ ਤੇ ਉਹ ਮਤਲਬ ਟਰਮੀਨੇਟ ਹੋ ਜਾਏਗਾ। ਕਈ ਕੰਪਨੀਆਂ ਹੈਗੀਆਂ 85 ਸਾਲ ਤੇ ਜਾ ਕੇ ਟਰਮ ਕਰ ਦਿੰਦੀਆਂ, ਕਈ 90 ਤੱਕ ਵੀ ਜਾਂਦੀਆਂ, ਕਈ ਮਤਲਬ ਟਰਮ 200 ਵੀ ਹੁੰਦੀ ਹੈ ਵੀ 100 ਸਾਲ ਦੀ ਟਰਮ ਲੈ ਲਈ ਤੇ ਜਦੋਂ ਡੈਥ ਹੋਈ ਉਦੋਂ ਉਹਨਾਂ ਨੇ ਕਲੇਮ ਦਿੱਤਾ ਤੇ ਉਦੋਂ ਮਹਿੰਗੀ ਹੁੰਦੀ ਹੈ। ਨੇਚਰਲੀ ਹੈ 10 ਸਾਲ ਦੀ ਟਰਮ ਤੇ 20 ਸਾਲ ਦੀ ਟਰਮ ਨਾਲੋਂ 25 ਸਾਲ ਦੀ ਟਰਮ ਨਾਲੋਂ ਮਤਲਬ ਜਿਹੜੀ ਮਤਲਬ ਵੀ 40 ਸਾਲ ਦੀ ਟਰਮ ਹੈ ਜਾਂ 100 ਸਾਲ ਦੀ ਟਰਮ ਮਹਿੰਗੀ ਹੁੰਦੀ ਹੈ, ਕਾਫੀ ਮਹਿੰਗੀ ਹੁੰਦੀ ਹੈ ਉਹ, ਠੀਕ ਹੈ ਨਾ। ਸੋ ਇਸ ਕਰਕੇ ਮਤਲਬ ਵੀ ਇਹ ਜਿਹੜੀ ਟਰਮ ਇੰਸ਼ੋਰੈਂਸ ਹੈ, ਚਾਹੇ ਲਾਈਫ ਇੰਸ਼ੋਰੈਂਸ ਹੈ, ਚਾਹੇ ਤੁਸੀਂ ਇਹਨੂੰ ਮੌਰਗੇਜ ਇੰਸ਼ੋਰੈਂਸ ਕਹਿ ਲਓ, ਇਹਨੇ
ਮਤਲਬ ਵੀ ਵਰਕ ਉਹਦੀ ਕਰਨਾ ਜਦੋਂ ਇਨਸਾਨ ਨਾਲ ਕੋਈ ਭਾਣਾ ਵਾਪਰ ਜਾਂਦਾ ਤੇ ਉਸ ਤੋਂ ਪਹਿਲਾਂ ਮਤਲਬ ਸਿਰਫ ਤੇ ਸਿਰਫ ਇੰਸ਼ੋਰੈਂਸ ਹੀ ਹੁੰਦੀ ਹੈ, ਚਾਹੇ ਉਹ ਲਾਈਫ ਹੈ, ਚਾਹੇ ਉਹ ਟਰਮ ਹੈ, ਚਾਹੇ ਮੌਰਗੇਜ ਹੈ। ਮੈਂ ਸਾਡੇ ਸਰੋਤਿਆਂ ਨੂੰ ਕਹੂੰਗਾ ਕਿਉਂਕਿ ਗੱਲਾਂ ਇਸ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਨੇ, ਬਹੁਤ ਬਰੀਕੀਆਂ ਨੇ ਤੇ ਬਹੁਤ ਜਿਹੜਾ ਹੈਗਾ ਸਮਝਣ ਦੀ ਲੋੜ ਹੈਗੀ। ਸੋ ਤੁਸੀਂ ਅਪਾਇੰਟਮੈਂਟ ਬਣਾਓ ਮਾਨ ਸਾਹਿਬ ਨਾਲ 204 694 0731 ਦੇ ਉੱਪਰ। ਸੋ ਅਪਾਇੰਟਮੈਂਟ ਬਣਾ ਕੇ ਬੈਠੋ, ਆਰਾਮ ਨਾਲ ਗੱਲਬਾਤ ਕਰੋ, ਸੋ ਤਾਂ ਕਿ ਤੁਹਾਨੂੰ ਪ੍ਰੋਪਰ ਸਮਝ ਲੱਗ ਜਾਵੇ ਵੀ ਇਹ ਤੁਸੀਂ ਜਿਹੜੀ ਚੀਜ਼ ਖਰੀਦ ਰਹੇ ਹੋ, ਜਿਹੜੀ ਪਾਲਿਸੀ ਖਰੀਦ ਰਹੇ ਹੋ, ਇਹਦਾ ਅਸਲੀ ਮਕਸਦ ਕੀ ਆ ਤੇ ਇਹ ਤੁਹਾਡੇ ਕਦੋਂ ਇਹ ਕੰਮ ਆਵੇਗੀ। ਨਾਲ ਪਰਿਵਾਰ ਦੇ ਨਾਲ ਤੁਸੀਂ ਸਮਝ ਸਕਦੇ ਹੋ। 204 694 0731 ਮਾਨ ਸਾਹਿਬ ਦਾ ਫੋਨ ਨੰਬਰ ਆ। ਬੁੱਧਵਾਰ ਦਾ ਦਿਨ ਆ, ਹਰ ਬੁੱਧਵਾਰ ਨੂੰ ਪ੍ਰੋਗਰਾਮ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ ਔਰ ਰਾਜਮਾਨ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਇਸ ਤੋਂ ਬਿਨਾਂ ਸਾਡੇ ਕਾਲਰ ਤਰਸੇਮ ਚੀਮਾ ਜੀ ਵੀ ਕਾਲ ਦੇ ਉੱਪਰ ਆ ਗਏ ਨੇ। ਜੀ ਚੀਮਾ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਮਨਦੀਪ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੱਕ ਨਾ ਪਤਾ ਨਹੀਂ ਕਿਉਂ ਯਾਰ ਸਾਡੇ ਐਡਵਾਈਜ਼ਰ ਕਰਦੇ, ਸਾਰੇ ਹੀ ਕਰਦੇ, ਇੱਕ ਨਹੀਂ ਕਰਦਾ। ਅੱਛਾ ਜੀ। ਜਿਹੜੀ ਬੈਂਕ ਦੀ ਇੰਸ਼ੋਰੈਂਸ ਹੁੰਦੀ ਆ ਉਹਦੇ ਵਿੱਚ ਡਿਸੇਬਿਲਟੀ ਵੀ ਇਨਕਲੂਡ ਹੁੰਦੀ ਆ। ਅੱਛਾ ਜੀ। ਤੁਹਾਡੇ ਦੋਹਾਂ ਜੀਆਂ ਚੋਂ ਕੋਈ ਵੀ ਸਿੱਕ ਹੋ ਗਿਆ, ਡਿਸੇਬਲ ਹੋ ਗਿਆ ਤੇ ਡਿਸੇਬਿਲਟੀ ਆਪਣੇ ਆਪ ਉਹ ਤੁਹਾਡੀ ਮੌਰਗੇਜ ਪੇ ਕਰਦੀ ਆ। ਅੱਛਾ ਜੀ। ਆਮ ਤੌਰ ਤੇ ਜਿਹੜੀ ਟਰਮ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਆ ਉਹ ਤਾਂ ਮਰੇ ਤੋਂ ਪੈਸੇ ਦਿਓ। ਠੀਕ ਹੈ ਜੀ। ਸਮਝੇ ਨਾ ਜੀ ਗੱਲ? ਠੀਕ ਹੈ ਜੀ। ਇਹ ਕੋਈ ਵੀ ਐਡਵਾਈਜ਼ਰ ਵਿੱਚੋਂ ਇਹ ਗੱਲ ਨਹੀਂ ਦੱਸਦਾ, ਉਹ ਸਿੱਧਾ ਕਹਿੰਦੇ ਜੀ ਸਾਡੇ ਵਾਲੀ ਬਹੁਤ ਸਸਤੀ ਆ, ਇਹ ਲੈ ਲਓ ਤੁਸੀਂ। ਠੀਕ ਹੈ ਜੀ। ਬਾਈ ਚਾਂਸ ਤੁਹਾਡੇ ਸੱਟ ਲੱਗ ਗਈ ਕੰਮ ਤੇ, ਤੁਹਾਡੀ ਡਿਸੇਬਿਲਟੀ ਆਪਣੇ ਆਪ ਤੁਹਾਡੀ ਮੌਰਗੇਜ ਪੇ ਕਰਦੀ। ਠੀਕ ਹੈ ਜੀ। ਥੈਂਕ ਯੂ ਜੀ। ਦੇਖੋ, ਥੈਂਕ ਯੂ ਜੀ। ਦੇਖੋ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਆਪਣਾ ਮੌਰਗੇਜ ਇੰਸ਼ੋਰੈਂਸ ਕਰਨਾ ਟਰਮ ਇੰਸ਼ੋਰੈਂਸ ਦੇ ਨਾਲ ਡਿਸੇਬਿਲਟੀ ਵੀ ਵੇਚਦੀਆਂ। ਹਾਂਜੀ, ਡਿਸੇਬਿਲਟੀ ਵੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਐਸੀ ਗੱਲ ਨਹੀਂ ਹੈ ਕਿ ਇੰਸ਼ੋਰੈਂਸ ਕੰਪਨੀ ਕੋਲ ਹੁੰਦੀ ਨੇ। ਜੇ ਬੈਂਕ ਮਤਲਬ ਵੀ ਡਿਸੇਬਿਲਟੀ ਪੇ ਕਰਦਾ ਹੈ, ਉਹਦੀ ਕਾਸਟ ਦਾ ਪਤਾ ਕਰਕੇ ਕਰਨਾ ਚਾਹੀਦਾ, ਉਹਦੀ ਕਾਸਟ ਕਿੰਨੀ ਪੇ ਕਰਦਾ, ਕਿੰਨੀ ਚਾਰਜ ਕਰਦੇ ਆ ਬੈਂਕ। ਤੇ ਇੰਸ਼ੋਰੈਂਸ ਕੰਪਨੀ ਵੀ ਤੁਹਾਨੂੰ ਡਿਸੇਬਿਲਟੀ ਵੇਚਦੀ ਹੈਗੀ। ਠੀਕ ਹੈ, ਡਿਸੇਬਿਲਟੀ ਦੇ ਮਤਲਬ ਉਹ ਪਹਿਲੇ ਦਿਨ ਤੋਂ ਵੀ ਪੇ ਕਰਦੇ ਆ, 15 ਦਿਨ ਵੀ ਵੇਟਿੰਗ ਪੀਰੀਅਡ ਹੁੰਦਾ, 30 ਦਿਨ ਵੀ ਵੇਟਿੰਗ ਪੀਰੀਅਡ ਹੁੰਦਾ, ਸਾਰਾ ਕੁਝ ਮਾਰਕੀਟ ਦੇ ਵਿੱਚ ਹੈਗਾ। ਅਸੀਂ ਗੱਲ ਕਰ ਰਹੇ ਹਾਂ ਕਿ ਮਤਲਬ ਜਿਹੜੀ ਮੌਰਗੇਜ ਦੀ ਇੰਸ਼ੋਰੈਂਸ ਹੈ ਜਿਹੜੀ ਪੇ ਕੀਤੀ ਜਾਂਦੀ ਹੈ, ਉਹਦੇ ਵਿੱਚ ਜਦੋਂ ਮਤਲਬ ਵੀ ਤੁਸੀਂ ਘਰ ਵੇਚਤਾ ਉਹ ਇੰਸ਼ੋਰੈਂਸ ਨੇ ਕੈਂਸਲ ਹੋ ਜਾਣਾ। ਜਦੋਂ ਵੀ ਤੁਸੀਂ ਮਤਲਬ ਵੀ ਬੈਂਕ ਬਦਲਿਆ ਉਹ ਕੈਂਸਲ ਹੋ ਜਾਣੀ ਹੈ। ਜਦੋਂ ਵੀ ਤੁਸੀਂ ਘਰ ਦਾ ਪੇ ਆਫ ਕਰਤਾ ਉਹ ਕੈਂਸਲ ਹੋ ਜਾਣੀ ਹੈ। ਜਿਹੜੀ ਤੁਹਾਡੀ ਪ੍ਰਾਈਵੇਟ ਲਈ ਵੀ ਹੈ ਪਾਲਿਸੀ, ਉਹ ਤੁਸੀਂ ਆਪਣੀ ਮਰਜ਼ੀ ਨਾਲ ਚਲਾਉਣੀ ਹੈ। ਤੇ ਇਹਦੇ ਵਿੱਚ ਵੀ ਡਿਸੇਬਿਲਟੀਜ਼ ਹੁੰਦੀ ਹੈ। ਜੇ ਕਲਾਇੰਟ ਕਹੇ ਵੀ ਮੈਨੂੰ ਡਿਸੇਬਿਲਟੀ ਚਾਹੀਦੀ ਹੈ ਤੇ ਡਿਸੇਬਿਲਟੀ ਟਰਮ ਇੰਸ਼ੋਰੈਂਸ ਦੇ ਨਾਲ ਲਾਈਫ ਇੰਸ਼ੋਰੈਂਸ ਕੰਪਨੀਆਂ ਪ੍ਰੋਵਾਈਡ ਕਰਦੀਆਂ, ਵੱਖਰੀ ਵੀ ਕਰਦੀਆਂ। ਮਤਲਬ ਜੇ ਵੱਖਰੀ ਕਰਕੇ ਉਹ ਕਈ ਵਾਰ ਸਸਤੀ ਪੈਂਦੀ ਹੈ, ਰਾਈਟ। ਵੱਖਰੀ ਵੀ ਡਿਸੇਬਿਲਟੀ ਹੋ ਜਾਂਦੀ ਹੈ ਇਨ ਕੇਸ ਆਫ ਸਿਕਨੈਸ ਔਰ ਇਨ ਕੇਸ ਆਫ ਡਿਸੇਬਿਲਟੀ, ਆਪਣਾ ਸੱਟ ਲੱਗਣ ਦੀ ਜਿਹੜੀ ਹੁੰਦੀ ਹੈ। ਡਿਸੇਬਿਲਟੀ ਦੇ ਪ੍ਰੋਡਕਟ ਵੀ ਹੈਗੇ, ਲਾਈਫ ਪ੍ਰੋਡਕਟ ਵੀ ਹੈਗੇ। ਅਸੀਂ ਕੰਪੇਅਰ ਕਰ ਰਹੇ ਹਾਂ ਮਤਲਬ ਸਿਰਫ ਤੇ ਸਿਰਫ ਵੀ ਜੇ ਤੁਸੀਂ ਘਰ ਵੇਚਤਾ ਤੇ ਤੁਹਾਡੀ ਉਸ ਇੰਸ਼ੋਰੈਂਸ ਦਾ ਕੀ ਬਣੂ, ਜੇ ਤੁਸੀਂ ਬੈਂਕ ਬਦਲਿਆ ਤੁਹਾਡੇ ਉਹਦਾ ਕੀ ਬਣੂ। ਅਸੀਂ ਗੱਲ ਕਰ ਰਹੇ ਹਾਂ ਕਿ ਜੇ ਤੁਸੀਂ ਮਾਰਗੇਜ ਪੇ ਆਫ ਕਰਤੀ 4 ਲੱਖ ਦੇ ਵਿੱਚੋਂ 3 ਲੱਖ 2 ਲੱਖ ਪੇ ਕਰਤੀ ਤਾਂ ਤੁਹਾਡੇ ਬੈਨੀਫਿਟ ਕਿੰਨੇ ਰਹੇਗੇ। ਅਸੀਂ ਕੁਝ ਹੋਰ ਗੱਲ ਨੂੰ ਪ੍ਰੋਡਕਟ ਨੂੰ ਕਰ ਰਹੇ ਹਾਂ, ਨਾ ਕਿ ਮਤਲਬ ਆਲ ਓਵਰ। ਜਦੋਂ ਕਲਾਇੰਟ ਨਾਲ ਬੈਠਦੇ ਹਾਂ, ਡਿਸੇਬਿਲਟੀ ਦੇ ਪ੍ਰੋਡਕਟ ਵੀ ਟਰਮ ਇੰਸ਼ੋਰੈਂਸ ਦੇ ਨਾਲ ਹੈਗੇ। ਕਈ ਕੰਪਨੀਆਂ ਕੋਲ ਬਹੁਤ ਹੀ ਵਧੀਆ, ਰਾਈਟ। ਬੈਂਕ ਨਾਲੋਂ ਲਾਟ ਬੈਟਰ ਹੈ, ਬੈਂਕ ਨਾਲੋਂ ਲਾਟ ਚੀਪਰ ਹੈ ਤੇ ਬੰਦਾ ਆਪਦੀ ਡਿਸੇਬਿਲਟੀ ਅੱਡ ਵੀ ਕਰਵਾ ਸਕਦਾ। ਅੱਛਾ ਜੀ, ਠੀਕ ਹੈ ਜੀ। ਔਰ ਇਹੀ ਕਹਿੰਦੇ ਆ ਕਿ ਕਿਉਂਕਿ ਇਸ ਦੇ ਵਿੱਚ ਬਹੁਤ ਵੱਡਾ ਸਮੁੰਦਰ ਆ ਇਹ ਗਿਆਨ ਦਾ, ਔਰ ਇਹ ਪ੍ਰਾਪਤ ਕਰ ਸਕਦੇ ਹੋ ਤੁਸੀਂ ਕਾਲ ਕਰਕੇ, ਸਮਝ ਸਕਦੇ ਹੋ। 10 ਸਵਾਲ ਆ 10 ਪੁੱਛੋ, ਬਿਲਕੁਲ ਫੇਸ ਟੂ ਫੇਸ ਬੈਠ ਕੇ ਜਿਹੜੀ ਗੱਲ ਕਰਨੀ ਹੈ। ਠੀਕ ਹੈ। ਹਾਂਜੀ। ਤੇ ਇੱਕ ਹੁੰਦਾ ਬਰੀਫ ਸ਼ਾਰਟ ਇਨਫੋਰਮੇਸ਼ਨ ਦੇਣੀ, ਇੱਕ ਹੁੰਦਾ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੇਣੀ ਹੈ ਨਾ। ਤੇ ਜਿੱਥੋਂ ਤੱਕ ਡਿਸੇਬਿਲਟੀ ਦਾ ਤਾਲੁਕ ਹੈਗਾ, ਮਤਲਬ ਬਹੁਤ ਕੰਪਨੀਆਂ ਬਹੁਤ ਵਧੀਆ ਪ੍ਰੋਡਕਟ ਟਰਮ ਇੰਸ਼ੋਰੈਂਸ ਦੇ ਨਾਲ ਦਿੰਦੀਆਂ, ਬਹੁਤ ਵਧੀਆ, ਲਾਟ ਬੈਟਰ ਦੈਨ ਬੈਂਕ। ਅੱਛਾ ਜੀ, ਠੀਕ ਹੈ ਜੀ। ਸੋ ਇਹਦੀ ਜਾਣਕਾਰੀ ਲੈ ਸਕਦੇ ਹੋ ਤੁਸੀਂ 204 694 0731 ਦੇ ਉੱਪਰ ਸੰਪਰਕ ਕਰਕੇ। ਸੋ ਜ਼ਰੂਰ ਤੁਸੀਂ ਦੇਖ ਸਕਦੇ ਹੋ ਆਪਣੇ ਟੀਵੀਆਂ ਦੇ ਉੱਪਰ ਜਦੋਂ ਵੀ ਵਿਨੀਪੈਗ ਜੈਟਸ ਦਾ ਮੈਚ ਹੁੰਦਾਗਾ। ਤੇ ਇਸ ਤੋਂ ਬਿਨਾਂ IPL ਦੇ ਮੈਚ ਚੱਲ ਰਹੇ ਆ ਤੇ ਮਾਨ ਸਾਹਿਬ ਜਿਹੜੀ ਪੰਜਾਬੀ ਦੀ ਕਮੈਂਟਰੀ ਹੈ, ਤੁਸੀਂ ਕ੍ਰਿਕਟ ਦੇਖਣ ਦੇ ਸ਼ੌਕੀਨ ਹੈਗੇ ਮਾਨ ਸਾਹਿਬ? ਨਹੀਂ ਨਾ। ਜੇ ਤੁਸੀਂ ਕਿਤੇ ਕ੍ਰਿਕਟ ਦੇਖਣ ਦੇ ਸ਼ੌਕੀਨ ਹੁੰਦੇ ਜਾਂ ਤੁਹਾਨੂੰ ਸਮਝ ਆਉਂਦੀ ਨਾ ਗੇਮ ਦੀ, ਹਾਂ ਮੈਨੂੰ ਐ ਨਹੀਂ ਪਤਾ ਵੀ ਉਹ ਹਿੱਟ ਜੀ ਕਰਕੇ ਭੱਜ ਦੇਗਾ ਤੋਂ ਜਾਂ ਛੱਕਾ ਤੇ ਕਿਹਨੂੰ ਕਹਿੰਦੇ ਚੌਂਕਾ ਕਹਿੰਦੇ ਮੈਨੂੰ, ਕਿਉਂਕਿ ਸਾਡੇ ਵੇਲੇ ਹੁੰਦੀ ਨਹੀਂ ਸੀ ਕਾਲਜ ਦੇ ਵਿੱਚ। ਸਾਡੇ ਵੇਲੇ ਹਾਕੀ ਹੁੰਦੀ ਸੀ ਜਾਂ ਫੁੱਟਬਾਲ ਹੁੰਦੀ ਸੀ। ਪਹਿਲਾਂ ਸੋਨੀ ਚੈਨਲ IPL ਦਾ ਟੈਲੀਕਾਸਟ ਕਰਦਾ ਹੁੰਦਾ ਸੀ ਤੇ ਅੱਜ ਕੱਲ ਜੀਓ ਵਾਲੇ ਕਰ ਰਹੇ ਆ, ਜੀਓ ਸਿਨੇਮਾ ਦੇ ਵਾਲੇ, ਔਰ ਇਹ ਕਰ ਰਹੇ ਆ। ਤੇ ਇਹਨਾਂ ਨੇ ਇੱਕ ਚੀਜ਼ ਬੜੀ ਵਧੀਆ ਕੀਤੀ, ਇਹਨਾਂ ਨੇ ਮਾਨ ਸਾਹਿਬ
ਹਰੇਕ ਦੇ ਲਈ ਆਪਸ਼ਨ ਦੇਤੀ। ਜੇ ਤੁਸੀਂ ਕਈ ਕਮੈਂਟਰੀ ਭੋਜਪੁਰੀ ਦੇ ਵਿੱਚ ਵੀ ਕਮੈਂਟਰੀ ਆ ਤੇ ਪੰਜਾਬੀ ਦੇ ਵਿੱਚ ਵੀ ਕਮੈਂਟਰੀ ਆ। ਪੰਜਾਬੀ ਦੀ ਕਮੈਂਟਰੀ ਸੁਣ ਕੇ ਤੁਹਾਨੂੰ ਮੈਚ ਦਾ ਜਿਹੜਾ ਨਜ਼ਾਰਾ ਆਉਂਦਾ ਗਾ ਉਹ ਬੜਾ ਜਿਹੜਾ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਗਿਆ ਗਾ ਉਹ ਆ। ਸੋ ਪੰਜਾਬੀ ਦੇ ਵਿੱਚ ਕ੍ਰਿਕਟ ਦੀ ਕਮੈਂਟਰੀ ਹੁੰਦੀ ਆ ਔਰ ਮੈਚ ਚੱਲਦੇ ਆ ਅੱਜ ਕੱਲ੍ਹ IPL ਦੇ। ਜਿਹੜੇ ਕ੍ਰਿਕਟ ਨੂੰ ਜ਼ਿਆਦਾ ਚਾਹੁੰਦੇ ਨੇ ਉਹ ਦੇਖ ਸਕਦੇ ਆ। ਸੋ ਸੁਬਾਹ ਜੇ ਮੈਚ ਚੱਲ ਰਿਹਾ ਹੁੰਦਾ ਗਾ ਕਿੰਨੇ ਵਜੇ ਪ੍ਰੋਪਰ ਐਗਜ਼ੈਕਟਲੀ ਟਾਈਮ ਨਹੀਂ ਮੈਨੂੰ ਪਤਾ ਤੇ ਪਰ ਬਹੁਤ ਵਾਰੀ ਮੈਂ ਲਾ ਕੇ ਦੇਖਿਆ ਤਾਂ ਪੰਜਾਬੀ ਦੀ ਕਮੈਂਟਰੀ ਹੈ ਜਿਹੜੀ ਤੇ ਉਹ ਸੁਣਨ ਦਾ ਨਜ਼ਾਰਾ ਹੀ ਵੱਖਰਾ ਕ੍ਰਿਕਟ ਦੇ ਵਿੱਚ। ਅੱਛਾ ਹਾਂਜੀ ਨਹੀਂ ਕਮੈਂਟਰੀ ਤਾਂ ਕਾਸੇ ਦੀ ਵੀ ਹੋਵੇ ਉਹ ਜਿਹੜਾ ਜੇ ਕਮੈਂਟਰ ਵਧੀਆ ਹੋਵੇ ਨਾ ਤੇ ਉਹ ਨਜ਼ਾਰਾ ਲਿਆ ਦਿੰਦਾ। ਕਮੈਂਟਰ ਮਾੜਾ ਹੋਵੇ ਤਾਂ ਮਤਲਬ ਵੀ ਦਫਾ ਵੜ ਦਿੰਦਾ ਤੇ ਨਹੀਂ ਜੇ ਕਮੈਂਟਰ ਚੰਗਾ ਹੋਵੇ ਤੁਸੀਂ ਮੈਚ ਨਹੀਂ ਵੀ ਦੇਖ ਰਹੇ ਬਿਨਾਂ ਮੈਚ ਦੇਖਣ ਤੋਂ ਐ ਲੱਗਦਾ ਤੁਸੀਂ ਉੱਥੇ ਮਤਲਬ ਵਿੱਚ ਬੈਠੇ ਹੋ ਵੇਖ ਰਹੇ ਹੋ। ਜੋਸ਼ ਭਰ ਦਿੰਦਾ ਹਾਂ। ਸੋ ਕੋਈ ਸ਼ੱਕ ਨਹੀਂ। ਸੋ ਜਦੋਂ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਊਂਗਾ ਵੀ ਕਿੱਦਾਂ ਪੰਜਾਬੀ ਦੀ ਕਮੈਂਟਰੀ ਹੁੰਦੀ ਹੈ ਤੇ ਸਾਡੇ ਸਰੋਤੇ ਵੀ ਉਸ ਚੀਜ਼ ਨੂੰ ਦੇਖ ਸਕਦੇ ਆ। ਸਾਡੀ ਭਾਸ਼ਾ ਜਦੋਂ ਉੱਚੀ ਜਾਂਦੀ ਹੈ ਨਾ ਤੇ ਉਦੋਂ ਅੰਦਰੋਂ ਅੰਦਰੀ ਇੱਕ ਮਨ ਨੂੰ ਬੜੀ ਖੁਸ਼ੀ ਹੁੰਦੀ ਆ। ਸੋ ਇਸ ਭਾਸ਼ਾ ਨੂੰ ਉੱਚੀ ਚੱਕਣ ਦੇ ਲਈ ਅੱਜ ਮੈਂ ਦੇਖਦਾ ਸੀਗਾ ਕਿਸੇ ਦੀ ਅੱਜ ਮੈਂ ਰੇਡੀਓ ਧਮਾਲ ਦੇ ਅਸੀਂ ਫੇਸਬੁੱਕ ਪੇਜ ਦੇ ਉੱਪਰ ਇੱਕ ਬੱਚਾ ਸਪੀਚ ਦੇ ਰਿਹਾ ਭਾਸ਼ਾ ਦੇ ਲਈ। ਸੋ ਬੱਚਾ ਸਪੀਚ ਦਿੰਦਾ ਉਹ ਵੀ ਦੱਸਦਾ ਗਾ ਕਹਿੰਦਾ ਕਿ ਰੂਸ ਦਾ ਕੋਈ ਨਾਵਲਿਸਟ ਹੋਇਆਗਾ ਜਿਸ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਹਿੰਦੇ ਜਦੋਂ ਕਿਸੇ ਨੂੰ ਤੁਸੀਂ ਬਦਦੁਆ ਦੇਣੀ ਹੋਵੇ ਸਾਡੇ ਦੇਸ਼ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਅਗਲੇ ਨੂੰ ਇਹ ਬਦਦੁਆ ਦਿਓ ਵੀ ਤੂੰ ਆਪਣੀ ਮਾਂ ਬੋਲੀ ਭੁੱਲ ਜੇ। ਇੱਕ ਬਦਦੁਆ ਗਈ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੋ ਆਪੋ ਆਪਣੇ ਫਰਜ਼ ਆਗੇ। ਸੋ ਆਪਣੇ ਕੋਲੇ ਇੱਥੇ ਸਮੇਂ ਦੀ ਕਮੀ ਹੋਣ ਕਰਕੇ ਸਾਡਾ ਕਈ ਵਾਰ ਬੱਚਿਆਂ ਵੱਲ ਧਿਆਨ ਨਹੀਂ ਹੁੰਦਾ। ਤੁਹਾਨੂੰ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਬੇਨਤੀ ਕਰ ਦੇਵਾਂ ਸਿੱਖਿਆ ਕਲਾਸਿਸ ਨੂੰ ਜ਼ਰੂਰ ਤੁਸੀਂ ਜੁਆਇਨ ਕਰ ਲਵੋ ਤਾਂ ਕਿ ਅਸੀਂ ਚਾਹੁੰਦੇ ਹਾਂ ਸਾਡੀ ਜਿਹੜੀ ਭਾਸ਼ਾ ਉਹ ਵਧੇ ਫੁੱਲੇ। ਹਰ ਇੱਕ ਘਰਾਂ ਦੇ ਵਿੱਚ ਸਾਡੀ ਭਾਸ਼ਾ ਬੋਲੀ ਜਾਵੇ। ਸੋ ਭਾਸ਼ਾ ਬੋਲੀ ਤਾਂ ਜਾਊਗੀ ਜੇ ਭਾਸ਼ਾ ਆਉਂਦੀ ਹੋਊਗੀ। ਜੇ ਪਹਿਲਾਂ ਸਮਝ ਨਹੀਂ ਆਉਂਦੀ ਹੋਊਗੀ ਜੇ ਪਹਿਲਾਂ ਸੁਣਨੀ ਆਉਂਦੀ ਹੋਵੇਗੀ ਸੋ ਫਿਰ ਬੋਲਣੀ ਵੀ ਆ ਜਾਊਗੀ। ਸੋ ਸਿੱਖਿਆ ਕਲਾਸਿਸ ਨੂੰ ਤੁਸੀਂ ਜੁਆਇਨ ਕਰਵਾ ਦੇਵੋ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਲਿਓ। ਆਨਲਾਈਨ ਤੁਹਾਡੇ ਬੱਚੇ ਦੇ ਫੋਨ ਦੇ ਉੱਤੇ ਟੈਬਲੇਟ ਦੇ ਉੱਤੇ ਤੁਹਾਡੇ ਫੋਨ ਦੇ ਉੱਤੇ ਕਲਾਸ ਲਗਾਈ ਜਾਵੇਗੀ। ਹਫ਼ਤੇ ਦੇ ਵਿੱਚ 3 ਕਲਾਸਾਂ 1-1 ਘੰਟੇ ਦੀਆਂ ਹੋਣਗੀਆਂ। ਸੋ ਮਹੀਨੇ ਦੇ ਵਿੱਚ 12 ਕਲਾਸਾਂ। ਸੋ ਕਾਲ ਕਰ ਲਿਓ ਇਸ ਦੀ ਵਧੇਰੇ ਜਾਣਕਾਰੀ ਲੈਣ ਦੇ ਲਈ 204-463-0110 204-463-0110 ਦੇ ਉੱਪਰ ਸੰਪਰਕ ਕਰ ਸਕਦੇ ਹੋ। ਤੇ ਰਾਜਮਾਨ ਸਾਹਿਬ ਦਾ ਸੁਨੇਹਾ ਮੈਂ ਇੱਕ ਵਾਰ ਫਿਰ ਦੱਸ ਦੇਵਾਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਕੋਈ ਵੀ ਤੁਹਾਡੀ ਜ਼ਰੂਰਤ ਹੋਵੇ ਕੋਈ ਵੀ ਤੁਸੀਂ ਕੋਈ ਕੰਮਕਾਰ ਤੁਹਾਡਾ ਅੜ ਗਿਆ ਹੋਵੇ ਤੇ ਜਾਂ ਅੜਨ ਤੋਂ ਪਹਿਲਾਂ ਹੀ ਸਲਾਹ ਲੈਣੀ ਚਾਹੁੰਦੇ ਹੋ ਤੇ 204-694-0731 ਦੇ ਉੱਪਰ ਤੁਸੀਂ ਸਲਾਹ ਲੈਣ ਦੇ ਲਈ ਅਪਾਇੰਟਮੈਂਟ ਬਣਾ ਸਕਦੇ ਹੋ। ਆਪਣੀ ਚੱਲ ਰਹੀ ਪਾਲਿਸੀ ਨੂੰ ਚੈੱਕ ਕਰਵਾ ਲਓ ਵੀ ਠੀਕ ਆ ਇਹਨਾਂ ਦੇ 40 ਸਾਲਾਂ ਦੇ ਤਜਰਬੇ ਨੇ ਜਿਹੜੇ ਅੱਖਰ ਪੜ੍ਹ ਲੈਣੇ ਆ ਉਹ ਆਮ ਆਪਣੇ ਤੋਂ ਪੜ੍ਹੇ ਨਹੀਂ ਜਾਂਦੇਗੇ ਤੇ ਨਾ ਹੀ ਅਸੀਂ ਪੜ੍ਹਨਾ ਚਾਹੁੰਦੇ ਹੁੰਦੇ। ਸਾਡੀ ਦਿਲਚਸਪੀ ਵੀ ਨਹੀਂ ਹੁੰਦੀ ਉਹ ਬਰੀਕ ਬਰੀਕ ਅੱਖਰ ਪੜ੍ਹਨ ਦੀ। ਸੋ ਉਹਨਾਂ ਬਰੀਕ ਅੱਖਰਾਂ ਦੇ ਵਿੱਚ ਕੀ ਲਿਖਿਆ ਹੋਵੇਗਾ ਇਹ ਰਾਜਮਾਨ ਸਾਹਿਬ ਤੁਹਾਨੂੰ ਦੱਸ ਸਕਦੇ ਨੇ। 204-694-0731 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ। ਅੱਜ ਪ੍ਰੋਗਰਾਮ ਦੇ ਵਿੱਚ ਕੋਈ ਗੀਤ ਸੰਗੀਤ ਜ਼ਿਆਦਾ ਨਹੀਂ ਪਲੇ ਕਰ ਸਕੇ ਮਾਨ ਸਾਹਿਬ। ਹਾਂਜੀ ਮੈਂ ਵੀ ਇਹ ਗੱਲ ਮਹਿਸੂਸ ਕਰ ਰਿਹਾ। ਮੈਂ ਤੁਹਾਨੂੰ ਕਿਹਾ ਵੀ ਸੀ ਆਪਾਂ ਇੱਕ ਤਾਂ ਗੀਤ ਲਾ ਦਈਏ। ਗੱਲਾਂ ਦਿਲਚਸਪ ਚੱਲੀ ਜਾਂਦੀਆਂ ਸੀ ਤੇ ਮੈਂ ਕਿਹਾ ਆਪਾਂ ਜੇ ਇੱਕ ਗੀਤ ਵੀ ਨਹੀਂ ਲਾਇਆ ਤੇ ਸੰਗੀਤ ਪ੍ਰੇਮੀ ਆਪਣੇ ਨਾਲ ਬਹੁਤ ਨਾਰਾਜ਼ ਹੋਣਗੇ ਇਸ ਗੱਲ ਤੇ। ਸੌਰੀ ਸੰਗੀਤ ਪ੍ਰੇਮੀਆਂ ਸੌਰੀ ਮੰਗਦੇ ਆ। ਸੋ ਕੋਈ ਗੱਲ ਨਹੀਂ ਮਾਫੀ ਚਾਹੁੰਦੇ ਆ। ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਗੀਤ ਦੇ ਉੱਤੇ ਠਾ ਗੀਤ ਉਹਦੇ ਉੱਤੇ ਹੋਰ ਗੀਤ ਐਂ ਚੱਲਣਗੇ। ਸੋ ਮੈਂ ਵੀ ਮਗਰੋਂ ਜਾ ਕੇ ਪ੍ਰੋਗਰਾਮ ਦੇਖਿਆ ਵੀ ਟਾਈਮ ਥੋੜਾ ਰਹਿ ਗਿਆ ਆਪਾਂ ਗੀਤ ਕੋ ਲਾਏ। ਹਾਂ ਮੈਨੂੰ ਮੈਸੇਜ ਆਇਆ ਕਹਿੰਦੇ ਮੇਰਾ ਪਿੰਡ ਕੋਟ ਭਾਈ ਆ ਬਰੋ ਤੁਹਾਡੇ ਪਿੰਡ ਦੇ ਨੇੜੇ। ਸ਼ੁਕਰੀਆ ਬਾਈ ਜੀ ਚੰਗੀ ਗੱਲ ਆ। ਕੋਟ ਭਾਈ ਸਾਨੂੰ ਥਾਣਾ ਕੋਟ ਭਾਈ ਪੈਂਦਾ ਗਾ ਔਰ ਕੋਟ ਭਾਈ ਤੇ ਸਾਡਾ ਆਪਦਾ ਪਿੰਡ ਆ ਬਹੁਤ ਦੋਸਤ ਆ ਉੱਥੋਂ ਦੇ। ਸੋ ਥੈਂਕ ਯੂ ਸਾਡੇ ਪਿੰਡਾਂ ਦੇ ਤੁਸੀਂ ਸੁਣ ਰਹੇ ਹੋ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਸਾਂਝ ਪਾਇਆ ਕਰੋ। ਸੋ ਮਿਲਾਂਗੇ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ। ਕੱਲ ਤੱਕ ਤੁਹਾਡਾ ਮੇਰਾ ਸਭ ਦਾ ਰੱਬ ਰਾਖਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ